ਸਤਿ ਸ਼੍ਰੀ ਅਕਾਲ। इसको तो देता हूँ, इसको तो देता हूँ। सामने आ रहा है तो ठीक है, टूट देगा कैमरा थे और क्या कर दो? ओए अच्छे कर देता हूं। आहो म्यूट किया है? हाँ जी देखो ठीक है? हाँ ठीक है। हाँ जी, let us start. करो बैंक करो। फाइव जी लेट अस स्टार्ट। ਅਸੀਂ ਪੜ੍ਹ ਰਹੇ ਸੀਗੇ ਪੇਪਰ ਨੰਬਰ 1। ਪੇਪਰ ਨੰਬਰ 1 ਦੇ ਵਿੱਚ ਅਸੀਂ ਦੂਜਾ ਪਾਰਟ ਪੜ੍ਹ ਰਹੇ ਸੀ। ਪਹਿਲਾਂ ਅਸੀਂ ਪੜ੍ਹਿਆ ਸੀ ਲੈਂਡ ਰੈਵਨਿਊ ਐਕਟ 1887 ਤੇ ਫਿਰ ਅਸੀਂ ਪੜ੍ਹ ਰਹੇ ਸੀਗੇ ਪੰਜਾਬ ਲੈਂਡ ਰੈਵਨਿਊ ਰੂਲਸ 1909। ਇਹ ਜਿਹੜੀ ਬੁੱਕ ਹੈਗੀ ਹੈ, ਕਈ ਸਾਥੀ ਅੱਜ ਕਈ ਵਾਰੀ ਨਵੇਂ ਹੁੰਦੇ ਆ, ਜੁਆਇਨ ਕਰਦੇ ਆ। ਇਹ ਪੰਜਾਬ ਲੈਂਡ ਰੈਵਨਿਊ ਐਕਟ ਜਿਹੜੀ ਬੁੱਕ ਹੈਗੀ ਹੈ, ਇਸ ਬੁੱਕ ਦੇ ਪਿਛਲੇ ਪਾਸੇ ਲੱਗੇ ਹੁੰਦੇ ਆ ਪੰਜਾਬ ਲੈਂਡ ਰੈਵਨਿਊ ਰੂਲਸ 1909। ਪੰਜਾਬ ਲੈਂਡ ਰੈਵਨਿਊ ਰੂਲਸ 1909, ਪੰਜਾਬ ਲੈਂਡ ਰੈਵਨਿਊ ਐਕਟ 1887 ਦੀ ਇਹ ਬੁੱਕ ਹੈਗੀ ਹੈ। ਇਹਦੇ ਪਿਛਲੇ ਪਾਸੇ ਲੱਗੇ ਹੋਏ ਹੁੰਦੇ ਆ ਪੰਜਾਬ ਲੈਂਡ ਰੈਵਨਿਊ ਰੂਲਸ 1909। ਅਸੀਂ ਇਹ ਪੜ੍ਹ ਰਹੇ ਸੀਗੇ, ਅਸੀਂ ਪੜ੍ਹ ਰਹੇ ਸੀ ਸੈਕਸ਼ਨ ਰਿਗਾਰਡਿੰਗ अपॉइंटमेंट ड्यूटीज एटसेट्रा ऑफ द हेडमैन यानी कि नंबरदार। ये ਜਿਹੜਾ ਚੈਪਟਰ ਹੈਗਾ, ਇਹਦੇ ਤੇ ਤੁਹਾਨੂੰ ਲਗਭਗ ਪਿਛਲੇ ਸਮੇਂ ਦੇ ਵਿੱਚ ਵੀ ਕੁਐਸਚਨ ਆਉਂਦੇ ਰਹੇ ਆ। ਲਗਭਗ 20-25 ਨੰਬਰ ਦਾ ਹੈਗਾ ਜਿਹੜਾ ਕੁਐਸਚਨ ਹੈ। ਮੈਂ ਦੁਬਾਰਾ ਫਿਰ ਇਸ ਕਰਕੇ ਰਿਵਾਈਜ਼ ਕਰਨਾ ਚਾਹਾਂਗਾ ਕਿਉਂਕਿ ਇਹਦੇ ਚੋਂ ਕੁਐਸਚਨ ਜਿਹੜਾ ਹੈਗਾ 20-25 ਨੰਬਰ ਦਾ, ਇਹ ਜਿਹੜੀਆਂ 10 ਸੈਕਸ਼ਨਸ ਹੈਗੀਆਂ ਨੇ ਇਹਦੇ ਵਿੱਚੋਂ ਜ਼ਰੂਰ ਆ ਜਾਂਦਾ ਹੈ। ਇਹਦੀਆਂ ਜਿਹੜੀਆਂ 1 ਤੋਂ ਲੈ ਕੇ 13 ਤੱਕ ਜਿਹੜੇ ਰੂਲਸ ਨੇ ਉਹ omit ਹੋ ਚੁੱਕੇ ਨੇ। ਅਸੀਂ ਕੱਲ ਡਿਸਕਸ ਕੀਤਾ ਸੀਗਾ ਰੂਲ ਨੰਬਰ 14 ਤੋਂ। ਹਾਂਜੀ हाँ, तभी मैं कह रहा भी ये ਜਿਹੜਾ ਹੈਗਾ ਜਿਹੜਾ ਚੈਪਟਰ ਤੁਹਾਡਾ ਬਹੁਤ ਇੰਪੋਰਟੈਂਟ ਹੈਗਾ। ਇਸ ਕਰਕੇ ਮੈਂ ਵਾਰ-ਵਾਰ ਇਸ ਤੇ ਜ਼ਿਆਦਾ ਜਲਦੀ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ।
ਆਪਾਂ ਨੂੰ 2 ਦਿਨ ਹੋਏ ਪੜ੍ਹਦਿਆਂ ਨੂੰ, ਇਹੀ ਥੋੜੇ ਜਿਹੇ ਰੂਲਸ ਹੈਗੇ ਆ। ਤੇ ਥਰਡ ਡੇ ਹੈਗਾ, ਮੈਂ ਫਿਰ ਥੋੜਾ ਜਿਹਾ ਰਿਵਾਈਜ਼ ਕਰਾਂਗਾ ਤਾਂ ਕਿ ਤੁਹਾਡੇ ਪੱਕੇ ਤੌਰ ਤੇ ਇਹ ਯਾਦ ਰਹੇ ਤੇ ਤੁਹਾਨੂੰ ਕਿਤਾਬਾਂ 'ਚ ਮੱਥਾ ਮਾਰਨਾ ਨਾ ਪਵੇ। ਤੁਸੀਂ ਡਾਇਰੈਕਟ ਜਦੋਂ ਤੁਹਾਡੇ ਕੋਈ ਕੁਐਸਚਨ ਤੁਸੀਂ ਅਟੈਂਪਟ ਕਰਨਾ ਹੈਗਾ, ਤੁਸੀਂ ਸਿੱਧਾ ਬੁੱਕ ਇੱਥੇ ਖੋਲੋਗੇ, ਇਸੇ ਪੁਆਇੰਟ ਤੇ ਪਹੁੰਚੋ ਵੀ ਇਹ ਕੁਐਸਚਨ ਕਿਸੇ ਨਾਲ ਸੰਬੰਧਿਤ ਹੈ, ਕਿਹੜੇ ਵਿਸ਼ੇ ਨਾਲ ਸੰਬੰਧਿਤ ਹੈਗਾ। ਠੀਕ ਹੈ, ਮੇਰਾ ਰਿਵੀਜ਼ਨ ਕਰਾਉਣ ਦਾ ਮਾਰ-ਮਾਰ ਮਕਸਦ ਇਹੀ ਹੈਗਾ। ਤੇ ਅਸੀਂ ਪੜ੍ਹ ਰਹੇ ਸੀ ਵਿਲੇਜ ਹੈਡਮੈਨ ਦੇ ਸੰਬੰਧ ਵਿੱਚ। ਪਿੰਡ ਦਾ ਜਿਹੜਾ ਨੰਬਰਦਾਰ ਹੈ ਉਹਦੀ ਗਿਣਤੀ ਕਿੰਨੀ ਹੋਣੀ ਚਾਹੀਦੀ ਹੈ, ਉਹਦੀਆਂ ਡਿਊਟੀਆਂ ਕੀ ਹੋਣੀਆਂ ਚਾਹੀਦੀਆਂ ਨੇ, ਜਦੋਂ ਅਸੀਂ ਨਿਯੁਕਤ ਕਰਨੇ ਆ ਉਸਨੂੰ ਤਾਂ ਅਸੀਂ ਕੀ ਦੇਖਣਾ ਹੁੰਦਾ ਹੈ, ਕਿਹੜੇ ਕੰਮ ਨੇ ਜਿਹੜੇ ਉਹਨੇ ਕਰਨੇ ਹੁੰਦੇ ਨੇ, ਕਿਹੜੇ ਕੰਮ ਉਹਨੇ ਨਹੀਂ ਕਰਨੇ ਹੁੰਦੇ, ਕਿਹਨਾਂ ਕਾਰਨ ਕਰਕੇ ਉਹਦੀ ਜਿਹੜੀ ਡਿਊਟੀਆਂ ਨੇ ਉਹ ਡਿਸਮਿਸ ਕੀਤਾ ਜਾ ਸਕਦਾ ਹੈ, ਕਿਹੜੇ ਪੁਆਇੰਟਸ ਜਿਹੜੇ ਕੰਸੀਡਰ ਕਰਨੇ ਹੁੰਦੇ ਨੇ। ਤੁਸੀਂ ਆਫੀਸਰਸ ਬਣਨਾ, ਤੁਸੀਂ ਤੁਹਾਡੇ ਕੋਲ ਇਹ ਜਿਹੜਾ ਬੇਸਿਕ ਕੰਮ ਹੁੰਦਾ, ਬਹੁਤ ਇੰਪੋਰਟੈਂਟ ਕੰਮ ਹੁੰਦਾ। ਪਿੰਡ ਦੇ ਵਿੱਚ 2 ਜਾਂ 3 ਐਪਲੀਕੇਸ਼ਨਾਂ ਕਈ ਵਾਰੀ ਆ ਜਾਂਦੀਆਂ ਨੇ ਤੇ ਇੱਥੇ ਤੱਕ ਵੀ ਅਸੀਂ ਦੇਖਿਆ ਹੈਗਾ ਪਿੰਡ ਦੇ ਵਿੱਚੋਂ ਬੱਸਾਂ ਭਰ ਕੇ ਵੀ ਆ ਜਾਂਦੀਆਂ ਨੇ ਐਵੀਡੈਂਸਸ ਕਰਾਉਣ ਦੇ ਲਈ। ਤੁਹਾਡੇ ਕੋਲੇ 2 ਪਾਰਟੀਆਂ ਖੜੀਆਂ ਹੋ ਜਾਂਦੀਆਂ ਨੇ, ਇੱਕ ਪਾਰਟੀ ਦੇ ਨਾਲ 100 ਬੰਦਾ, ਇੱਕ ਪਾਰਟੀ ਨਾਲ ਹੁੰਦਾ 100 ਬੰਦਾ, ਦੂਜੀ ਪਾਰਟੀ ਦੇ ਨਾਲ ਹੁੰਦਾ ਹੈ। ਹਾਂਜੀ ਸਰ ਚੈਪਟਰ 1 ਦਾ ਕਿਹੜਾ ਆਪਣੇ ਕਲਾਸ ਦੀ ਪੰਜਾਬ ਲੈਂਡ ਨੂੰ ਐਕਟ 1 ਜਾਂ ਇਹ ਪੰਜਾਬ ਇਹ ਅਸੀਂ ਪੜ੍ਹ ਰਹੇ ਪੰਜਾਬ ਲੈਂਡ ਰੈਵਨਿਊ ਰੂਲਸ 1909 ਪੰਜਾਬ ਲੈਂਡ ਰੈਵਨਿਊ ਰੂਲਸ। ਇਹ ਤੁਹਾਡੇ ਪੇਪਰ 1 ਦਾ ਪਾਰਟ ਹੈਗਾ। ਔਰ ਇਹ ਜ਼ਿਆਦਾਤਰ ਕੀ ਹੈਗਾ, ਇਹਦੀ ਸੈਪਰੇਟ ਬੁੱਕ ਕੋਈ ਨਹੀਂ ਮੈਂ ਦੇਖੀ ਕਦੇ। ਇਹਦੀ ਜਿਹੜੀ ਬੁੱਕ ਹੈਗੀ ਹੈ, ਇਹ ਜਿਹੜੀ ਪੰਜਾਬ ਲੈਂਡ ਰੈਵਨਿਊ ਐਕਟ ਦੀ ਜਿਹੜੀ ਬੁੱਕ ਹੈਗੀ ਹੈ, ਉਸੇ ਬੁੱਕ ਦੇ ਪਿਛਲੇ ਪਾਸੇ ਇਹ ਰੂਲਸ ਲੱਗੇ ਹੋਏ ਹੁੰਦੇ ਆ। ਕਈ ਬੁੱਕਸ 'ਚ ਲੱਗੇ ਹੁੰਦੇ ਆ, ਕਈ ਬੁੱਕਸ 'ਚ ਨਹੀਂ ਵੀ ਲੱਗੇ ਹੁੰਦੇ। ਇਹ ਕੋਈ ਜ਼ਰੂਰੀ ਨਹੀਂ ਹੈ, ਮੈਂਡੇਟਰੀ ਨਹੀਂ ਹੈਗਾ ਕਿ ਹਰ ਬੁੱਕਸ 'ਚ ਲੱਗੇ ਹੋਏ ਹੋਣ। ਇਹ ਬੁੱਕ ਦੇ ਉੱਪਰਲੇ ਪਾਸੇ ਹੀ ਲਿਖਿਆ ਹੁੰਦਾ ਹੈ, ਸੈਂਟਰ ਦੇ ਵਿੱਚ ਜੇ ਲੱਗੇ ਹੋਏ ਤਾਂ ਵੀ ਲਿਖਿਆ ਹੁੰਦਾ ਇੱਥੇ ਪੰਜਾਬ ਲੈਂਡ ਰੈਵਨਿਊ ਰੂਲਸ। ਜੇ ਨਹੀਂ ਲੱਗੇ ਹੁੰਦੇ ਤਾਂ ਕੋਈ ਬੁੱਕ ਤੁਹਾਨੂੰ ਚੇਂਜ ਕਰ ਲੈਣੀ ਚਾਹੀਦੀ ਹੈ ਜਿਹਦੇ ਵਿੱਚ ਪੰਜਾਬ ਲੈਂਡ ਰੈਵਨਿਊ ਰੂਲਸ ਹੋਣ। ਕਈ ਵਾਰੀ ਜ਼ਿਆਦਾਤਰ ਇਹੀ ਹੁੰਦਾ ਹੈਗਾ, ਸਾਡੇ ਕੁਝ ਜਿਹੜੇ ਹੈਗੇ ਕਾਨੂੰਗੋ ਸਾਹਿਬਾਨ ਨੇ, ਉਹਨਾਂ ਕੋਲੇ ਬੁੱਕ ਹੀ ਇਦਾਂ ਦੀ ਹੁੰਦੀ ਹੈ, ਪੰਜਾਬ ਲੈਂਡ ਰੈਵਨਿਊ ਐਕਟ ਕੱਲਾ ਹੁੰਦਾ, ਉਹਦੇ ਵਿੱਚ ਪੰਜਾਬ ਲੈਂਡ ਰੈਵਨਿਊ ਰੂਲਸ ਇਨਕਲੂਡਡ ਨਹੀਂ ਹੁੰਦੇ, ਜਿਸ ਕਰਕੇ ਉਹਦਾ ਜਿਹੜਾ 20-25 ਨੰਬਰ ਦਾ ਜਿਹੜਾ ਕੁਐਸਚਨ ਹੈਗਾ ਇਹ ਅਟੈਂਪਟ ਕਰਨ ਤੋਂ ਹੀ ਰਹਿ ਜਾਂਦਾ ਹੈ, ਜਿਸ ਕਰਕੇ ਉਹ ਜਿਹੜਾ ਹੈਗਾ ਪੇਪਰ ਉਹਦਾ ਵਧੀਆ ਨਹੀਂ ਹੋ ਪਾਉਂਦਾ। ਜਦੋਂ ਕਿ ਇਹ ਲਗਭਗ ਸ਼ਰਤੀਆ ਹੈਗਾ, ਅਸੀਂ ਦੇਖਦੇ ਆ ਰਹੇ ਹਾਂ ਪਿਛਲੇ ਸਮਿਆਂ ਤੋਂ ਵੀ 20-25 ਨੰਬਰ ਦਾ ਜਿਹੜਾ ਕੁਐਸਚਨ ਹੈਗਾ ਇਸੇ ਇੰਨੇ ਕਿ ਜਿਹੜੇ ਪੰਜਾਬ ਲੈਂਡ ਰੈਵਨਿਊ ਰੂਲਸ ਹੈਗੇ ਨੇ, ਜ਼ਿਆਦਾਤਰ ਜਿਹੜਾ ਇਹ ਨੰਬਰਦਾਰ ਦਾ ਪਾਰਟ ਹੈ ਇਹਦੇ ਵਿੱਚੋਂ ਆ ਜਾਂਦਾ ਹੈ। ਇਸ ਕਰਕੇ ਧਿਆਨ ਦੇ ਨਾਲ ਤੁਸੀਂ ਦੇਖਣਾ, ਤੁਹਾਡੀ ਬੁੱਕ ਦੇ ਵਿੱਚ ਇਹ ਜਿਹੜਾ ਪਾਰਟ ਹੈਗਾ ਜ਼ਰੂਰ ਹੋਣਾ ਚਾਹੀਦਾ ਹੈ। ਪੰਜਾਬ ਲੈਂਡ ਰੈਵਨਿਊ ਰੂਲ 1909 ਜਦੋਂ ਸਾਡੀ ਸੈਕਸ਼ਨ 158 ਖਤਮ ਹੁੰਦੀਆਂ ਨੇ, ਪੰਜਾਬ ਲੈਂਡ ਰੈਵਨਿਊ ਐਕਟ ਦੀਆਂ ਜਿਹੜੀਆਂ ਸੈਕਸ਼ਨਸ ਹੈਗੇ ਨੇ 1 ਤੋਂ ਲੈ ਕੇ 158, ਜਦੋਂ ਸੈਕਸ਼ਨਸ ਇਹ ਖਤਮ ਹੁੰਦੀਆਂ ਨੇ 158 ਤੱਕ, ਤਾਂ ਉਸ ਤੋਂ ਬਾਅਦ ਇਹ ਰੂਲ ਸ਼ੁਰੂ ਹੋ ਜਾਂਦੇ ਨੇ। ਠੀਕ ਹੈ ਜੀ, ਸਟਾਰਟ ਕਰੀਏ। ਅਸੀਂ ਸਭ ਤੋਂ ਪਹਿਲਾਂ ਪੜ੍ਹਿਆ ਸੀਗਾ ਰੂਲ ਨੰਬਰ 14। ਮੈਂ ਦੁਬਾਰਾ ਫਿਰ ਤੁਸੀਂ ਕਹੋਗੇ ਬਾਰ-ਬਾਰ ਕਿਉਂ ਰਿਵਾਈਜ਼ ਕਰਾਈ ਜਾ ਰਹੇ ਨੇ। ਰੂਲ ਨੰਬਰ 14 ਚ ਕੀ ਸੀਗਾ, ਨੰਬਰ ਆਫ ਦਾ ਹੈਡਮੈਨ। ਹੁਣ ਦੇਖੋ ਆਪਾਂ ਸਾਰੇ ਹੀ ਜਮਾਬੰਦੀਆਂ ਦੇਖਦੇ ਆ ਰਹੇ ਹਾਂ, ਨੰਬਰ ਆਫ ਦਾ ਹੈਡਮੈਨ ਕਿੰਨੇ ਹੋਣੇ ਚਾਹੀਦੇ ਨੇ। ਜ਼ਿਆਦਾਤਰ ਕੀ ਹੈ, ਪਿੰਡਾਂ ਦੇ ਪੱਤੀਦਾਰੀ ਸਿਸਟਮ ਹੈਗਾ, ਜਿੱਥੇ ਪੱਤੀਦਾਰੀ ਸਿਸਟਮ ਹੈਗਾ ਉੱਥੇ ਹਰ ਪੱਤੀ 'ਚ ਇੱਕ ਨੰਬਰਦਾਰ ਦੀ ਪੋਸਟ ਹੁੰਦੀ ਹੈ। ਜਿੱਥੇ ਪੱਤੀਦਾਰੀ ਸਿਸਟਮ ਨਹੀਂ ਹੁੰਦਾ ਉੱਥੇ ਪਿੰਡ ਦੇ ਵਿੱਚ ਜਿਹੜੇ ਨੰਬਰਦਾਰ ਨੇ ਉਹ ਸ਼ੁਰੂ ਤੋਂ ਹੀ ਨਿਯੁਕਤ ਕੀਤੇ ਜਾਂਦੇ ਨੇ, ਵੀ ਕਿੰਨੀਆਂ ਪੋਸਟਾਂ ਨੇ ਐਸਟੈਬਲਿਸ਼ ਕੀਤੀਆਂ ਹੁੰਦੀਆਂ ਨੇ। ਸਫੀਸ਼ੀਐਂਟ ਨੰਬਰਦਾਰ, ਜਿਵੇਂ ਕਿ ਪਿੰਡ ਦੇ ਹਿਸਾਬ ਨੂੰ ਦੇਖ ਕੇ ਕਿੰਨਾ ਕੁ ਵੱਡਾ ਪਿੰਡ ਹੈ, ਕਿਸੇ ਪਿੰਡ ਵਿੱਚ 2 ਨੰਬਰਦਾਰ ਵੀ ਹੋ ਸਕਦੇ ਨੇ, ਕਿਸੇ 'ਚ 10 ਨੰਬਰਦਾਰ ਵੀ ਹੋ ਸਕਦੇ ਨੇ। ਵੱਡੇ ਪਿੰਡਾਂ ਦੇ ਵਿੱਚ ਅਸੀਂ ਦੇਖਿਆ 10-10 ਨੰਬਰਦਾਰ ਦੀਆਂ ਪੋਸਟਾਂ ਵੀ ਹੈਗੀਆਂ ਨੇ। ਹੁਣ ਦੂਜੀ ਗੱਲ ਇੱਥੇ ਇਹ ਆ ਜਾਂਦੀ ਹੈ ਵੀ ਜੇ ਨੰਬਰਦਾਰ ਦੀ ਗਿਣਤੀ ਤੁਸੀਂ ਵਧਾਣੀ ਹੈ ਕਿਸੇ ਵੀ ਕਾਰਨ, ਜਿਵੇਂ ਕੋਈ NRI ਤੋਂ ਨੰਬਰਦਾਰ ਨਿਯੁਕਤ ਕਰਨਾ ਹੈ, ਹਰੀਜਨ ਨੰਬਰਦਾਰ ਨਿਯੁਕਤ ਕਰਨਾ ਹੈ, ਠੀਕ ਹੈ, ਤਾਂ ਜਿਹੜੀ ਇਹਦੀ ਪਰਮਿਸ਼ਨ ਹੈਗੀ ਹੈ ਕਮਿਸ਼ਨਰ ਤੋਂ ਲੈਣੀ ਹੁੰਦੀ ਹੈ। ਇਹ ਸੈਕਸ਼ਨ 14 ਪੜ੍ਹ ਰਹੇ ਹਾਂ ਜੀ ਮੈਂ, ਸੌਰੀ ਰੂਲ 14। ਜੇ ਕੋਈ ਪੋਸਟ ਵਧਾਣੀ ਹੈ, ਜਿੰਨੇ ਵੀ ਉਸ ਪਿੰਡ ਦੇ ਵਿੱਚ ਆਲਰੇਡੀ ਨਿਯੁਕਤੀਆਂ ਹੈਗੀਆਂ ਨੇ, ਪੋਸਟਾਂ ਉਪਲਬਧ ਹੈਗੀਆਂ ਨੇ, ਜੇ ਉਹਨਾਂ ਪੋਸਟਾਂ ਤੋਂ ਵੱਧ ਕੋਈ ਪੋਸਟ ਤੁਸੀਂ ਹੋਰ ਕ੍ਰੀਏਟ ਕਰਨੀ ਹੈ, ਨਵੀਂ ਪੋਸਟ ਕ੍ਰੀਏਟ ਕਰਨੀ ਹੈ, then you have to get the permission from the commissioner। ਪਰ ਦੂਜੀ ਗੱਲ ਇਹ ਹੈ ਵੀ ਜੇ ਕਿਸੇ ਕਾਰਨ, ਜਿਵੇਂ ਪਿੰਡ ਹੈ, ਕੋਈ ਅਰਬਨਾਈਜੇਸ਼ਨ ਹੋ ਗਈ ਕਿਸੇ ਪਿੰਡ ਦੀ, ਪਿੰਡ ਦੇ 8-10 ਨੰਬਰਦਾਰ ਸੀਗੇ, ਹੁਣ ਪਿੰਡ ਹੈਗਾ ਸ਼ਹਿਰ ਦੇ ਨੇੜੇ ਆ ਗਿਆ, ਅਰਬਨਾਈਜੇਸ਼ਨ ਹੋ ਗਈ, ਉੱਥੇ ਮਿਊਨਿਸਪਲ ਕਮੇਟੀ ਬਣ ਗਈ, ਨਗਰ ਨਿਗਮ ਬਣ ਗਈ, MC ਬਣ ਗਏ, ਉੱਥੇ ਨੰਬਰਦਾਰ ਦੀ ਤੁਸੀਂ ਲੱਗਦੇ ਹੋ ਵੀ ਤੁਹਾਨੂੰ ਮਹਿਸੂਸ ਹੁੰਦਾ ਵੀ ਕੋਈ ਨੰਬਰਦਾਰ ਦੀ ਵੈਕੈਂਸੀ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ, ਤਾਂ ਕੀ ਹੈਗਾ ਜੇ ਨੰਬਰਦਾਰ ਦੀਆਂ ਪੋਸਟਾਂ ਘਟਾਣੀਆਂ ਹੋਣ ਤਾਂ ਜਿਹੜੀ ਪਰਮਿਸ਼ਨ ਹੈਗੀ ਹੈ ਉਹ FCL ਵੱਲੋਂ ਦਿੱਤੀ ਜਾਂਦੀ ਹੈ। ਨੰਬਰ ਦੀਆਂ ਪੋਸਟਾਂ ਨੂੰ ਖਤਮ ਕਰਨ ਦੀ ਜਾਂ ਪੋਸਟਾਂ ਘਟਾਉਣ ਦੀ ਜਿਹੜੀ ਪਰਮਿਸ਼ਨ ਹੈ ਉਹ FCL ਵੱਲੋਂ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਦੂਸਰਾ ਇਹਦੇ ਸਬ ਰੂਲ 2 ਦੇ ਵਿੱਚ ਇਹ ਕਿਹਾ ਹੈਗਾ ਵੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਲੈਂਡ ਮਾਲਕ ਹੈਗਾ, ਜਿਹੜਾ ਲੈਂਡ ਓਨਰ ਹੈ, ਉਹ ਵੀ ਨੰਬਰਦਾਰ ਬਣ ਸਕਦਾ ਹੈ। ਅਸੀਂ ਕਿਸੇ ਟੈਨੈਂਟ ਨੂੰ, ਕਿਸੇ ਮੌਰਗੇਜੀ ਨੂੰ, ਠੀਕ ਹੈ, ਵੀ ਨੰਬਰਦਾਰ ਨਿਯੁਕਤ ਕੀਤੀ ਜਾ ਸਕਦੀ ਹੈ ਐਜ਼ ਪਰ ਰਿਕੁਆਇਰਮੈਂਟ। ਦੈਨ ਅਸੀਂ ਪੜ੍ਹਿਆ ਸੀਗਾ ਸੈਕਸ਼ਨ 15, ਵੈਰੀ ਇੰਪੋਰਟੈਂਟ ਸੈਕਸ਼ਨ ਹੈ ਜੀ, ਸੌਰੀ ਰੂਲ 15
ਵੈਰੀ ਇੰਪੋਰਟੈਂਟ ਰੂਲ ਹੈਗਾ ਮੈਟਰਸ ਟੂ ਬੀ ਕੰਸੀਡਰਡ ਇਨ ਦਾ ਫਸਟ ਅਪਾਇੰਟਮੈਂਟ। ਜਦੋਂ ਪਹਿਲੇ ਦੇਖੋ ਇੱਥੇ ਤੁਸੀਂ ਕਨਫਿਊਜ਼ ਨਹੀਂ ਹੋਣਾ, ਇੱਥੇ ਫਸਟ ਵਰਡ ਯੂਜ਼ ਕੀਤਾ ਗਿਆ ਹੈ, ਫਸਟ ਅਪਾਇੰਟਮੈਂਟ। ਦੂਸਰਾ ਜਿਹੜਾ ਹੈਗਾ ਰੂਲ 16 ਹੈਗਾ ਮੈਟਰਸ ਟੂ ਬੀ ਕੰਸੀਡਰਡ ਇਨ ਦਾ ਅਪਾਇੰਟਮੈਂਟ ਆਫ ਸਕਸੈਸਰ। ਇੱਥੇ ਕਨਫਿਊਜ਼ ਨਹੀਂ ਹੋਣਾ, ਤੁਸੀਂ ਜਦੋਂ ਤੁਹਾਨੂੰ ਫਸਟ ਅਪਾਇੰਟਮੈਂਟ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਿਹੜੇ ਕਿਹੜੇ ਮੈਟਰਸ ਤੁਸੀਂ ਕੰਸੀਡਰ ਕਰਨੇ ਨੇ। ਫਸਟ ਅਪਾਇੰਟਮੈਂਟ ਦੇ ਰੂਲ 15 ਡੀਲ ਕਰਦਾ ਹੈਗਾ। ਸਰ ਇੱਕ ਮਿੰਟ ਜੀ, ਜੀ ਜਿਸ ਤਰ੍ਹਾਂ ਐਕਟ ਦੇ ਵਿੱਚ ਸੈਕਸ਼ਨ ਹੁੰਦੇ ਆ, ਰੂਲਸ ਦੇ ਵਿੱਚ ਵੀ ਇਹ ਸੈਕਸ਼ਨ ਹੀ ਗਿਣੇ ਜਾਣਗੇ? ਨਹੀਂ, ਰੂਲ ਗਿਣੇ ਜਾਣਗੇ। ਰੂਲ ਨੰਬਰ 1, ਰੂਲ ਨੰਬਰ 2, ਰੂਲ ਨੰਬਰ 3, ਅੱਗੇ ਸਬ ਰੂਲ ਆ ਜਾਏਗਾ। ਸਬ ਰੂਲ ਤੋਂ ਬਾਅਦ ਕੀ ਕਲਾਜ਼ ਆ ਜਾਏਗੀ, ਰੂਲ ਸਬ ਰੂਲ ਦੈਨ ਕਲਾਜ਼। ਜਿਹਦੇ ਵਿੱਚ ਅਕਸਰ ਲਿਖਾਂਗੇ ਸਰ, ਕਿਵੇਂ ਲਿਖਾਂਗੇ ਜੀ? ਕਿਸ ਚੀਜ਼ ਦਾ? ਜਦੋਂ ਰੂਲ ਦੇ ਵਿੱਚੋਂ ਕੁਐਸਚਨ ਆ ਗਿਆ ਜੀ ਸਰ ਕੋਈ, ਹਾਂ ਪਹਿਲਾਂ ਅਸੀਂ ਪੰਜਾਬ ਲੈਟਰ ਰੂਲ 1909 ਪਾ ਕੇ ਫਿਰ ਲਿਖਾਂਗੇ ਰੂਲ ਇੰਨਾ 1909 ਰੂਲ ਲਿਖਣਾ ਸਰ। ਜੋ ਹਾਂ ਰੂਲ ਨੰਬਰ ਇੰਨਾ, ਜਿਹੜੇ ਰੂਲ ਨਾਲ ਸੰਬੰਧਿਤ ਕੁਐਸਚਨ ਹੈਗਾ ਰੂਲ ਨੰਬਰ ਜਿਵੇਂ 14 ਹੈ, ਅਸੀਂ 14 ਦੀ ਗੱਲ ਕਰਦੇ ਹਾਂ, ਜਿਵੇਂ ਰੂਲ ਨੰਬਰ 14 ਲਿਖ ਦਿੱਤਾ। ਜੇ ਕੁਐਸਚਨ ਤੁਹਾਡਾ ਰੂਲ ਨੰਬਰ 14 ਦੇ ਵਿੱਚ ਕੱਲਾ 1 ਦੇ ਨਾਲ ਡੀਲ ਕਰਦਾ ਹੈ, ਸਬ ਰੂਲ 1 ਦੇ ਨਾਲ ਡੀਲ ਕਰਦਾ ਹੈ, ਫਿਰ ਅਸੀਂ ਉਹਦੀ ਬ੍ਰੈਕਟ ਵਿੱਚ ਪਾ ਦਾਂਗੇ 1 ਬ੍ਰੈਕਟ ਪਾ ਕੇ। ਸਬ ਰੂਲ ਲਿਖਣ ਦੀ ਲੋੜ ਨਹੀਂ ਹੈ, ਰੂਲ 14 ਬ੍ਰੈਕਟ ਦੇ ਵਿੱਚ 1। ਜੇ ਦੋ ਨਾਲ ਕੰਸੀਡਰ ਕਰਦਾ ਜਿਹੜਾ ਕੁਐਸਚਨ ਹੈ ਤੁਹਾਡਾ ਸਬ ਰੂਲ 2 ਦੇ ਨਾਲ ਸੰਬੰਧਿਤ ਹੈਗਾ ਤਾਂ ਤੁਸੀਂ ਰੂਲ 14 ਤੇ ਉਹਦੇ ਬ੍ਰੈਕਟ ਵਿੱਚ ਪਾ ਕੇ ਇਹ ਦੋ ਪਾ ਦੋਗੇ ਜਿਵੇਂ ਪਾਇਆ ਹੋਇਆ ਹੈਗਾ। ਸਰ ਕਿ ਇਹ ਪੰਜਾਬ ਬੋਰਡ ਹੈ ਹੈ ਜੀ ਕੀ ਕਹਿ ਰਹੇ ਜਸਵਿੰਦਰ? ਬੋਲੋ ਦੁਬਾਰਾ ਬੋਲੋ, ਕੀ ਕਹਿ ਰਹੇ ਹੋ? ਯਾਰ ਲੋਕ ਭਾਲੀਆ ਐਕਟ 1887 ਦੇ ਰੂਲ ਨੰਬਰ 14 ਜੀ ਹਾਂ ਲਿਖ ਦੋ ਤਾਂ ਵੀ ਠੀਕ ਹੈ। ਪੰਜਾਬ ਲੈਂਡ ਰੈਵਨਿਊ ਰੂਲ ਲਿਖ ਦੋ 1909 ਤਾਂ ਵੀ ਠੀਕ ਹੈਗਾ। ਪੰਜਾਬ ਭੂ ਮਾਲੀਆ ਐਕਟ ਦੇ ਰੂਲ, ਪੰਜਾਬ ਭੂ ਮਾਲੀਆ ਐਕਟ 1887 ਦੇ ਰੂਲ 1909 ਤਾਂ ਵੀ ਲਿਖ ਦੋ, ਇੱਕੋ ਗੱਲ ਹੈਗੀ ਹੈ, ਇਹ ਕੋਈ ਫਰਕ ਨਹੀਂ ਹੈਗਾ। ਨੈਕਸਟ ਆਪਾਂ ਪੜ੍ਹ ਰਹੇ ਸੀ ਮੈਟਰਸ ਟੂ ਬੀ ਕੰਸੀਡਰਡ ਇਨ ਦਾ ਫਸਟ ਅਮੈਂਡਮੈਂਟ। ਕਿਹੜੇ ਕਿਹੜੇ ਮੈਟਰਸ ਦੇਖਣੇ ਹੁੰਦੇ ਨੇ ਜਦੋਂ ਦੇਖੋ ਇਨੀਸ਼ੀਅਲ ਸਟੇਜ ਹੁੰਦੀ ਹੈ। ਆਪਾਂ ਗੱਲ ਕਰ ਰਹੇ ਸੀ ਵੀ ਜਦੋਂ ਤੁਹਾਡੇ ਕੋਲੇ ਕੋਈ ਨੰਬਰਦਾਰੀ 2 ਜਾਂ 2 ਤੋਂ ਵੱਧ ਤੁਹਾਡੇ ਕੋਲੇ ਐਪਲੀਕੇਸ਼ਨਸ ਆ ਜਾਂਦੀਆਂ ਨੇ, ਇਨੀਸ਼ੀਅਲ ਸਟੇਜ ਦੀ ਜਿਹੜੀ ਨੰਬਰਦਾਰੀ ਦੀ ਵੈਕੈਂਸੀ ਦੀ ਭਰਨ ਦੀ ਕਾਰਵਾਈ ਸਟਾਰਟ ਹੁੰਦੀ ਹੈ, ਉਹ ਸਟਾਰਟ ਹੁੰਦੀ ਹੈ ਨੈਬਸੀਦਾਰ ਜਾਂ ਤਹਿਸੀਲਦਾਰ ਤੋਂ। ਠੀਕ ਹੈ ਜੀ, ਸਭ ਤੋਂ ਪਹਿਲੀ ਕੋਰਟ ਹੈਗੀ ਹੈ, ਸਭ ਤੋਂ ਪਹਿਲੀ ਅਦਾਲਤ ਹੈਗੀ ਹੈ ਤੁਹਾਡੀ ਰੈਵਨਿਊ ਆਫੀਸਰ ਦੀ, ਜਿੱਥੋਂ ਨੰਬਰਦਾਰ ਨੂੰ ਅਸੀਂ ਰਿਕਮੈਂਡ ਕਰਦੇ ਹਾਂ। ਨੈਬਸੀਦਾਰ ਨੇ ਜਾਂ ਤਹਿਸੀਲਦਾਰ ਨੇ ਨੰਬਰਦਾਰ ਨੂੰ ਰਿਕਮੈਂਡ ਕਰਨਾ ਹੁੰਦਾ ਹੈ। ਤੁਹਾਡੇ ਕੋਲੇ ਮੰਨ ਲਓ 2 ਜਾਂ 2 ਤੋਂ ਵੱਧ ਐਪਲੀਕੇਸ਼ਨਸ ਆ ਗਈਆਂ ਨੰਬਰਦਾਰੀ ਦੀ ਵੈਕੈਂਸੀ ਉਹਦੇ ਲਈ ਅਪਾਇੰਟਮੈਂਟ ਦੇ ਲਈ, ਤਾਂ ਤੁਸੀਂ ਕੀ ਕਰਨਾ ਹੈਗਾ, ਕੀ ਦੇਖਣਾ ਹੈਗਾ? ਸਭ ਤੋਂ ਪਹਿਲਾਂ ਦੇਖੋ ਇਨ ਪ੍ਰੈਕਟੀਕਲ ਅਸੀਂ ਦੇਖਦੇ ਹੁੰਦੇ ਆ ਵੀ ਉਸ ਸਾਰੇ ਬੰਦਿਆਂ ਦਾ ਜਿਹੜਾ ਹੈਗਾ ਕਰੈਕਟਰ ਵੈਰੀਫਾਈ ਕਰਵਾਇਆ ਜਾਵੇ ਪੁਲਿਸ ਡਿਪਾਰਟਮੈਂਟ ਤੋਂ। ਠੀਕ ਹੈ ਜੀ, ਕਰੈਕਟਰ ਵੈਰੀਫਾਈ ਹੋ ਕੇ ਆ ਗਿਆ, ਜਿੱਦਾਂ ਕਿਸੇ ਦਾ ਕਰੈਕਟਰ ਹੀ ਬੇਕਾਰ ਹੈਗਾ, ਗਲਤ ਹੈਗਾ, ਫਿਰ ਤਾਂ ਅਸੀਂ ਉਹਨੂੰ ਕੰਸੀਡਰ ਨਹੀਂ ਕਰਨਾ ਹੈਗਾ। ਦੈਨ ਫਿਰ ਅਸੀਂ ਜਿਹੜੇ ਕੰਸੀਡਰ ਕਰਨਾ ਹੈ ਤਾਂ ਅਸੀਂ ਕਿਹੜੇ ਕਿਹੜੇ ਪੁਆਇੰਟਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸੇ ਵੀ ਪਾਰਟਿਕੂਲਰ ਨੰਬਰ ਨੂੰ ਅਸੀਂ ਯੋਗ ਸਮਝਦੇ ਹਾਂ ਉਹਦਾ ਨਾਮ ਰਿਕਮੈਂਡ ਕਰਨਾ ਹੁੰਦਾ ਹੈ ਅਸੀਂ ਫਰਦਰ ਅੱਗੇ ਕਲੈਕਟਰ ਨੂੰ। ਉਹ 'ਚ ਕਿਹੜੇ ਕਿਹੜੇ ਪੁਆਇੰਟ ਦੇਖਣੇ ਹੁੰਦੇ ਨੇ? ਸਭ ਤੋਂ ਪਹਿਲਾਂ ਦੇਖਣਾ ਹੁੰਦਾ ਉਹਦਾ ਹੈਰੀਡਿਟਰੀ ਪੁਆਇੰਟ, ਵੀ ਕੀ ਇਸ ਪਰਿਵਾਰ ਦੇ ਵਿੱਚ ਕੋਈ ਪਹਿਲਾਂ ਨੰਬਰਦਾਰ ਰਿਹਾ। ਠੀਕ ਹੈ, ਇੱਕ ਇਹ ਪੁਆਇੰਟ ਨੂੰ ਅਸੀਂ ਕੰਸੀਡਰ ਕਰਾਂਗੇ। ਦੂਸਰਾ ਪੁਆਇੰਟ ਕੀ ਹੁੰਦਾ? ਪ੍ਰਾਪਰਟੀ, ਵੀ ਜਿਹੜੇ ਨੰਬਰਦਾਰ ਨੂੰ ਅਸੀਂ ਬਣਾਉਣਾ ਚਾਹੁੰਦੇ ਹਾਂ ਨੰਬਰਦਾਰ, ਕੀ ਉਹਦੇ ਕੋਲੇ ਕੋਈ ਇਦਾਂ ਦੀ ਪ੍ਰਾਪਰਟੀ ਜ਼ਮੀਨ ਜਾਇਦਾਦ ਹੈਗੀ ਹੈ। ਜੇ ਕੱਲ ਨੂੰ ਉਹ ਮਾਮਲਾ ਇਕੱਠਾ ਕਰੇਗਾ ਤੇ ਮਾਮਲਾ ਇਕੱਠਾ ਕਰਕੇ ਪਰ ਚਾਂਸ ਕਿਸੇ ਕਾਰਨ ਉਹ ਮਾਮਲਾ ਜਮ੍ਹਾਂ ਨਾ ਕਰਵਾ ਸਕੇ, ਕੀ ਸਰਕਾਰ ਉਹਦੀ ਕਿਸੇ ਪ੍ਰਾਪਰਟੀ ਤੋਂ ਰਿਕਵਰੀ ਕਰ ਸਕਦੀ ਹੈ? ਉਹਦੇ ਕੋਲ ਪ੍ਰਾਪਰਟੀ ਕਿੰਨੀ ਹੈ, ਵੱਧ ਹੈ, ਘੱਟ ਹੈ, ਕਿਹੜੇ ਕਿੰਨੇ ਕੈਂਡੀਡੇਟ ਨੇ, ਕਿਹਦੇ ਕੋਲ ਪ੍ਰਾਪਰਟੀ ਜ਼ਿਆਦਾ ਹੈ, ਕਿਹਦੇ ਕੋਲ ਪ੍ਰਾਪਰਟੀ ਘੱਟ ਹੈ। ਇਹ ਵੀ ਇੱਕ ਜਿਹੜਾ ਪੁਆਇੰਟ ਹੈਗਾ, ਇਹਨੂੰ ਵੀ ਅਸੀਂ ਕੰਸੀਡਰ ਕਰਾਂਗੇ। ਥਰਡ ਪੁਆਇੰਟ ਕੀ ਹੈ? ਥਰਡ ਪੁਆਇੰਟ ਹੈਗਾ ਸਰਵਿਸ ਰੈਂਡਰਡ ਟੂ ਦਾ ਗਵਰਨਮੈਂਟ ਬਾਈ ਹਿਮ ਔਰ ਬਾਈ ਹਿਸ ਫੈਮਿਲੀ, ਵੀ ਉਹਦੇ ਵੱਲੋਂ ਜਾਂ ਉਹਦੇ ਕਿਸੇ ਪਰਿਵਾਰ ਵੱਲੋਂ ਕੀ ਸਰਕਾਰੀ ਨੂੰ ਹੈਲਪ ਕਰਨ ਦੀ ਖਾਤਰ ਕੋਈ ਕੰਮ ਕਰੇ ਜਾਂਦੇ ਨੇ, ਜਾਂ ਸਿਰਫ ਆਪਦੇ ਆਪ ਦੇ ਨਾਲ ਹੀ ਮਤਲਬ ਹੈ ਉਹਦਾ ਕਿ ਗਵਰਨਮੈਂਟ ਦੇ ਕੰਮਾਂ ਦੇ ਵਿੱਚ ਕੋਈ ਕੰਮਕਾਰ ਦੇ ਵਿੱਚ ਕੋਈ ਸਹਾਇਤਾ ਕਰਦਾ ਸਰਕਾਰ ਦੀ, ਜਾਂ ਉਹਦਾ ਪਰਿਵਾਰ ਦਾ ਮੈਂਬਰ ਕੋਈ ਲੱਗਿਆ ਹੋਇਆ ਹੈਗਾ ਸਰਕਾਰ ਦੇ ਕੰਮਾਂ 'ਚ ਮਾੜੀ ਮੋਟੀ ਹੈਲਪ ਕਰਦਾ ਹੈ, ਜਿਵੇਂ ਕਿ ਪਰਿਵਾਰੀ ਹਲਕਾਂ ਨੂੰ ਜਾਂ ਕਿਸੇ ਕੋਈ ਗਵਰਨਮੈਂਟ ਆਫਿਸਰਸ ਕੋਈ ਜਾਂਦਾ, ਕੋਈ ਹੋਰ ਡਿਪਾਰਟਮੈਂਟ ਵੱਖਰੇ ਵੱਖਰੇ ਹੁੰਦੇ ਆ, ਕਿਸੇ ਵੀ ਡਿਪਾਰਟਮੈਂਟ ਦੇ ਨਾਲ ਕੋਈ ਸੇਵਾਵਾਂ ਨਿਭਾਉਂਦਾ ਹੈਗਾ। ਇਹ ਜਿਹੜਾ ਪੁਆਇੰਟ ਹੈ ਇਹ ਵੀ ਦੇਖਿਆ ਜਾਏਗਾ। ਠੀਕ ਹੈ ਜੀ, ਉਹਦੀ ਜਦੋਂ ਅਸੀਂ ਨਾਮ ਰਿਕਮੈਂਡ ਕਰਨਾ ਹੈ। ਫਿਰ ਇੱਕ ਪੁਆਇੰਟ ਹੈਗਾ ਸਟਰੈਂਥ ਆਫ ਦਾ ਕਮਿਊਨਿਟੀ, ਜਿਸ ਕਮਿਊਨਿਟੀ ਦੇ ਨਾਲ ਉਹ ਬੰਦਾ ਸੰਬੰਧਿਤ ਹੈਗਾ ਉਸ ਕਮਿਊਨਿਟੀ ਦੀ ਉਸ ਪਿੰਡ ਦੇ ਵਿੱਚ ਕਿੰਨੀ ਕੁ ਸਟਰੈਂਥ ਹੈ ਤੇ ਕਿੰਨੀ ਕੁ ਉਹਦੀ ਇੰਪੋਰਟੈਂਸ ਹੈਗੀ ਉਸ ਆਪਣੀ ਕਮਿਊਨਿਟੀ ਦੀ ਜਿਸ ਕਮਿਊਨਿਟੀ ਨਾਲ ਉਹ ਸੰਬੰਧ ਰੱਖਦਾ ਹੈਗਾ। ਫਿਰ ਇੱਕ ਪੁਆਇੰਟ ਇਹ ਦੇਖਿਆ ਜਾਏਗਾ ਵੀ ਸਰਵਿਸ
ਕਿ ਉਹਨੇ ਜਦੋਂ ਫ੍ਰੀ ਆਫ ਇੰਡੀਆ ਇੰਡੀਪੈਂਡੈਂਟ ਜਦੋਂ ਇੰਡੀਆ ਹੋਇਆ ਹੈਗਾ ਕਿ ਨੈਸ਼ਨਲ ਮੂਵਮੈਂਟਸ ਚੱਲੀਆਂ ਨੇ, ਨੈਸ਼ਨਲ ਮੂਵਮੈਂਟਸ ਦੇ ਵਿੱਚ ਕੀ ਉਸਨੇ ਜਾਂ ਉਹਦੇ ਪਰਿਵਾਰ ਦੇ ਕਿਸੇ ਮੈਂਬਰ ਨੇ, ਉਹਦੇ ਦਾਦੇ ਨੇ, ਪੜਦਾਦੇ ਨੇ, ਜਾਂ ਉਹਦੇ ਫਾਦਰ ਨੇ ਕੋਈ ਰੋਲ ਅਦਾ ਕੀਤਾ ਹੈ, ਠੀਕ ਹੈ। ਫਿਰ ਉਹਦਾ ਕੀ ਹੈ, ਇਹ ਵੀ ਦੇਖਿਆ ਜਾਏਗਾ ਵੀ ਉਹਦਾ ਕਰੈਕਟਰ ਕਿਹੋ ਜਿਹਾ, ਉਹਦਾ ਆਪਦਾ ਇਨਫਲੂਐਂਸ ਕਿਹੋ ਜਿਹਾ, ਕਰੈਕਟਰ ਕਿਹੋ ਜਿਹਾ, ਐਬਿਲਿਟੀ ਕੀ ਜੀ ਉਹਦੀ, ਕੀ ਯੋਗ ਹੈਗਾ ਇਹ ਕੰਮ ਕਰਦੇ ਜਿਸ ਕੰਮ ਲਈ ਮੈਂ ਇਸਨੂੰ ਮਤਲਬ ਨਿਯੁਕਤੀ ਕਰਨੀ ਚਾਹੁੰਦਾ। ਇਹ ਜਿਹੜੇ ਪੁਆਇੰਟ 6-7 ਪੁਆਇੰਟ ਹੈਗੇ ਆ, ਇਹ ਅਸੀਂ ਕੰਸੀਡਰ ਕਰਾਂਗੇ ਜਦੋਂ ਕਿਸੇ ਦਾ ਨਾਮ ਐਜ਼ ਏ ਨੰਬਰਦਾਰ ਅਸੀਂ ਫਾਰਵਰਡ ਕਰਨਾ ਹੈਗਾ। ਮਤਲਬ ਜਿਸ ਅੱਗੇ ਤੁਸੀਂ ਪਰਸਨੈਲਿਟੀ ਹੈ, ਸਭ ਕੁਝ ਦੇਖਣਾ ਹੈਗਾ। ਜਦੋਂ ਤੁਸੀਂ ਕਮੈਂਟ ਤੁਹਾਡੇ ਕੋਲ 2 ਜਾਂ 2 ਤੋਂ ਵੱਧ ਐਪਲੀਕੇਸ਼ਨਾਂ ਆ ਜਾਂਦੀਆਂ ਨੇ, ਤੁਸੀਂ ਇਹਨਾਂ ਪੁਆਇੰਟਸ ਨੂੰ ਮੰਦੇ ਨਜ਼ਰ ਰੱਖਦੇ ਹੋਏ ਉਸ ਵਿਅਕਤੀ ਦਾ ਜਿਹੜਾ ਨਾਮ ਹੈਗਾ ਫਰਦਰ ਅਪਾਇੰਟਮੈਂਟ ਦੇ ਲਈ ਕਲੈਕਟਰ ਨੂੰ ਰეკਮੈਂਡ ਕਰੋਗੇ। ਦੈਨ ਅਗੇਨ ਰੂਲ 16 ਡਿਸਮਿਸਲ ਆਫ ਦਾ ਹੈਡਮੈਨ। ਨੰਬਰਦਾਰ ਨੂੰ ਕਿਹੜੇ ਕਾਰਨ ਇਹੋ ਜਿਹੇ ਹੈਗੇ ਜਿਹਦੇ ਬੇਸਿਸ ਤੇ ਉਸ ਨੂੰ ਡਿਸਮਿਸ ਕੀਤਾ ਜਾ ਸਕਦਾ ਹੈ? 2 ਤਰ੍ਹਾਂ ਦੇ, ਇੱਕ ਤਾਂ ਪੱਕੇ ਕਾਰਨ ਹੈਗੇ, ਇੱਕ ਮੇਬੀ, ਇੱਕ ਦੇ ਜਿਹੜੀ ਡਿਸਕਸ਼ਨ ਪਾਵਰਸ ਹੁੰਦੀ ਹੈ, ਇੱਕ ਦੇ ਤੇ ਜਿਹੜਾ ਹੈਗਾ ਉਹਨੂੰ ਨੰਬਰਦਾਰ ਨੂੰ ਡਿਸਮਿਸ ਕਰ ਹੀ ਦੇਣਾ ਹੁੰਦਾ ਹੈਗਾ। ਜਿਹੜੇ ਪੁਆਇੰਟ ਹੈਗੇ ਉਹਦੇ ਵਿੱਚ ਕੀ ਹੈਗਾ, ਇੰਪ੍ਰਿਜ਼ਨਮੈਂਟ ਫॉर 1 ਈਅਰ, ਜੇ ਉਹਨੂੰ 1 ਸਾਲ ਦੀ ਜਾਂ 1 ਸਾਲ ਤੋਂ ਵੱਧ ਦੀ ਸਜ਼ਾ ਹੋ ਜਾਵੇ ਜਾਂ ਕੋਈ ਹੈਵੀਅਰ ਸੈਂਟੈਂਸ ਹੋ ਜਾਵੇ ਤਾਂ ਉਸ ਨੂੰ ਜਿਹੜਾ ਹੈਗਾ ਉਹਨੂੰ ਡਿਸਮਿਸ ਕੀਤਾ ਜਾਵੇਗਾ। ਫਿਰ ਕੀ ਪੁਆਇੰਟ ਸੀਗਾ, ਜੇ ਕੋਈ ਪ੍ਰਾਪਰਟੀ ਜਿਹਦੇ ਵਿੱਚ ਜ਼ਿਆਦਾਤਰ ਪ੍ਰਾਪਰਟੀ ਸਰਕਾਰ ਦੀ ਹੋਵੇ, ਕੋਈ ਪਿੰਡ ਹੈਗਾ, ਕੋਈ ਰੈਵਨਿਊ ਸਟੇਟ ਹੈਗੀ ਹੈ, ਜ਼ਿਆਦਾਤਰ ਪ੍ਰਾਪਰਟੀ ਸਰਕਾਰ ਦੀ ਹੋਵੇ, ਥੋੜੀ ਬਹੁਤੀ ਪ੍ਰਾਪਰਟੀ ਉਹਦੀ ਆਪਦੀ ਹੋਵੇ, ਤੇ ਉਹਦੀ ਉੱਥੇ ਇੰਟਰਸਟ ਜਿਹੜਾ ਹੈਗਾ ਉਹ ਵੀ ਖਤਮ ਹੋ ਜਾਵੇ, ਪ੍ਰਾਪਰਟੀ ਆਪਦੀ ਟ੍ਰਾਂਸਫਰ ਕਰ ਦੇਵੇ ਤੇ ਉਧਰ, ਤੇ ਉਹਦਾ ਆਪਦਾ ਇੰਟਰਸਟ ਹੀ ਖਤਮ ਹੋ ਜਾਵੇ, ਤਾਂ ਵੀ ਉਸ ਨੂੰ ਉੱਥੋਂ ਡਿਸਮਿਸ ਕੀਤਾ ਜਾ ਸਕਦਾ ਹੈ। ਥਰਡ ਪੁਆਇੰਟ ਹੈਗਾ ਸੀ ਸੀਜ਼ ਟੂ ਬੀ ਦ ਲੈਂਡ ਓਨਰ। ਜਿਸ ਜ਼ਮੀਨ ਦੇ ਆਧਾਰ ਤੇ, ਜਿਹੜੇ ਪੁਆਇੰਟ ਦੇ ਆਧਾਰ ਤੇ ਉਹ ਪਿੰਡ ਦਾ ਵਿੱਚ ਨੰਬਰਦਾਰ ਬਣਿਆ ਸੀਗਾ, ਉਹ ਜਿਹੜੀ ਜ਼ਮੀਨ ਹੈਗੀ ਆ ਉਹ ਸਾਰੀ ਸੇਲ ਕਰ ਚੁੱਕਾ ਹੋਵੇ, ਟ੍ਰਾਂਸਫਰ ਕਰ ਚੁੱਕਾ ਹੋਵੇ, ਤਦ ਵੀ ਉਸ ਨੂੰ ਜਿਹੜਾ ਹੈਗਾ ਡਿਸਮਿਸ ਕੀਤਾ ਜਾ ਸਕਦਾ ਹੈ। ਫਿਰ ਹੈਗਾ ਮੌਰਗੇਜ ਕਰ ਚੁੱਕਿਆ ਹੋਵੇ ਆਪਣੀ ਪ੍ਰਾਪਰਟੀ ਸਾਰੀ, ਮੌਰਗੇਜ ਕਰ ਚੁੱਕਿਆ ਹੋਵੇ ਵਿਦ ਪੋਜੈਸ਼ਨ, ਜਿੰਨੀ ਉਹਦੀ ਲੈਂਡ ਸੀਗੀ ਉਹ ਸਾਰੀ ਮੌਰਗੇਜ ਕਰ ਚੁੱਕਿਆ ਹੋਵੇ ਤੇ ਉਹਦਾ ਜਿਹੜਾ ਕਬਜ਼ਾ ਹੈਗਾ ਵੀ ਉਹ ਵੀ ਮੌਰਗੇਜ ਨੂੰ ਦੇ ਦਿੱਤਾ ਗਿਆ ਹੋਵੇ, ਤਦ ਵੀ ਉਹਨੂੰ ਡਿਸਮਿਸ ਕੀਤਾ ਜਾ ਸਕਦਾ ਹੈ। ਜਾਂ ਫਿਰ ਉਹਦੀ ਜਿਹੜੀ ਲੈਂਡ ਹੈਗੀ ਹੈ ਸੈਕਸ਼ਨ 71 ਅਸੀਂ ਪਿੱਛੇ ਪੜ੍ਹ ਕੇ ਗਏ ਸੀਗੇ, ਲੈਂਡ ਰਿਕਵਰੀ ਆਫ ਏਰੀਆਜ਼ ਆਫ ਦਾ ਲੈਂਡ ਰੈਵਨਿਊ, ਠੀਕ ਹੈ। ਉਹਦੇ ਜਿਹੜੇ ਸੈਕਸ਼ਨ ਸੀਗੇ ਉਹਦੇ ਵਿੱਚ 71 ਸੈਕਸ਼ਨ ਹੈ, 73 ਸੈਕਸ਼ਨ ਹੈ। 71 ਸੈਕਸ਼ਨ 'ਚ ਇਹ ਹੈ ਵੀ ਜਦੋਂ ਕੋਈ ਡਿਫਾਲਟਰ ਹੋ ਜਾਂਦਾ ਹੈ, ਮੰਨ ਲਓ ਨੰਬਰਦਾਰ ਡਿਫਾਲਟਰ ਹੋ ਗਿਆ, ਡਿਫਾਲਟਰ ਹੋਣ ਦੇ ਕਾਰਨ ਉਹਦੀ ਜਿਹੜੀ ਲੈਂਡ ਹੈਗੀ ਆ ਉਹ ਕਿਸੇ ਨਾਲ ਦੇ ਖੇਤ ਵਾਲੇ ਮਾਲਕ ਨੂੰ ਟ੍ਰਾਂਸਫਰ ਕਰ ਦਿੱਤੀ ਫਾਰ ਦਾ ਪਰਪਸ ਟੂ ਰਿਕਵਰੀ ਆਫ ਦਾ ਲੈਂਡ ਰੈਵਨਿਊ। ਜਾਂ ਫਿਰ ਉਹਦੀ ਜਿਹੜੀ ਲੈਂਡ ਸੀਗੀ ਉਹ ਉਹਨੇ ਸਾਰੇ ਸੋਰਸਸ ਰੈਵਨਿਊ ਆਫਿਸਰ ਨੇ ਬਣਾ ਕੇ ਦੇਖ ਲਏ, ਪਰ ਫਿਰ ਵੀ ਉਸਨੇ ਜਿਹੜੀ ਰਿਕਵਰੀ ਨਹੀਂ ਦਿੱਤੀ, ਤਾਂ ਉਹਦੀ ਲੈਂਡ ਦੀ ਅਸੈਸਮੈਂਟ ਹੋਈ ਵੀ ਸੀ ਉਹ ਅਨਲ ਹੋ ਚੁੱਕੀ ਸੈਕਸ਼ਨ 73 ਦੇ ਤਹਿਤ। ਜੇ ਲੈਂਡ ਅਸੈਸਮੈਂਟ ਅਨਲਮੈਂਟ ਹੋ ਚੁੱਕੀ ਹੋਵੇ ਅਸੈਸਮੈਂਟ ਦੀ, ਤਦ ਵੀ ਜਿਹੜੀ ਉਹਦੀ ਹੈਗੀ ਹੈ ਨੰਬਰਦਾਰ ਦੀ ਜਿਹੜੀ ਨੰਬਰਦਾਰੀ ਹੈ ਉਸ ਨੂੰ ਡਿਸਮਿਸ ਕੀਤਾ ਜਾ ਸਕਦਾ ਹੈ। ਫਿਰ ਕੁਝ ਪੁਆਇੰਟ ਆ ਜਾਂਦੇ ਨੇ ਮੇ ਬੀ ਡਿਸਮਿਸ। ਨੰਬਰਦਾਰ ਨੂੰ ਕੁਝ ਕਾਰਨ ਐਸੇ ਹੈਗੇ ਆ ਜਿਹਦੇ ਵਿੱਚ ਮਰਜ਼ੀ ਹੋ ਜਾਂਦੀ, ਡਿਸਕ੍ਰਿਸ਼ਨ ਪਾਵਰ ਆ ਜਾਂਦੀ ਕਲੈਕਟਰ ਦੀ ਵੀ ਉਹਨੂੰ ਡਿਸਮਿਸ ਕੀਤਾ ਜਾ ਸਕਦਾ ਜਾਂ ਨਹੀਂ ਵੀ ਕੀਤਾ ਸਕਦਾ। ਇੱਕ ਤਾਂ ਪੁਆਇੰਟ ਹੈ ਕਿ ਕ੍ਰਿਮੀਨਲ ਕਾਰਵਾਈ ਉਹਦੇ ਖਿਲਾਫ ਚੱਲ ਰਹੀ ਹੋਵੇ, ਕੋਈ ਕ੍ਰਿਮੀਨਲ ਕਾਰਵਾਈ ਚੱਲਦੀ ਹੋਵੇ, ਪ੍ਰੋਸੀਡਿੰਗ ਚੱਲਦੀਆਂ ਹੋਣ, ਤੇ ਜਿੱਥੇ ਲੱਗੇ ਰੈਵਨਿਊ ਏਜੰਸੀ ਨੂੰ, ਪਟਵਾਰੀ ਹਲਕਾ, ਕਾਨੂੰਗੋ ਹਲਕਾ, ਰੈਵਨਿਊ ਤਹਿਸੀਲਦਾਰ ਨੂੰ ਇਹ ਲੱਗੇ ਵੀ ਹੁਣ ਇਹ ਜਿਹੜਾ ਵਿਅਕਤੀ ਹੈਗਾ ਇਹ ਨੰਬਰਦਾਰ ਦੇ ਯੋਗ ਨਹੀਂ ਹੈਗਾ ਤੇ ਇਹਦੀਆਂ ਇਹ ਸੇਵਾਵਾਂ ਹੁਣ ਸਾਨੂੰ ਹੈਲਪ ਨਹੀਂ ਕਰ ਰਿਹਾ ਕਿਸੇ ਵੀ ਤਰੀਕੇ ਦੇ ਨਾਲ, ਤੇ ਇਹਦੇ ਖਿਲਾਫ ਜਿਹੜੀ ਹੈ ਕ੍ਰਿਮੀਨਲ ਪ੍ਰੋਸੀਡਿੰਗ ਚੱਲ ਰਹੀ ਹੈ, ਇਹ ਉੱਧਰ ਹੀ ਉਲਝਿਆ ਹੋਇਆ ਹੈਗਾ, ਤੇ ਉਹਦੀ ਜਿਹੜੀ ਡਿਸਮਿਸ ਕੀਤੀ ਜਾ ਸਕਦੀ ਹੈ। ਜਾਂ ਫਿਰ ਉਹਦੇ ਤੇ ਇੰਨਾ ਕਰਜ਼ਾ ਹੋ ਜਾਵੇ ਕਿ ਉਹ ਕਰਜ਼ਈ ਹੋ ਜਾਵੇ, ਕਰਜ਼ਈ ਹੋ ਕੇ ਜਾਣੀ ਕਿ ਉਹਦੀ ਜਿਹੜੀ ਪੋਜੀਸ਼ਨ ਹੈ, ਇਕਨੋਮਿਕਲ ਪੋਜੀਸ਼ਨ ਹੈ, ਬਹੁਤ ਮਾੜੀ ਹੋ ਜਾਵੇ, ਤਾਂ ਉਸ ਬੇਸ ਤੇ ਵੀ ਉਸ ਨੂੰ ਅਸੀਂ ਜਿਹੜਾ ਹੈਗਾ ਰੈਵਨਿਊ ਡਿਪਾਰਟਮੈਂਟ ਡਿਸਮਿਸ ਕੀਤਾ ਜਾ ਸਕਦਾ ਹੈ। ਤੇ ਜਾਂ ਫਿਰ ਉਹਦੀ ਏਜ ਇੰਨੀ ਹੋ ਚੁੱਕੀ ਹੋ, ਬਜ਼ੁਰਗ ਹੋ ਚੁੱਕਾ ਹੋਵੇ, ਠੀਕ ਹੈ, ਮੈਂਟਲੀ ਤੌਰ ਤੇ, ਫਿਜ਼ੀਕਲ ਤੌਰ ਤੇ ਫਿੱਟ ਨਾ ਰਿਹਾ ਹੋਵੇ, ਕੰਮ ਕਰਨ ਦੇ ਯੋਗ ਨਾ ਰਿਹਾ ਹੋਵੇ, ਜ਼ਰੂਰਤ ਵੇਲੇ ਉਹ ਕੰਮ ਨਾ ਆ ਸਕਦਾ ਹੋਵੇ, ਕਿਸੇ ਵੀ ਨੰਬਰਦਾਰ ਦੀਆਂ ਜਿਹੜੀਆਂ ਡਿਊਟੀਜ਼ ਹੈਗੀਆਂ ਰੂਲ 20 ਦੇ ਵਿੱਚ ਜੋ ਡਿਊਟੀਜ਼ ਨੰਬਰਦਾਰ ਦੀਆਂ ਦਿੱਤੀਆਂ ਹੋਈਆਂ ਨੇ ਉਹ ਡਿਊਟੀਆਂ ਨਿਭਾਉਣ ਦੇ ਵਿੱਚ ਸਮਰਥ ਨਾ ਰਿਹਾ ਹੋਵੇ, ਠੀਕ ਹੈ, ਤਦ ਵੀ ਉਸ ਨੂੰ ਡਿਸਮਿਸ ਕੀਤਾ ਜਾ ਸਕਦਾ ਹੈ। ਜਾਂ ਫਿਰ ਇੱਕ ਪੁਆਇੰਟ ਇਹ ਹੈ, ਇੰਪੋਰਟੈਂਟ ਪੁਆਇੰਟ ਹੈ, ਉਹ ਸਮਗਲਿੰਗ ਦੇ ਚੱਕਰ 'ਚ ਪੈ ਗਿਆ ਹੋਵੇ, ਸਮਗਲਿੰਗ ਕਰਨ ਲੱਗ ਗਿਆ ਹੋਵੇ, ਜਿਹੜੀਆਂ ਵੀ ਆਈਟਮਸ ਜਿਹੜੀਆਂ ਆਪਣਾ ਜਿਵੇਂ ਆਪਣਾ ਹੈਗਾ ਕੋਈ ਆਪਣੇ ਅਫੀਮ ਹੈ, ਚਰਸ ਹੈ, ਗਾਂਜਾ ਹੈ, ਭੁੱਕੀ ਹੈ, ਠੀਕ ਹੈ ਜੀ, ਸ਼ਰਾਬ ਦੀ ਡਿਸਟੀਲੇਸ਼ਨ ਫਰਜ਼ੀ ਨਕਲੀ ਸ਼ਰਾਬ ਬਣਾਉਣ ਲੱਗ ਗਿਆ ਹੋਵੇ, ਵੇਚਣ ਲੱਗ ਗਿਆ ਹੋਵੇ, ਠੀਕ ਹੈ ਜੀ,
ਕੋਈ ਜਿਹੜੇ ਸਿੰਥੈਟਿਕ ਨਸ਼ੇ ਹੈਗੇ ਆ ਉਹਦੇ ਵਪਾਰ 'ਚ ਪੈ ਗਿਆ ਹੋਵੇ ਤਾਂ ਵੀ ਉਸ ਨੂੰ ਜਿਹੜਾ ਹੈਗਾ ਡਿਊਟੀ ਤੋਂ ਡਿਸਮਿਸ ਕੀਤਾ ਜਾ ਸਕਦਾ ਹੈ। ਫਿਰ ਇੱਕ ਪੁਆਇੰਟ ਹੈਗਾ ਐਜੀਟੇਸ਼ਨਸ, ਕੋਈ ਅਨਕਨਸਟੀਟਿਊਸ਼ਨਲ ਐਜੀਟੇਸ਼ਨਸ ਕਰਨ ਲੱਗ ਗਿਆ ਹੋਵੇ ਸਰਕਾਰ ਦੇ ਖਿਲਾਫ। ਦੇਖੋ ਮੈਂ ਉਹੀ ਗੱਲ ਕਰਦੇ ਆ ਪਹਿਲਾਂ ਵੀ ਐਜੀਟੇਸ਼ਨ ਕਰਨ ਦਾ ਅਧਿਕਾਰ ਸਭ ਨੂੰ ਹੈਗਾ, ਸਾਡੇ ਸੰਵਿਧਾਨ ਵੱਲੋਂ ਦਿੱਤਾ ਗਿਆ ਹੈਗਾ, ਰਾਈਟ ਹੈ ਐਜੀਟੇਸ਼ਨ ਕਰਨਾ, ਪਰ ਅਨਕਨਸਟੀਟਿਊਸ਼ਨਲ ਜਿੱਥੇ ਗੈਰ ਸੰਵਿਧਾਨਕ ਐਜੀਟੇਸ਼ਨਸ ਹੁੰਦੀਆਂ ਨੇ ਉਹਨਾਂ 'ਚ ਪਾਰਟਿਸਿਪੇਟ ਕਰਨ ਲੱਗਿਆ ਹੋਵੇ ਤੇ ਸਰਕਾਰ ਨੂੰ ਲੋੜ ਵੇਲੇ ਲਾਅ ਐਂਡ ਆਰਡਰ ਨੂੰ ਜੇ ਸਰਕਾਰ ਨੇ ਮੇਨਟੇਨ ਕਰਨਾ ਹੁੰਦਾ, ਸਰਕਾਰ ਦੀ ਰਿਸਪੌਂਸਿਬਿਲਿਟੀ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤੇ ਜਾਣਾ। ਉੱਥੇ ਅਸੀਂ ਆਪਣੇ ਜਿਹੜੀ ਇਹ ਏਜੰਸੀ ਹੁੰਦੀ ਹੈ ਨੰਬਰਦਾਰ, ਸਰਪੰਚ ਵਗੈਰਾ, ਇਹਨਾਂ ਤੋਂ ਅਸੀਂ ਜਿਹੜੀਆਂ ਹੈਗੀਆਂ ਹੈਲਪ ਲੈਂਦੇ ਹਾਂ ਪਿੰਡਾਂ ਦੇ ਵਿੱਚ, ਤਾਂ ਉਹ ਹੈਲਪ ਦੇਣ ਤੋਂ ਹਟ ਗਿਆ ਹੋਵੇ। ਠੀਕ ਹੈ, ਦੈਨ ਕੀ ਹੈ, ਆਪਣੇ ਡਿਊਟੀਆਂ ਤੋਂ ਕੋਈ ਨੈਗਲੈਕਟ ਕਰਨ ਲੱਗ ਗਿਆ ਹੋਵੇ, ਆਪਣੀ ਡਿਊਟੀ ਕਰਨ ਤੋਂ ਇਗਨੋਰ ਮਾਰਨ ਲੱਗ ਗਿਆ ਹੋਵੇ, ਪਟਵਾਰੀ ਦੇ ਬੁਲਾਏ ਤੋਂ ਆਵੇ ਨਾ, ਤਹਿਸੀਲਦਾਰ ਦੇ ਬੁਲਾਏ ਤੋਂ ਆਵੇ ਨਾ, ਕੰਮ ਨਾ ਕਰੇ, ਮਾਮਲਾ ਨਾ ਇਕੱਠਾ ਕਰੇ, ਕਿਤੇ ਕੋਈ ਕੁਰਸੀਨਾਮਾ ਤਸਦੀਕ ਕਰਾਉਣ ਦੀ ਜ਼ਰੂਰਤ ਪੈਂਦੀ ਹੈ ਉਹ ਨਾ ਕਰੇ, ਮਤਲਬ ਆਪਣੀਆਂ ਡਿਊਟੀਆਂ ਕਰਨ ਤੋਂ ਇਗਨੋਰ ਮਾਰਨ ਲੱਗਿਆ ਹੋਵੇ, ਜਾਂ ਫਿਰ ਉਹਦੀ ਜਿਹੜੀ ਪ੍ਰਾਪਰਟੀ ਹੈ ਉਹ ਸਾਰੀ ਅਟੈਚ ਹੋ ਚੁੱਕੀ ਹੋਵੇ, ਸੈਕਸ਼ਨ 70 ਦੇ ਵਿੱਚ ਜਾਂ 72 ਦੇ ਵਿੱਚ ਉਹਦੀ ਪ੍ਰਾਪਰਟੀ ਅਟੈਚ ਹੋ ਚੁੱਕੀ ਹੋਵੇ, ਤਦ ਵੀ ਉਸ ਨੂੰ ਜਿਹੜਾ ਹੈਗਾ ਅਸੀਂ ਡਿਸਮਿਸ ਕਰ ਸਕਦੇ ਹਾਂ। ਠੀਕ ਹੈ ਜੀ। ਤਾਂ ਰੂਲ ਅੱਗੇ ਹੈਗਾ ਸੀ 19, ਰੂਲ 19 ਜੀ। ਰੂਲ ਸਾਹਿਬ ਨੂੰ ਇਕਵਾਟਰ ਕਾਹਦੇ ਪਾਉਣੇ ਪਏ ਜੀ, ਕੰਟਰੀ ਹੈ ਤੇ ਮਿਲਦੇ ਜੁਲਦੇ। ਕੀ ਕਹਿ ਰਹੇ ਹੋ? ਖਾਸ ਕੀ ਦੇ ਸੰਬੰਧ ਵਿੱਚ ਸਰ ਜਿਹੜੇ ਸਬ ਰੂਲ 1 ਤੇ 2 ਬਣਾਏ ਗਏ ਆ, ਹਾਂ ਇਹ ਸਭ ਕਿਉਂ ਬਣਾਉਣਾ ਪਿਆ? ਉਹ ਤਕਰੀਬਨ ਹੈ ਤਾਂ ਮਿਲਦੇ ਜੁਲਦੇ ਨੇ ਕਿਹੜਾ ਮਿਲਦਾ ਜੁਲਦਾ ਦੱਸੋ ਕਿਹੜਾ ਮਿਲਦਾ ਜੁਲਦਾ ਹੈ? ਦੇਖੋ ਜਿਹੜਾ ਰੂਲ 1 ਹੈ ਉਹ 'ਚ ਸਜ਼ਾ ਹੋ ਚੁੱਕੀ ਹੈ, ਸਜ਼ਾ ਅਨਾਉਂਸ ਹੋ ਚੁੱਕੀ ਹੈ। ਜਿਹੜਾ ਸਬ ਰੂਲ 2 ਹੈ ਉਹਦੇ 'ਚ ਸਜ਼ਾ ਨਹੀਂ ਕੋਈ ਹੋਈ, ਕ੍ਰਿਮੀਨਲ ਪ੍ਰੋਸੀਡਿੰਗ ਚੱਲ ਰਹੀਆਂ ਨੇ, ਫਾਈਨਲ ਆਰਡਰ ਹੋ ਚੁੱਕਿਆ, ਇਹ 'ਚ ਫਾਈਨਲ ਆਰਡਰ ਨਹੀਂ ਹੋਇਆ, ਇਹ 'ਚ ਜੇ ਪ੍ਰੋਸੀਡਿੰਗ ਚੱਲ ਰਹੀਆਂ ਨੇ, ਸਜ਼ਾ ਹੋਣੀ ਜਾਂ ਨਾ ਹੋਣੀ ਉਹ ਬਾਅਦ ਦੀ ਗੱਲ ਹੈ। ਹੋਰ ਦੱਸੋ ਕਿਹੜਾ ਪੁਆਇੰਟ ਹੈ? ਹਾਂਜੀ ਜ਼ਮੀਨ 20 ਪੁਆਇੰਟ ਜਿਹੜਾ ਮਲਕੀਤੀ ਜ਼ਮੀਨ ਨਾਲ ਸੰਬੰਧੀ ਹੈ ਜੀ। 20 ਪੁਆਇੰਟ ਹਾਂਜੀ ਸਰ, ਇਹ ਤਾਂ ਮਲਕੀਤੀ ਜ਼ਮੀਨ ਵੱਲੋਂ ਜੇ ਉਹ ਨਹੀਂ ਮਾਲਕ ਰਹਿੰਦਾ ਉੱਤੇ ਨਹੀਂ, ਇੱਥੇ ਇਹ ਜਿਹੜਾ 20 ਪੁਆਇੰਟ ਹੈ ਜਿਹੜਾ ਏ ਦੇ ਵਿੱਚ ਹੈਗਾ, ਜਿਹੜਾ 1 ਦੇ ਵਿੱਚ ਹੈਗਾ ਉਹ ਹੈਗਾ ਵੀ ਮਾਲਕ ਨਹੀਂ ਰਿਹਾ, ਜਿਹੜਾ ਸਬ ਰੂਲ 2 ਦੇ ਵਿੱਚ ਹੈ ਉਹਦੇ ਚ ਕਰਜ਼ੇ ਨਾਲ ਸੰਬੰਧਿਤ ਹੈਗਾ, ਵੀ ਉਹ ਸਿਲਸਿਲੀ ਤੌਰ ਤੇ ਵਿਰਾਸਤ ਹੋ ਗਿਆ ਹੋਵੇ, ਉਹਦੇ ਤੇ ਕਰਜ਼ਾ ਇੰਨਾ ਚੜ ਗਿਆ ਹੋਵੇ ਤੇ ਮਾਲਕ ਤਾਂ ਉਹ ਰਹੇ ਪਰ ਉਹਦੇ ਤੇ ਕਰਜ਼ਾ ਇੰਨਾ ਚੜ ਗਿਆ ਹੋਵੇ ਵੀ ਉਹ ਜਿਹੜਾ ਹੈਗਾ ਇਕਨੋਮਿਕਲ ਦਾ ਸਾਊਂਡ ਨਾ ਰਹੇ ਹੋਵੇ। ਸਾਰੇ ਪੁਆਇੰਟ ਡਿਫਰੈਂਟ ਕਰਦੇ ਆ, ਕੋਈ ਇੱਕ ਦੂਜੇ ਨਾਲ ਮਿਲਦਾ ਨਹੀਂ, ਪਰ ਇਹਦੇ ਵਿੱਚ ਮੇਨ ਕੀ ਹੈਗਾ, ਮੈਂ ਤੁਹਾਨੂੰ ਦੱਸ ਦਵਾਂ। ਜਿਹੜਾ ਰੂਲ 1 ਹੈਗਾ, ਰੂਲ 1 ਦੇ ਵਿੱਚ ਲਿਖਿਆ ਹੈ ਸ਼ੈਲ ਬੀ ਡਿਸਮਿਸਡ, ਵੀ ਉਹਨੂੰ ਡਿਸਮਿਸ ਕੀਤਾ ਜਾਵੇਗਾ। ਰੂਲ 2 ਦੇ ਵਿੱਚ ਹੈਗਾ ਮੇ ਬੀ ਡਿਸਮਿਸਡ ਤੋਂ ਮਤਲਬ ਹੈਗਾ ਡਿਸਕ੍ਰਿਸ਼ਨ ਪਾਵਰਸ ਆਫ ਦਾ ਕਲੈਕਟਰ, ਮੇ ਬੀ ਕਰੇ ਜਾਂ ਨਾ ਕਰੇ, ਦੇਖਣ ਪੁਆਇੰਟਸ। ਠੀਕ ਹੈ ਜੀ। ਅੱਗੇ ਆਪਾਂ ਪੜ੍ਹ ਰਹੇ ਸੀਗੇ ਮੈਟਰਸ 16 ਪੜ੍ਹਿਆ ਸੀ, ਮੈਟਰਸ ਟੂ ਬੀ ਕੰਸੀਡਰਡ ਇਨ ਅਪਾਇੰਟਮੈਂਟ ਆਫ ਸਕਸੈਸਰ। ਇਹਨੂੰ ਛੱਡ ਦੋ, ਕੁਝ ਨਹੀਂ ਹੈਗਾ ਇਹਦੇ ਵਿੱਚ। ਇਹ ਜੇ ਕੋਈ ਅੱਗੇ ਨੈਕਸਟ ਆ ਗਿਆ ਜੀ ਅਪਾਇੰਟਮੈਂਟ ਆਫ ਰੈਵਨਿਊ ਫਾਰਮਰਸ ਐਂਡ ਮੌਰਗੇਜੀਜ਼ 19। ਇਹਦੇ ਵਿੱਚ ਹੈਗਾ ਜਦੋਂ ਕੋਈ ਸੈਕਸ਼ਨ 71 ਜਾਂ 73 ਦੇ ਤਹਿਤ ਜਿਹੜੀ ਕੋਈ ਪ੍ਰਾਪਰਟੀ ਹੈਗੀ ਹੈ ਕਿਸੇ ਨੰਬਰਦਾਰ ਦੀ, ਉਹ ਕਿਸੇ ਵਿਅਕਤੀ ਕੋਲੇ ਹੋਰ ਕੋਲੇ ਚਲੀ ਜਾਂਦੀ ਹੈ, ਨਾਲ ਦੇ ਗੁਆਂਢੀ ਕੋਲੇ ਚਲੀ ਜਾਂਦੀ ਹੈ। ਠੀਕ ਹੈ, ਤਾਂ ਜਿਸ ਵਿਅਕਤੀ ਕੋਲੇ ਉਹ ਪ੍ਰਾਪਰਟੀ ਚਲੀ ਜਾਂਦੀ ਹੈ, ਚਾਹੇ ਉਹ ਟੈਨੈਂਟ ਹੈ ਚਾਹੇ ਉਹ ਮੌਰਗੇਜੀ ਹੈਗਾ, ਤਾਂ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਉਹਨਾਂ ਨੂੰ ਵੀ ਨੰਬਰਦਾਰ ਬਣਾਇਆ ਜਾ ਸਕਦਾ ਹੈ। ਟੈਂਪਰੇਰੀ ਤੌਰ ਤੇ ਉਹਨੂੰ ਨੰਬਰਦਾਰੀਆਂ ਜਾਂ ਪਾਵਰਸ ਨੇ ਦਿੱਤੀਆਂ ਜਾ ਸਕਦੀਆਂ ਨੇ ਕਲੈਕਟਰ ਵੱਲੋਂ, ਪਰ ਜਦੋਂ ਪ੍ਰਾਪਰਟੀ ਉਹਦੀ ਵਾਪਸ ਆ ਜਾਵੇ, ਦੁਬਾਰਾ ਫਿਰ ਲੈਂਡ ਓਨਰ ਕੋਲੇ ਆ ਜਾਵੇ, ਨੰਬਰਦਾਰ ਕੋਲੇ ਆ ਜਾਵੇ, ਤਾਂ ਫਿਰ ਜਿਹੜਾ ਨੰਬਰਦਾਰ ਹੈ ਉਹ ਨਵਾਂ ਨਿਯੁਕਤ ਕੀਤਾ ਜਾਵੇਗਾ। ਜਿਹੜੇ ਇਹ ਪੁਆਇੰਟ ਹੈਗੇ ਪਹਿਲੇ 15 ਰੂਲ ਦੇ 15 ਨੇ, ਇਹਨਾਂ ਨੂੰ ਕੰਸੀਡਰ ਕਰਦੇ ਹੋਏ ਨਵਾਂ ਨੰਬਰਦਾਰ ਨਿਯੁਕਤ ਕੀਤਾ ਜਾਏਗਾ, ਯਾਨੀ ਕਿ ਪਾਵਰਾਂ ਵਾਪਸ ਨੰਬਰਦਾਰ ਕੋਲੇ ਨਹੀਂ ਆਉਣਗੀਆਂ, ਨਵੇਂ ਨੰਬਰਦਾਰ ਦੀ ਨਿਯੁਕਤੀ ਹੋਏਗੀ। ਠੀਕ ਹੈ। ਅੱਗੇ 19B ਆ ਗਿਆ ਸੀਗਾ। 19B ਚ ਹਰੀਜਨ ਨੰਬਰਦਾਰ ਦੀ ਗੱਲ ਕੀਤੀ ਗਈ ਹੈ,
ਵੀ ਜੇ ਕਿਸੇ ਪਿੰਡ ਦੇ ਵਿੱਚ 100 or more in an estate members ਹੋਣ, population of the Harijans or SCs or Christians, 3 ਪੁਆਇੰਟ ਨੇ ਇਹਦੇ ਵਿੱਚ, population of the Harijans, SCs or Christians। ਜੇ 100 ਤੋਂ ਵੱਧ population ਹੋਵੇ, ਸੈਂਸਸ ਦੇਖਣੀ ਹੁੰਦੀ ਹੈ, ਸੈਂਸਸ ਜਿਹੜੀ ਲਾਸਟ ਸੈਂਸਸ ਹੋਵੇ ਆਪਾਂ ਉਹਨੂੰ ਕੰਸੀਡਰ ਕਰਾਂਗੇ ਵੀ ਕਿੰਨੇ ਮੈਂਬਰ ਹੈਗੇ ਆ, ਉਸ ਵੇਲੇ ਦੀ ਸੈਂਸਸ ਉਹਨੂੰ ਦੇਖਣਾ ਹੁੰਦਾ, ਮੌਕੇ ਤੇ ਉਹਨੂੰ ਦੇਖਣਾ ਹੁੰਦਾ। ਸੈਂਸਸ ਨੂੰ ਕੰਸੀਡਰ ਕਰਦੇ ਹੋਏ ਜੇ 100 ਮੈਂਬਰ ਹੈਗਾ ਇਹ ਤਿੰਨੇ ਕੈਟਾਗਰੀ ਦੇ ਵਿੱਚ, ਤਾਂ ਇੱਕ ਐਡੀਸ਼ਨਲ ਨੰਬਰਦਾਰ ਜਿਹੜਾ ਹੈਗਾ NRI ਹਰੀਜਨ ਨੰਬਰਦਾਰ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ। ਠੀਕ ਹੈ, ਤੇ ਇਹਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਕੀ ਹੈ, ਰਿਗਾਰਡ ਕਿਹੜਾ ਦਿੱਤਾ ਜਾਏਗਾ, ਜਦੋਂ ਕਮੈਂਡੇਸ਼ਨਸ ਕਰਨੀ ਹੈ ਤਾਂ ਕਿਹੜੇ ਪੁਆਇੰਟ ਦੇਖੇ ਜਾਣਗੇ, ਤਾਂ ਇਹਦੇ ਵਿੱਚ ਕੀ ਹੈ, ਉਹਦੀ ਸਰਵਿਸ ਦੇਖੀ ਜਾਏਗੀ ਵੀ ਕਿ ਉਹ ਸਰਕਾਰ ਦੇ ਲਈ ਸਰਵਿਸ ਕਿੰਨੀ ਨਿਭਾਉਂਦਾ ਹੈ, ਉਹਦੀ ਫੈਮਿਲੀ ਕਿੰਨੀ ਸਰਵਿਸ ਸਰਕਾਰ ਦੇ ਹੱਕ ਦੇ ਵਿੱਚ ਕੀਤੀ ਜਾਂਦੀ ਹੈ ਉਸ ਫੈਮਿਲੀ ਵੱਲੋਂ ਜਾਂ ਉਹਦੇ ਆਪਣੇ ਵੱਲੋਂ। ਫਿਰ ਉਹਦਾ ਪੁਆਇੰਟ ਦੂਜਾ ਇਹ ਦੇਖਿਆ ਜਾਏਗਾ ਵੀ ਕਿ ਉਹਦੀ ਪਰਸਨਲ ਇਨਫਲੂਐਂਸ ਹੈਗੀ ਹੈ ਉਸ ਦੇ ਵਿੱਚ, ਪਿੰਡ ਦੇ ਵਿੱਚ ਪ੍ਰਭਾਵ ਉਹਦਾ ਆਪਣਾ ਹੈਗਾ ਕੁਛ, ਕੋਈ ਪੁੱਛਦੇ ਵੀ ਉਸ ਨੂੰ ਕਿ ਨਹੀਂ ਪੁੱਛਦਾ, ਉਹਦਾ ਕਰੈਕਟਰ ਕਿਹੋ ਜਿਹਾ, ਉਹਦੀ ਐਬਿਲਿਟੀ ਕਿਹੋ ਜਿਹੀ ਹੈ, ਇਹ ਸਾਰੇ ਪੱਖ ਦੇਖੇ ਜਾਣਗੇ। ਠੀਕ ਹੈ, ਤਾਂ ਫਿਰ ਉਹਦੀ ਜਿਹੜੀ ਡਿਸਮਿਸਲ ਦੀ ਗੱਲ ਆ ਜਾਂਦੀ ਹੈ ਇਹਦੇ ਵਿੱਚ ਹੀ, ਇਸੇ ਰੂਲ 19 ਦੇ ਵਿੱਚ B ਦੇ ਵਿੱਚ ਹੀ ਆ ਜਾਂਦੀ ਹੈ ਵੀ ਜੇ ਉਹਨੂੰ ਡਿਸਮਿਸ ਕਰਨਾ ਹੈ ਤਾਂ ਜਿਹੜਾ ਹੈਗਾ 1 ਸਾਲ ਜਾਂ 1 ਸਾਲ ਤੋਂ ਵੱਧ ਜੇ ਉਹਨੂੰ ਸਜ਼ਾ ਹੋ ਜਾਵੇ ਜਾਂ ਕੋਈ ਸੀਰੀਅਸ ਸਜ਼ਾ ਹੋ ਜਾਵੇ ਤਾਂ ਉਹਨੂੰ ਡਿਸਮਿਸ ਕੀਤਾ ਜਾ ਸਕਦਾ ਹੈ। ਫਿਰ ਨੈਕਸਟ ਆ ਜਾਂਦਾ ਹੈ ਮੇਬੀ ਡਿਸਮਿਸ, ਉਹੀ ਜਿਹਨੇ 5-6 ਪੁਆਇੰਟ ਹੈਗੇ ਨੇ ਜਿਹੜੇ ਆਪਾਂ ਪਿੱਛੇ ਡਿਸਕਸ ਕਰਕੇ ਹਟੇ ਹਾਂ। ਠੀਕ ਹੈ, ਜਿਹੜੇ ਸਬ ਰੂਲ 2 ਦੇ ਵਿੱਚ ਦਿੱਤੇ ਗਏ ਨੇ, ਰੂਲ 16 ਦੇ ਸਬ ਰੂਲ 2 ਦੇ ਜਿਹੜੇ ਪੁਆਇੰਟ ਹੈਗੇ ਨੇ, ਜਿੰਨੇ ਵੀ ਪੁਆਇੰਟ ਇਹ ਹੈਗੇ ਨੇ ਸਾਰੇ ਦੇ ਸਾਰੇ ਇਹ ਪੁਆਇੰਟ ਵੀ ਉਹਦੀ ਜਿਹੜੀ ਡਿਸਮਿਸਲ ਹੈ, ਕ੍ਰਿਮੀਨਲ ਪ੍ਰੋਸੀਡਿੰਗ ਚੱਲਦੀਆਂ ਹੋਣ, ਕਰਜ਼ਾ ਹੀ ਹੋ ਗਿਆ ਹੋਵੇ, ਫਿਜ਼ੀਕਲ ਫਿਟਨੈਸ ਨਾ ਰਹੀ ਹੋਵੇ, ਮੈਂਟਲੀ ਤੌਰ ਤੇ ਅਪਸੈਟ ਹੋ ਗਿਆ ਹੋਵੇ ਹੈ ਜੀ, ਜਾਂ ਫਿਰ ਨਸ਼ੇ ਵਗੈਰਾ ਦਾ ਕਾਰੋਬਾਰ ਕਰਨ ਲੱਗ ਪਿਆ ਹੋਵੇ, ਜਾਂ ਫਿਰ ਉਹਦੀ ਜਿਹੜੀ ਅਨਕਨਸਟੀਟਿਊਸ਼ਨਲ ਐਜੀਟੇਸ਼ਨ ਦੇ ਵਿੱਚ ਭਾਗ ਲੈਣ ਲੱਗ ਗਿਆ ਹੋਵੇ। ਠੀਕ ਹੈ, ਤੇ ਜਾਂ ਫਿਰ ਕੀ ਹੈਗਾ ਉਹ ਆਪਣੀ ਡਿਊਟੀ ਨਾ ਨਿਭਾਵੇ ਤਾਂ ਉਸ ਨੂੰ ਹੈਗਾ ਡਿਸਮਿਸ ਕੀਤਾ ਜਾ ਸਕਦਾ ਹੈ। ਹਾਂਜੀ, ਜਿਹੜਾ ਹਰੀਜਨ ਨੰਬਰਦਾਰ ਹੈ ਜਾਂ ਕ੍ਰਿਸਚੀਅਨ ਨੰਬਰਦਾਰ ਫੈਮਿਲੀ ਦੇ ਵਿੱਚੋਂ ਕਰਨਾ, ਇਹਦੀ ਪਰਮਿਸ਼ਨ ਫਿਰ ਕਮਿਸ਼ਨਰ ਸਾਹਿਬ ਹੀ ਦਿੰਦੇ ਆ। ਇਹਦੀ ਪਰਮਿਸ਼ਨ ਆਪਾਂ ਪੜ੍ਹ ਕੇ ਹਟਿਆ ਨਾ, ਰੂਲ ਨੰਬਰ 14 ਜੀ, ਰੂਲ ਨੰਬਰ 14 ਚ ਲਿਖਿਆ ਹੋਇਆ ਕਲੀਅਰ ਵੀ ਜੇ ਕੋਈ ਅਸੀਂ ਐਡੀਸ਼ਨ ਇਦਾਂ ਡਾਇਰੈਕਟ ਅਪਾਇੰਟਮੈਂਟ ਨਹੀਂ ਹੋਣੀ ਹੈਗੀ, ਕਲੈਕਟਰ ਨੂੰ ਪਾਵਰ ਨਹੀਂ, ਪਰਮਿਸ਼ਨ ਲੈ ਕੇ ਪੋਸਟ ਕ੍ਰੀਏਟ ਕਰਕੇ ਉਸ ਤੋਂ ਬਾਅਦ ਹੋਊਗੀ। ਠੀਕ ਹੈ, ਪਹਿਲਾਂ ਪੋਸਟ ਕ੍ਰੀਏਟ ਹੋਏਗੀ। ਠੀਕ ਹੈ, ਪਹਿਲਾਂ ਪੋਸਟ ਕ੍ਰੀਏਟ ਹੋਏਗੀ, ਜਦੋਂ ਪੋਸਟ ਕ੍ਰੀਏਟ ਹੋਏਗੀ ਫਿਰ ਤੁਸੀਂ ਦੁਬਾਰਾ ਐਪਲੀਕੇਸ਼ਨਾਂ ਮੰਗੋਗੇ। ਦੇਖੋ ਕੋਈ ਦੇਖੋ ਇਨ ਪ੍ਰੈਕਟੀਕਲ ਦੀ ਗੱਲ ਕਰਦੇ ਹਾਂ ਤੁਹਾਡੇ ਨਾਲ, ਕੋਈ ਹਰੀਜਨ ਨੰਬਰਦਾਰੀ ਬਣਨ ਦੇ ਲਈ ਤੁਹਾਡੇ ਕੋਲ ਅਰਜੀ ਦੇ ਦਿੰਦਾ ਹੈ। ਠੀਕ ਹੈ, ਹੁਣ ਤੁਹਾਡੇ ਕੋਲ ਪਿੰਡ ਦੇ ਵਿੱਚ ਤੁਸੀਂ ਪਹਿਲਾਂ ਪਟਵਾਰੀ ਹਲਕਾ ਦੀ ਰਿਪੋਰਟ ਲਓਗੇ, ਪਟਵਾਰੀ ਹਲਕਾ ਦੀ ਰਿਪੋਰਟ ਚ ਕਲੀਅਰ ਹੋ ਜਾਏਗਾ ਵੀ ਇਹ ਪਿੰਡ 'ਚ ਪਹਿਲਾਂ ਨੰਬਰਦਾਰੀ ਪੋਸਟ ਕ੍ਰੀਏਟ ਹੋ ਚੁੱਕੀ ਜਾਂ ਨਹੀਂ ਹੋ ਚੁੱਕੀ। ਜੇ ਨਹੀਂ ਹੋ ਚੁੱਕੀ ਦੈਨ ਤੁਸੀਂ ਉਹਦੀ ਐਪਲੀਕੇਸ਼ਨ ਨੂੰ ਨਾਲ ਲਗਾ ਕੇ ਤੁਸੀਂ ਆਪਣੀ ਰਿਪੋਰਟ ਰੈਵਨਿਊ ਆਫਿਸਰ ਵੱਲੋਂ ਭੇਜੀ ਜਾਏਗੀ, ਰਾਹੀਂ ਐਸਟੀਮ ਰਾਹੀਂ ਕਲੈਕਟਰ ਤੇ ਕਮਿਸ਼ਨਰ ਨੂੰ ਭੇਜੀ ਜਾਏਗੀ ਵੀ ਇਸ ਪਿੰਡ ਦੇ ਵਿੱਚ ਇੰਨੇ ਪਿੰਡ ਦੇ ਜਿਹੜੇ ਹੈਗੇ ਨੇ ਘਰ ਹੈਗੇ ਨੇ SC ਕੈਟਾਗਰੀ ਦੇ ਜਾਂ ਹਰੀਜਨਸ ਦੇ ਜਾਂ ਕ੍ਰਿਸਚੀਅਨਸ ਦੇ ਮਿਲਾ ਕੇ ਸਾਰੇ, ਤੇ ਇਹਦੇ ਵਿੱਚ ਫਿਰ ਤੁਸੀਂ ਆਪਣੀ ਰਿਕਮੈਂਡੇਸ਼ਨ ਭੇਜੋਗੇ ਨਾਲ ਵੀ ਇਹ ਜਿਹੜਾ ਨੰਬਰਦਾਰ ਨਵਾਂ ਹੈਗਾ ਨਿਯੁਕਤੀ ਕੀਤੀ ਜਾਣੀ ਬਣਦੀ ਜਾਂ ਨਹੀਂ ਬਣਦੀ। ਜੇਕਰ ਤੁਹਾਡੇ ਉੱਥੋਂ ਕਮਿਸ਼ਨਰ ਤੋਂ ਪਰਮਿਸ਼ਨ ਆ ਜਾਂਦੀ ਹੈ ਵੀ ਹਾਂ ਇਸ ਪਿੰਡ ਦੇ ਵਿੱਚ ਇਹਨੇ ਤੁਹਾਡੀ ਰਿਪੋਰਟ ਦੇ ਅਕੋਰਡਿੰਗ ਪਰਮਿਸ਼ਨ ਆ ਜਾਂਦੀ ਹੈ ਤਾਂ ਤਦ ਫਿਰ ਤੁਸੀਂ ਉਦੋਂ ਬਾਅਦ ਦੁਬਾਰਾ ਅਨਾਉਂਸਮੈਂਟ ਕਰਾਓਗੇ, ਮਨਾਦੀ ਕਰਾਓਗੇ ਜੇ ਕੋਈ ਵੀ ਵਿਅਕਤੀ ਇਸ ਪੋਸਟ ਤੇ ਉੱਪਰ ਨਿਯੁਕਤੀ ਦੇ ਵਾਸਤੇ ਅਪਾਇੰਟਮੈਂਟ ਦੇ ਲਈ ਆਪਣੀ ਅਰਜ਼ੀ ਦੇਣਾ ਚਾਹੁੰਦਾ ਹੈ ਤਾਂ ਉਹ ਦੇ ਸਕਦਾ ਹੈਗਾ। ਫਿਰ ਤੁਸੀਂ ਐਪਲੀਕੇਸ਼ਨ ਦੁਬਾਰਾ ਕਾਲ ਕਰੋਗੇ, ਜਿਹੜੀ ਮਨਾਦੀ ਕਰਾਈ ਜਾਏਗੀ ਸਾਰੀ ਜਿਵੇਂ ਆਪਾਂ ਕਰਵਾਉਂਦੇ ਹਾਂ ਉਸੇ ਤਰੀਕੇ ਦੇ ਨਾਲ। ਠੀਕ ਹੈ ਜੀ, ਅੱਗੇ ਆਪਾਂ ਪੜ੍ਹ ਰਹੇ ਸੀਗੇ 19C, ਸੌਰੀ ਇਹਦੇ ਵਿੱਚ ਹੀ ਡਿਊਟੀ ਦੀ ਗੱਲ ਕਰਦੇ ਸੀ ਅੱਗੇ ਵੀ ਹਰੀਜਨ ਨੰਬਰਦਾਰ ਵੱਲੋਂ ਕਿਹੜੀਆਂ ਡਿਊਟੀਆਂ ਨਿਭਾਈਆਂ ਜਾਣਗੀਆਂ। ਦੇਖੋ ਮਾਮਲੇ ਦੀ ਗੱਲ ਜਿਹੜੀ ਕੀਤੀ ਹੈਗੀ ਹੈ, ਪਹਿਲੇ ਰੂਲ ਨੰਬਰ ਡਿਊਟੀਜ਼ ਉਹਦਾ ਨੰਬਰਦਾਰ ਹੈਗਾ ਰੂਲ 20 ਦੇ ਜਿਹੜੇ 1 ਤੋਂ ਲੈ ਕੇ 4 ਪੁਆਇੰਟ ਨੇ ਸਬ ਰੂਲ ਹੈਗੇ ਆ, ਇਹ ਲਾਗੂ ਨਹੀਂ ਹੁੰਦੇ, ਨਾ ਇਹ NRI ਨੰਬਰ ਤੇ ਲਾਗੂ ਹੋਣਗੇ ਤੇ ਨਾ ਹੀ ਹਰੀਜਨ ਨੰਬਰਦਾਰ ਤੇ ਲਾਗੂ ਹੋਣਗੇ, ਕਿਉਂਕਿ ਇਹ ਹੈਗੇ ਫॉर द ਪਰਪਸ ਆਫ ਰਿਕਵਰੀ ਆਫ ਦਾ ਲੈਂਡ ਰੈਵਨਿਊ। ਪਹਿਲੀਆਂ 4 ਡਿਊਟੀਜ਼ ਜਿਹੜੀਆਂ ਹੈਗੀਆਂ ਜਨਰਲ ਨੰਬਰਦਾਰ ਦੀਆਂ ਉਹ ਇਹਨਾਂ ਨੰਬਰਦਾਰਾਂ ਤੇ ਲਾਗੂ ਨਹੀਂ ਹੁੰਦੀਆਂ, ਇਹਨਾਂ ਨੇ ਉਹ ਡਿਊਟੀਆਂ ਨਹੀਂ ਨਿਭਾਉਣੀਆਂ ਹੁੰਦੀਆਂ। ਬਾਕੀ ਦੇ ਜਿਹੜੇ ਸਾਰੀਆਂ ਡਿਊਟੀਜ਼ ਹੈਗੀਆਂ ਨੇ ਉਹ ਇਹਨਾਂ ਨੰਬਰਦਾਰ ਨੇ ਨਿਭਾਉਣੀਆਂ ਹੁੰਦੀਆਂ ਨੇ, ਚਾਹੇ ਉਹ ਹਰੀਜਨ ਨੰਬਰਦਾਰ ਹੈ ਚਾਹੇ ਉਹ NRI ਨੰਬਰਦਾਰ ਹੈ। He shall perform all the duties prescribed in Rule 20। ਦੇਖੋ ਆਪਾਂ ਸਬ ਰੂਲ 4 ਪੜ੍ਹ ਰਹੇ ਸੀਗੇ ਇਹਦਾ,
19B ਦਾ ਸਬ ਰੂਲ 4 ਉਹ 'ਚ ਕੀ ਹੈ he shall perform all the duties prescribed in rule 20 these rules except those prescribed in rule clauses 1 to 4 1 to 4 ਜਿਹਨੇ ਕਲੌਜ਼ਾਂ ਨੇ ਇਹਨਾਂ ਨੂੰ ਛੱਡ ਕੇ he shall not be entitled to any remuneration ਉਹਨੂੰ ਕੋਈ ਪਚੋਤਰ ਨਹੀਂ ਦਿੱਤਾ ਜਾਏਗਾ ਚਾਹੇ ਉਹ ਨੰਬਰਦਾਰ ਰੀਜਨ ਨੰਬਰਦਾਰ ਹੈ ਚਾਹੇ ਉਹ NRI ਅੱਗੇ ਪੜਾਂਗੇ ਆਪਾਂ ਤੇ ਉਹਦੇ ਇਹਨੂੰ ਪਚੋਤਰ ਦਾ ਕੋਈ ਹੱਕਦਾਰ ਨਹੀਂ ਹੋਏਗਾ ਪਰ जो ऑनरेरियम हैगा ऑनरेरियम मिलेगा उसको और रिम्यूनरेशन जिनके 75 ਜਿਹੜਾ ਹੈਗਾ ਨਾ ਤਾਂ ਉਹਨੇ 75 ਇਕੱਠਾ ਕਰਨਾ ਹੈ ਮਾਮਲਾ ਇਕੱਠਾ ਕਰਨਾ ਹੈ ਨਾ ਹੀ ਉਹਦੇ ਵਿੱਚ ਪਰਸੈਂਟੇਜ ਮਿਲਦੀ ਦੈਨ ਅਸੀਂ ਪੜਨ ਗਿਆ ਰੂਲ 19C ਸੀਗਾ 19C ਚ ਕੀ ਸੀਗਾ 19C ਹੈ NRI ਦੇ ਨੰਬਰਦਾਰ ਦੇ ਸੰਬੰਧ ਵਿੱਚ ਹੈ ਕੋਈ ਜੇ ਕਿਸੇ ਪਿੰਡ ਦੇ ਵਿੱਚ 20 ਫੈਮਲੀਆਂ ਹੋਣ ਤਾਂ ਉਹ 20 ਫੈਮਲੀਆਂ ਹੋਣ ਤਾਂ ਉੱਥੇ ਇੱਕ ਨਵਾਂ ਨੰਬਰਦਾਰ ਹੈਗਾ ਜਿਹੜਾ ਐਡੀਸ਼ਨਲ ਨੰਬਰਦਾਰ ਫਾਰ ਦਾ ਪਰਪਸ ਟੂ ਆਇਡੈਂਟੀਫਿਕੇਸ਼ਨ ਆਫ ਦਾ ਕੁਰਸੀਨਾਮਾ ਐਟਸੈਟਰਾ ਠੀਕ ਹੈ ਉਹਨਾਂ ਫੈਮਲੀਆਂ ਦੇ ਜਿਹੜੇ NRI ਫੈਮਲੀਜ਼ ਨੇ ਉਹਨਾਂ ਦੇ ਕੰਮਾਂ ਕਾਰਾਂ ਦੀ ਖਾਤਰ ਉਹਨਾਂ ਦੇ ਐਡਰੈਸ ਦੀ ਲੋੜ ਪੈਂਦੀ ਹੈ ਸਾਨੂੰ ਕੋਈ ਕੰਟੈਕਟ ਕਰਨ ਦੀ ਜ਼ਰੂਰਤ ਪੈਂਦੀ ਹੈ ਸਾਨੂੰ ਉਹਨਾਂ ਦਾ ਕੁਰਸੀਨਾਮਾ ਤਸਦੀਕ ਕਰਾਉਣਾ ਪੈਂਦਾ ਹੈ ਤਾਂ ਉਸ ਪਰਪਸ ਲਈ ਅਸੀਂ NRI ਫੈਮਲੀ ਦੇ ਵਿੱਚੋਂ NRI ਫੈਮਲੀ ਦੇ ਵਿੱਚ ਕੀ ਹੋ ਸਕਦਾ ਹੈ ਉਹਨਾਂ ਦੀ ਵਾਈਫ ਵੀ ਹੋ ਸਕਦੀ ਹੈ ਉਹਨਾਂ ਦਾ ਸਨ ਵੀ ਹੋ ਸਕਦਾ ਹੈ ਉਹਨਾਂ ਦਾ ਡਾਟਰ ਵੀ ਹੋ ਸਕਦੀ ਹੈ ਪਰ ਇੱਥੇ ਇਹਦੇ ਵਿੱਚ ਪ੍ਰੋਵਾਈਡਡ ਹੈਗਾ ਵੀ ਜੇ ਕੋਈ NRI ਐਕਸ NRI ਹੈਗੀ ਹੈ ਤਾਂ ਉਸਨੂੰ ਇਹ ਅਪਾਇੰਟਮੈਂਟ ਵੇਲੇ ਪ੍ਰੈਫਰੈਂਸ ਦਿੱਤੀ ਜਾਣੀ ਹੁੰਦੀ ਹੈ ਠੀਕ ਹੈ ਤੇ ਇਹਦੇ ਵਿੱਚ ਹੀ ਨਾਲ ਹੀ ਇਹ ਹੈਗਾ ਵੀ ਇਹ ਜਿਹੜਾ ਨੰਬਰਦਾਰ ਹੈਗਾ NRI ਨੰਬਰਦਾਰ ਉਹਨੂੰ ਕੋਈ ਰਿਮਿਊਨਰੇਸ਼ਨ ਨਹੀਂ ਦਿੱਤਾ ਜਾਏਗਾ ਯਾਨੀ ਕਿ ਉਸ ਨੂੰ ਜਿਹੜਾ 75 ਹੈਗਾ ਉਹ ਨਹੀਂ ਦਿੱਤਾ ਜਾਵੇਗਾ ਨਾ ਹੀ ਤਾਂ ਉਹਨੂੰ 75 ਇਕੱਠਾ ਕਰਨਾ ਹੈ ਤੇ ਨਾ ਹੀ 75 ਚ ਉਹਨੂੰ ਕੋਈ ਸ਼ੇਅਰ ਮਿਲਣਾ ਹੈ ਫਿਰ ਡਿਊਟੀ ਕਿਹੜੀਆਂ ਨੇ ਉਹਦੀਆਂ ਡਿਊਟੀਜ਼ ਵੀ ਇਹੀ ਨੇ ਜਿਹਨੇ 1 ਤੋਂ 4 ਡਿਊਟੀ ਸੀਗੀਆਂ ਉਹ ਨਹੀਂ ਹੋਣਗੀਆਂ ਬਾਕੀ ਜਿੰਨੀਆਂ ਰੂਲ 20 ਦੇ ਵਿੱਚ ਡਿਊਟੀਜ਼ ਪ੍ਰੋਵਾਈਡਡ ਕੀਤੀਆਂ ਗਈਆਂ ਨੇ ਨੰਬਰਦਾਰ ਨੂੰ ਜਨਰਲ ਨੰਬਰਦਾਰ ਦੇ ਲਈ ਉਹ ਸਾਰੀਆਂ ਡਿਊਟੀਆਂ ਇਸ ਨੰਬਰਦਾਰ ਨੇ ਨਿਭਾਉਣੀਆਂ ਹੁੰਦੀਆਂ ਨੇ ठीक है जी अगे आ रूल 20 ड्यूटीज ऑफ द हेडमैन ये भी ਆਪਾਂ ਪੜਿਆ ਸੀਗਾ ਕੱਲ ਇਹ ਆਪਾਂ ਦੁਬਾਰਾ ਸ਼ਾਰਟ ਚ ਫਿਰ ਡਿਸਕਸ ਕਰ ਲਾਂਗੇ ਡਿਊਟੀ ਕਲੈਕਟ ਦਾ ਨੰਬਰਦਾਰ ਜਿਹੜੀ ਕਲੈਕਸ਼ਨ ਕਰੇਗਾ ਉਹ ਕਲੈਕਸ਼ਨ ਸਾਰੀ ਆਪਾਂ ਨੂੰ ਪਤਾ ਹੈ ਕਲੈਕਸ਼ਨ ਕਰਨ ਉਪਰੰਤ ਸਰਕਾਰੀ ਖਜ਼ਾਨੇ ਦੇ ਵਿੱਚ ਵਿਦ ਦਾ ਹੈਲਪ ਆਫ ਪਟਵਾਰੀ ਹਲਕਾ ਅਰਜਸਾਲ ਕਟਵਾਏਗਾ ਅਰਜਸਾਲ ਕਟਵਾ ਕੇ ਉਹ ਬਸ ਬਾਕੀ ਮੀਸ ਕੋਲ ਜਾਏਗਾ ਬਸ ਬਾਕੀ ਮੀਸ ਉਸਨੂੰ ਚਲਾਨ ਫਾਰਮ ਕੱਟ ਕੇ ਦੇਵੇਗਾ ਚਲਾਨ ਫਾਰਮ ਕਟਵਾ ਕੇ ਉਸਨੇ ਬੈਂਕ ਦੇ ਵਿੱਚ ਖਜ਼ਾਨੇ ਦੇ ਵਿੱਚ ਜਾਂ ਜਿੱਥੇ ਵੀ ਸਰਕਾਰ ਵੱਲੋਂ ਪ੍ਰੋਵਾਈਡ ਕੀਤਾ ਗਿਆ ਉੱਥੇ ਜਾ ਕੇ ਸਰਕਾਰੀ ਜਿਹੜੀ ਰਕਮ ਹੈ ਜਮ੍ਹਾਂ ਕਰਵਾਏਗਾ फिर की है दो ਦੇ ਵਿੱਚ ਕਲੈਕਟ ਰੈਂਟਸ ਕੋਈ ਅਦਰ ਇਨਕਮ ਕੋਈ ਕਾਮਨ ਲੈਂਡ ਪਈ ਹੋਵੇ ਤਾਂ ਰੈਂਟਸ ਵਗੈਰਾ ਵੀ ਇਹਨੇ ਕਲੈਕਟ ਕਰਨੇ ਹੁੰਦੇ ਆ ਰਸੀਦ ਦੇਵੇਗਾ ਸਬ ਰੂਲ 3 ਦੇ ਵਿੱਚ ਕੀ ਹੈ ਜਿਹੜੀ ਵੀ ਪੇਮੈਂਟ ਨੰਬਰਦਾਰ ਨੇ ਲਈ ਜਾਣੀ ਹੈ ਤਾਂ ਉਹਦੀ ਰਸੀਦ ਦਿੱਤੀ ਜਾਣੀ ਜ਼ਰੂਰੀ ਹੁੰਦੀ ਹੈ ਜਿਵੇਂ ਆਪਾਂ ਦੇਖਦੇ ਸੀ ਪਿੰਡਾਂ 'ਚ ਪਹਿਲਾਂ ਅਸੀਂ ਮਾਮਲਾ ਇਕੱਠਾ ਕਰਦੇ ਹੁੰਦੇ ਸੀਗੇ ਜਿਹੜੇ ਪਬਲਿਕ ਹੁੰਦੀ ਆ ਲੈਂਡ ਓਨਰਸ ਹੁੰਦੇ ਆ ਟੈਨੈਂਟਸ ਹੁੰਦੇ ਆ ਉਹ ਆਪਣੀਆਂ ਬਹੀਆਂ ਲੈ ਕੇ ਨੰਬਰਦਾਰਾਂ ਕੋਲੇ ਆਉਂਦੇ ਸੀਗੇ ਤੇ ਪਟਵਾਰੀ ਹਲਕਾ ਰਸੀਦ ਬਣਾ ਕੇ ਦਿੰਦਾ ਸੀਗਾ ਤੇ ਕੰਸਰਨ ਜਿਹੜਾ ਨੰਬਰਦਾਰ ਸੀ ਪੈਸੇ ਲੈ ਕੇ ਰਸੀਦ ਤੇ ਸਾਈਨ ਕਰਕੇ ਨੰਬਰ ਮਾਲਕ ਨੂੰ ਲੈਂਡ ਓਨਰ ਨੂੰ ਸ਼ੇਅਰ ਹੋਲਡਰ ਨੂੰ ਦੇ ਦਿੰਦਾ ਸੀਗਾ ਠੀਕ ਹੈ ਜੀ ਤੇ ਫਿਰ ਜੇ ਕੋਈ ਸਾਂਝੇ ਖਰਚੇ ਹੁੰਦੇ ਆ ਪਿੰਡ ਦੇ ਸਬ ਰੂਲ 4 ਦੇ ਵਿੱਚ ਕੀ ਹੈ ਜੇ ਪਿੰਡ ਦੇ ਸਾਂਝੇ ਖਰਚਿਆਂ ਦੇ ਲਈ ਕੋਈ ਰਕਮ ਇਕੱਠੇ ਤੌਰ ਤੇ ਜਿਵੇਂ ਆਪਾਂ ਕਹਿੰਦੇ ਢਾਲ ਪਾਈ ਜਾਂਦੀ ਹੈ ਪਿੰਡ ਦੇ ਮਾਲਕਾਂ ਤੋਂ ਹੋਰਾਂ ਤੋਂ ਇਕੱਠੇ ਕਰਕੇ ਉਹ ਨੰਬਰਦਾਰ ਕੋਲ ਇਕੱਠੇ ਰਹਿੰਦੇ ਉਹਦੇ ਸਾਂਝੇ ਖਰਚੇ ਵੀ ਨੰਬਰਦਾਰ ਵੱਲੋਂ ਕੀਤੇ ਜਾਂਦੇ ਆ ਰੂਲ 5 ਦੇ ਵਿੱਚ ਰਿਪੋਰਟ ਟੂ ਦਾ ਤਹਿਸੀਲਦਾਰ ਐਨੀ ਡੈਥ ਕੋਈ ਪਿੰਡ 'ਚ ਡੈਥ ਹੋ ਜਾਂਦੀ ਹੈ ਕਿਸੇ ਅਸਾਈਨੀ ਦੀ ਜੇ ਕੋਈ ਅਸਾਈਨੀ ਹੈਗਾ ਪਿੰਡ ਦੇ ਵਿੱਚ ਜਿਵੇਂ ਕਿ ਕੋਈ ਜ਼ਗੀਰਦਾਰ ਵਗੈਰਾ ਹੈਗਾ ਉਹਦੀ ਕਿਸੇ ਡੈਥ ਹੋ ਜਾਂਦੀ ਹੈ ਜਿਹਨੂੰ ਸਰਕਾਰੀ ਤੌਰ ਤੇ ਸਰਕਾਰ ਵੱਲੋਂ ਮਾਮਲਾ ਦਿੱਤਾ ਜਾਂਦਾ ਹੈ ਤਾਂ ਉਹਦੀ ਡੈਥ ਦੀ ਇਨਫੋਰਮੇਸ਼ਨ ਹੈ ਕੋਈ ਪੈਨਸ਼ਨਰ ਹੈ ਉਹਦੀ ਡੈਥ ਹੋ ਜਾਂਦੀ ਹੈ ਜਾਂ ਕੋਈ ਮੈਰਿਜ ਲੇਡੀ ਹੈਗੀ ਹੈ ਲੇਡੀ ਹੈ ਉਹਨੂੰ ਫੈਮਿਲੀ ਪੈਨਸ਼ਨ ਮਿਲਦੀ ਹੈ ਉਹਦੀ ਮੈਰਿਜ ਹੋ ਜਾਂਦੀ ਹੈ ਠੀਕ ਹੈ ਤਾਂ ਉਹ ਜਿਹੜੀ ਸਾਰੀ ਇਨਫੋਰਮੇਸ਼ਨ ਹੈਗੀ ਹੈ ਉਹ ਨੰਬਰਦਾਰ ਨੇ ਦੇਣੀ ਹੁੰਦੀ ਹੈ ਪਟਵਾਰੀ ਹਲਕਾ ਦੇ ਰਾਹੀਂ ਰੈਵਨਿਊ ਆਫੀਸਰਸ ਨੂੰ ਰਿਪੋਰਟ ਟੂ ਤਹਿਸੀਲਦਾਰ ਆਲ ਦਾ ਇਨਕਰੋਚਮੈਂਟਸ ਕੋਈ ਸਰਕਾਰੀ ਲੈਂਡ ਦੇ ਉੱਪਰ ਕੋਈ ਵੇਸਟ ਲੈਂਡ ਹੈ ਸੜਕਾਂ ਹੈਗੀਆਂ ਨੇ ਕੋਈ ਸਰਕਾਰੀ ਜ਼ਮੀਨ ਪਈ ਹੈ ਉਹਦੇ ਉੱਪਰ ਕੋਈ ਕਬਜ਼ਾ ਕਰਦਾ ਹੈ ਉਹਦੀ ਵੀ ਇਨਫੋਰਮੇਸ਼ਨ ਨੰਬਰਦਾਰ ਨੇ ਦੇਣੀ ਹੁੰਦੀ ਹੈ ਨਜ਼ੂਲ ਲੈਂਡ ਤੇ ਕੋਈ ਕਬਜ਼ਾ ਕਰਦਾ ਹੈ ਠੀਕ ਹੈ ਅੱਗੇ ਰੂਲ 7 ਸੀਗਾ ਸਬ ਰੂਲ 7 ਸੀਗਾ ਰਿਪੋਰਟ ਐਨੀ ਇੰਜਰੀ ਟੂ ਅ ਗਵਰਨਮੈਂਟ ਬਿਲਡਿੰਗ ਕੋਈ ਸਰਕਾਰੀ ਬਿਲਡਿੰਗ ਨੂੰ ਕੋਈ ਸਰਕਾਰੀ ਪ੍ਰਾਪਰਟੀ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਉਹਦੀ ਵੀ ਇਨਫੋਰਮੇਸ਼ਨ ਨੰਬਰਦਾਰ ਨੇ ਦੇਣੀ ਹੁੰਦੀ ਹੈ ਇਹ ਜਿਹੜਾ ਹੈਗਾ ਰੂਲ ਹੈ 20 ਹੈ ਬਹੁਤ ਇੰਪੋਰਟੈਂਟ ਹੈ ਔਰ ਇਹਦੇ ਵਿੱਚ ਤੁਸੀਂ ਦੇਖਣਾ ਜਦੋਂ ਕੁਐਸਚਨ ਆਉਣਾ ਤੁਸੀਂ ਕੁਐਸਚਨ ਨੂੰ ਪਹਿਲਾਂ ਚੰਗੀ ਤਰ੍ਹਾਂ ਦੇਖਣਾ ਹੈ ਵੀ ਕੀ ਇਹ ਜਿਹੜਾ ਕੁਐਸਚਨ ਹੈ ਕਿ ਕੰਸਰਨਡ ਵਿਦ ਓਨਲੀ ਟੋਟਲ ਰੂਲ 20 ਨਾਲ ਡੀਲ ਕਰਦਾ ਹੈ ਜਾਂ ਇਹਦੇ ਕਿਸੇ ਪਾਰਟ ਨਾਲ ਡੀਲ ਕਰਦਾ ਹੈ ਜੇ ਕਿਸੇ ਪਾਰਟ ਨਾਲ ਡੀਲ ਕਰਦਾ ਹੈ ਤਾਂ ਫਿਰ ਸਾਨੂੰ ਸਾਰਾ ਰੂਲ ਦੇਣ ਦੀ ਕੋਈ ਲੋੜ ਨਹੀਂ ਕਿਉਂਕਿ ਬਹੁਤ ਵੱਡਾ ਹੈਗਾ ਕੁਐਸਚਨ 20-25 ਨੰਬਰ ਦਾ ਜੇ ਕੁਐਸਚਨ ਹੋਵੇ ਤਾਂ ਹੀ ਇਸ ਨੂੰ ਸਾਰਾ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਨਹੀਂ ਤਾਂ ਜੇ ਨੰਬਰ ਛੋਟਾ ਹੋਵੇ 5-4 ਨੰਬਰ ਦਾ ਹੋਵੇ ਤਾਂ ਕੋਈ ਪਾਰਟਿਕੂਲਰ ਜਿਹੜਾ ਸਬ ਰੂਲ ਵਿੱਚ ਹੈਗੇ ਆ ਉਹਦੇ ਸੰਬੰਧ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੈ ਨੈਕਸਟ ਹੈਗਾ ਸੀ ਰੂਲ ਸਬ ਰੂਲ 8 ਕੈਰੀ ਆਊਟ ਆਰਡਰਸ ਰਿਸੀਵ ਫਰੋਮ ਦਾ ਕਲੈਕਟਰਸ ਕੋਈ ਸਰਕਾਰੀ ਆਰਡਰ ਆਉਂਦੇ ਆ ਠੀਕ ਹੈ ਜੀ ਕਲੈਕਟਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਆਰਡਰ ਆਉਂਦਾ ਉਹਨੂੰ ਕੈਰੀ ਆਊਟ ਕਰਨਾ ਹੈ ਉਹਦੀ ਪਾਲਣਾ ਕਰਵਾਉਣੀ ਹੈ ਤੇ ਜੇ ਕਿਤੇ ਫੌਜ ਵਗੈਰਾ ਕੋਈ ਸਰਕਾਰ ਉੱਥੋਂ ਉਹਦੇ ਪਿੰਡ ਦੇ ਵਿੱਚੋਂ ਲੰਘਦੀ ਕਰਦੀ ਹੈਗੀ ਹੈ ਤਾਂ ਜਿਹੜੀ ਟਰੂਪਸ ਜਾਂਦੇ ਆ ਉਹਨੂੰ ਟਰਾਂਸਪੋਰਟ ਦੀ ਕੋਈ ਲੋੜ ਪੈਗੀ ਕਿਸੇ ਤਰ੍ਹਾਂ ਦੀ ਕੋਈ ਲੰਘਾਉਣਾ ਪਿੰਡ ਦੇ ਵਿੱਚੋਂ ਕਿਸੇ ਜ਼ਰੂਰਤ ਪੈ ਜਾਂਦੀ ਹੈ ਤਾਂ ਉਹਨਾਂ ਦੀ ਹੈਲਪ ਵੀ ਕਰਨੀ ਹੈਗੀ ਹੈ ਅਸਿਸਟ
ਸਰ ਜੀ ਯੂਜ਼ ਆਫ ਲੈਂਡ ਹੈ ਜਿਹੜੀ ਸਰ ਉਹਦੀ ਥੋੜਾ ਡਿਫਾਈਨ ਕਰਿਓ ਵੀ ਕੀ ਜਿਹੜੀ ਹੁੰਦੀ ਹੈ ਯੂਜ਼ ਹੈ। ਨਜ਼ੂਲ ਲੈਂਡ ਉਹ ਹੁੰਦੀ ਹੈ ਜਦੋਂ ਕੋਈ ਮਾਲਕ ਮਰ ਜਾਂਦਾ ਹੈ ਤੇ ਤੁਸੀਂ ਕਦੇ ਪੜ੍ਹ ਕੇ ਦੇਖੋਗੇ ਜਿਹੜੀ ਉਹ ਇਹ ਵਾਲੀ ਬੁੱਕ ਹੈਗੀ ਹੈ, ਇਹਦੇ 'ਚ ਬਹੁਤ ਡਿਟੇਲ ਦਿੱਤਾ ਹੋਇਆ ਹੈਗਾ ਨਜ਼ੂਲ ਲੈਂਡ ਕਦੋਂ ਬਣਦੀ ਹੈ। ਜਦੋਂ ਕੋਈ ਮਾਲਕ ਉਹਦੀਆਂ ਜਿਹੜੀਆਂ 5 ਜਿਹੜੀਆਂ ਡਿਗਰੀਜ਼ ਹੁੰਦੀਆਂ ਨੇ, 5 ਡਿਗਰੀ ਤੱਕ ਕੋਈ ਵੀ ਜਿਹੜਾ ਮਾਲਕ ਹੈਗਾ ਕੋਈ ਨਾ ਰਹੇ, ਠੀਕ ਹੈ, ਕੋਈ ਓਨਰ ਕੋਈ ਕਲੇਮ ਨਾ ਕਰ ਸਕੇ, ਕੋਈ ਜਾਣੀ ਕਿ ਉਹਦਾ ਵਾਰਸ ਨਾ ਰਿਹਾ ਹੋਵੇ, ਠੀਕ ਹੈ, ਜਦੋਂ ਕੋਈ ਪ੍ਰਾਪਰਟੀ ਦਾ ਕੋਈ ਵਾਰਸ ਨਾ ਹੋਵੇ ਤਾਂ ਉਸ ਨੂੰ ਜਿਹੜੀ ਗਵਰਨਮੈਂਟ ਹੈਗੀ ਹੈ ਉਹ ਨਜ਼ੂਲ ਲੈਂਡ ਡਿਕਲੇਅਰ ਕਰ ਦਿੰਦੀ ਹੈ। ਠੀਕ ਹੈ ਜੀ, ਡਿਟੇਲ ਤੁਸੀਂ ਇਹਦੇ ਵਿੱਚ ਪੜ੍ਹ ਸਕਦੇ ਹੋ। ਇਹਦੇ ਵਿੱਚ ਜਿਹੜਾ ਹੈਗਾ ਕੁਝ ਨਾਮੇ ਦੱਸੇ ਹੋਏ ਨੇ ਵੀ ਕਦੋਂ ਕਦੋਂ ਪ੍ਰਾਪਰਟੀ ਕਿਹੜੇ ਕਿਹੜੇ ਕਿਸ ਲਿਮਟ ਤੱਕ ਕਿਸ ਮਤਲਬ ਕਿ ਪੀੜ੍ਹੀ ਤੱਕ ਜਿਹੜੀ ਜ਼ਮੀਨ ਹੈਗੀ ਆ ਉਹ ਮਾਲਕਾਂ 'ਚ ਡਿਵੋਲਵ ਹੋ ਸਕਦੀ ਹੈ, ਯਾਨੀ ਕਿ ਜਾ ਸਕਦੀ ਹੈ। ਕਿਸ ਪੀੜ੍ਹੀ ਦੀ ਲਿਮਟ ਹੈਗੀ ਹੈ, ਕਿਸ ਤੋਂ ਬਾਅਦ ਜਿਹੜੀ ਪ੍ਰਾਪਰਟੀ ਹੈ ਸਰਕਾਰੀ ਡਿਕਲੇਅਰ ਹੋ ਜਾਂਦੀ ਹੈ। ਇਸ ਬੁੱਕ ਦੇ ਵਿੱਚ ਡਿਟੇਲ ਲਿਖਿਆ ਹੈ, ਤੁਸੀਂ ਇੱਥੋਂ ਪੜ੍ਹ ਸਕਦੇ ਹੋ। ਪਰ ਪ੍ਰਾਪਰਟੀ ਹੁੰਦੀ ਹੈ ਨਜ਼ੂਲ ਉਹ ਜਦੋਂ ਕੋਈ ਮਾਲਕ ਉਹ ਪ੍ਰਾਪਰਟੀ ਦੇ ਕਲੇਮ ਉਹਦੇ ਵਾਰਸ ਨਾ ਹੋਣ। ਸਕਸੈਸ਼ਨ ਐਕਟ ਜੀ ਜਦੋਂ ਕੋਈ ਵਾਰਸ ਬੈਲੈਂਸ ਨਾ ਬਚੇ ਹਾਂਜੀ ਤਾਂ ਸਰਕਾਰ ਉਹਨੂੰ ਨਜ਼ੂਲ ਲੈਂਡ ਪੁੱਛ ਜੀ, ਹਾਂ। ਅੱਗੇ ਆਪਾਂ ਪੜ੍ਹ ਰਹੇ ਸੀਗੇ 9 ਸਬ ਰੂਲ 9 ਅਸਿਸਟ ਇਨ ਦਾ ਮੈਨਰ ਕਲੈਕਟਰ ਮੇ ਕ੍ਰੌਪ ਇੰਸਪੈਕਸ਼ਨ, ਜਦੋਂ ਪਟਵਾਰੀ ਹਲਕਾ ਨੇ ਗਰਦੌਰੀ ਕਰਨੀ ਹੈ ਜਾਂ ਇੰਤਕਾਲ ਦਰਜ ਕਰਨਾ ਹੈ, ਕੋਈ ਨਿਸ਼ਾਨਦੇਹੀ ਹੋਣੀ ਹੈ, ਪ੍ਰੈਪਰੇਸ਼ਨ ਆਫ ਰਿਕਾਰਡ ਬਣਨਾ ਹੈ, ਠੀਕ ਹੈ ਜੀ। ਇਦਾਂ ਦਾ ਕੋਈ ਵੀ ਕਾਰੋਬਾਰ ਹੈ, ਕੋਈ ਵੀ ਬਿਜ਼ਨਸ ਹੈ, ਜਿਹਨੂੰ ਕਿ ਰਿਕਾਰਡ ਤਿਆਰ ਕਰਨ ਦੇ ਸੰਬੰਧ ਵਿੱਚ, ਨਿਸ਼ਾਨਦੇਹੀ ਕਰਨ ਦੇ ਸੰਬੰਧ ਵਿੱਚ, ਤਾਂ ਵੀ ਜਿਹੜਾ ਨੰਬਰਦਾਰ ਹੈ ਉਹ ਉੱਥੇ ਹੈਲਪ ਕਰੇਗਾ। ਰੈਵਨਿਊ ਏਜੰਸੀ ਦੀ ਫਿਰ ਕੋਈ ਸੰਮਨ ਲੈ ਕੇ ਜਾਂਦਾ, ਰੂਲ ਦੱਸਦੇ ਜੇ ਕੋਈ ਸੰਮਨ ਲੈ ਕੇ ਜਾਂਦਾ ਹੈ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ, ਉਹ ਕੰਸਰਨ ਡਿਪਾਰਟਮੈਂਟ ਰੈਵਨਿਊ ਦਾ ਹੋਵੇ ਜਾਂ ਕਿਸੇ ਹੋਰ ਡਿਪਾਰਟਮੈਂਟ ਦਾ ਹੋਵੇ, ਤਾਂ ਉੱਥੇ ਹੈਗਾ ਉਹਦੀ ਜਿਹੜਾ ਵੀ ਸੰਮਨ ਲੈ ਕੇ ਕੋਈ ਜਾਂਦਾ ਹੈ ਵਿਅਕਤੀ, ਉਹਦੀ ਹੈਲਪ ਕਰਨਾ, ਉਹਨੂੰ ਰਿਕੁਆਇਰਡ ਇਨਫੋਰਮੇਸ਼ਨ ਦੇਣਾ, ਇਹ ਸਾਰਾ ਨੰਬਰਦਾਰ ਦੀ ਜ਼ਿੰਮੇਵਾਰੀ 'ਚ ਆ ਜਾਂਦਾ, ਡਿਊਟੀ 'ਚ ਆ ਜਾਂਦਾ ਹੈ। फिर क्या रूल सब रूल 11 की रिपोर्ट टू द पटवारी एनी आउटब्रेक डिजीज एनिमल्स और ह्यूमन बीइंग, पिंड ਦੇ ਵਿੱਚ ਕੋਈ ਬਿਮਾਰੀ ਫੈਲ ਗਈ, ਡੰਗਰਾਂ ਨੂੰ ਫੈਲ ਗਈ, ਇਨਸਾਨਾਂ ਵਿੱਚ ਫੈਲ ਗਈ, ਠੀਕ ਹੈ, ਉਹਦੀ ਰਿਪੋਰਟ ਵੀ ਜਿਹੜੀ ਹੈਗੀ ਕੰਸਰਨ ਪਟਵਾਰੀ ਹਲਕਾ ਨੂੰ ਦੇਣਾ। ਤੇ ਦੈਨ ਹੈਗਾ ਰੂਲ 12 ਰਿਪੋਰਟ ਟੂ ਦ ਪਟਵਾਰੀ ਡੈਥ ਰਾਈਟ ਹੋਲਡਰਸ, ਕੋਈ ਵੀ ਜ਼ਮੀਨ ਦਾ ਮਾਲਕ, ਕੋਈ ਕਲੇਮ ਕਰਨ ਵਾਲਾ, ਕੋਈ ਹਿੱਸੇਦਾਰ, ਉਹਦੀ ਮੌਤ ਹੋ ਜਾਂਦੀ ਹੈ, ਉਹਦੀ ਵੀ ਰਿਪੋਰਟ ਵੀ ਦੇਣਾ। ਰਿਪੋਰਟ ਐਨੀ ਬ੍ਰੀਚ ਆਫ ਕੱਟ ਗਵਰਨਮੈਂਟ ਇਰੀਗੇਸ਼ਨ, ਕੋਈ ਸਰਕਾਰੀ ਨਹਿਰ ਲੰਘ ਰਹੀ ਹੈ, ਕੋਈ ਸੂਆ ਲੰਘ ਰਿਹਾ ਪਿੰਡ ਦੇ ਵਿੱਚੋਂ, ਜੋ ਕੋਈ ਕੱਟ ਪੈ ਜਾਵੇ, ਉਹਦੀ ਜਿਹੜੀ ਰਿਪੋਰਟ ਹੈ ਉਹ ਕੰਸਰਨ ਇਰੀਗੇਸ਼ਨ ਡਿਪਾਰਟਮੈਂਟ ਨੂੰ ਕਰਨਾ ਜਾਂ ਪਟਵਾਰੀ ਹਲਕਾ ਨੂੰ ਵੀ ਕਰਨਾ, ਠੀਕ ਹੈ। ਪਰਸਨਲ ਇਨਫਲੂਐਂਸ ਅਸਿਸਟ ਬਾय ਦ ਯੂਜ਼ ਆਫ ਦ ਪਰਸਨਲ ਇਨਫਲੂਐਂਸ ਆਫਿਸਰਸ ਗਵਰਨਮੈਂਟ ਇਨਰੋਲਮੈਂਟ ਆਫ ਦ ਰਿਕਰੂਟਮੈਂਟ ਆਫ ਦ ਮਿਲਟਰੀ ਸਰਵਿਸ, ਜਦੋਂ ਕਿਤੇ ਸਰਕਾਰ ਵੱਲੋਂ ਮਿਲਟਰੀ ਦੇ ਅਧਿਕਾਰੀਆਂ ਵੱਲੋਂ ਕੋਈ ਕੈਂਪ ਲਗਾਇਆ ਜਾਵੇ ਰਿਕਰੂਟਮੈਂਟ ਦੇ ਪਰਪਸ ਦੇ ਲਈ, ਤੇ ਪਿੰਡ ਦੇ ਵਿੱਚੋਂ ਭਰਤੀ ਕਰਨੀ ਹੋਵੇ ਫੌਜ ਦੇ ਵਿੱਚ, ਤਾਂ ਉਸ ਵੇਲੇ ਵੀ ਉਹਨਾਂ ਸਰਕਾਰੀ ਜਿਹੜੇ ਅਦਾਰੇ, ਸਰਕਾਰੀ ਜਿਹੜੇ ਸੈਂਟਰ ਗਵਰਨਮੈਂਟ ਦੇ ਜਿਹੜੇ ਆਫਿਸਰਸ ਹੋਣਗੇ ਮਿਲਟਰੀ ਡਿਪਾਰਟਮੈਂਟ ਦੇ, ਉਹਨਾਂ ਦੀ ਹੈਲਪ ਕਰਨਾ ਆਪਣੇ ਪ੍ਰਭਾਵ ਵਰਤਦੇ ਹੋਏ, ਮਤਲਬ ਫੌਜੀ ਭਰਤੀ ਕਰਵਾਉਣਾ। ਫਿਰ ਇਸ ਤਰ੍ਹਾਂ ਹੀ ਹੈਗਾ ਰੂਲ 15 'ਚ ਹੈਗਾ ਵਿਲੇਜ ਪੋਸਟਮੈਨ, ਕੋਈ ਪਿੰਡ ਦੇ ਵਿੱਚ ਪੋਸਟਮੈਨ ਲੰਘ ਰਿਹਾ, ਉਹਨੂੰ ਰਾਤ ਕੱਟਣੀ ਪੈ ਗਈ, ਉਹਦੇ ਕੋਲੇ ਕੋਈ ਵੈਲਿਊਏਬਲ ਆਰਟੀਕਲਸ ਹੈਗੇ ਨੇ ਤੇ ਉਹਦੇ ਜਿਹੜਾ ਕੈਸ਼ ਹੈ ਉਹਦੇ ਕੋਲ ਹੈਗਾ। ਉਸ ਵੇਲੇ ਪੁਰਾਣੇ ਜ਼ਮਾਨੇ 'ਚ ਹੋਇਆ ਕਰਦੇ ਕਾਫੀ ਜਿਹੜਾ ਸਿਸਟਮ ਸੀਗਾ, ਜਿਹੜਾ ਲੈਣ ਦੇਣ ਦਾ ਸਿਸਟਮ ਸੀਗਾ, ਨੰਬਰ ਜਾਂਦਾ ਸੀ ਆਪਣੇ ਪੋਸਟਮੈਨਾਂ ਰਾਹੀਂ ਵੀ ਜਾਂਦਾ ਸੀ, ਅਸੀਂ ਮਨੀ ਆਰਡਰ ਭੇਜਦੇ ਹੁੰਦੇ ਸੀਗੇ, ਠੀਕ ਹੈ ਜੀ। ਇੱਦਾਂ ਦੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਰੇ ਰੂਲ ਬਣੇ ਹੋਏ ਨੇ। ਬੇਸ਼ੱਕ ਹੁਣ ਇਹਨਾਂ 'ਚੋਂ ਕਾਫੀ ਰੂਲਾਂ ਦੀ ਜਿਹੜੀ ਹੈਗੀ ਹੈ ਮਹੱਤਤਾ ਘੱਟ ਜਾਂਦੀ ਹੈ, ਤੇ ਉਹ ਨੰਬਰ ਉਹਦੀ ਪੋਸਟਮੈਨ ਦੀ ਵੀ ਜਿਹੜੀ ਹੈਲਪ ਕਰਨਾ। ਫਿਰ ਅਗਰ ਰੂਲ 21 'ਚ ਪੜ੍ਹਿਆ ਸੀ ਰਿਮਿਊਨਰੇਸ਼ਨ ਆਫ ਦਾ ਹੈਡਮੈਨ, ਵੀ ਜਿਹੜਾ ਹੈਡਮੈਨ ਹੈ ਉਹਨੂੰ ਰਿਮਿਊਨਰੇਸ਼ਨ ਕੀ ਦਿੱਤਾ ਜਾਏਗਾ। ਰਿਮਿਊਨਰੇਸ਼ਨ ਹੈਡਮੈਨ ਨੂੰ ਜਿਹੜਾ ਹੈਗਾ, ਇੱਕ ਤਾਂ ਉਹਨੂੰ ਦੇਖੋ ਓਨਰੇਰੀਅਮ ਦਿੱਤਾ ਜਾਂਦਾ ਹੈ, ਜਿਹੜਾ ਫਿਕਸ ਕੀਤਾ ਜਾਂਦਾ ਗਵਰਨਮੈਂਟ ਵੱਲੋਂ, ਜਿਹਨੂੰ ਅਸੀਂ ਮਾਣ ਭੱਤਾ ਕਹਿੰਦੇ ਹਾਂ। ਇਹਨੂੰ ਅਸੀਂ ਤਨਖਾਹ ਨਹੀਂ ਕਹਿ ਸਕਦੇ, ਇਸ ਨੂੰ ਅਸੀਂ ਮਾਣ ਭੱਤਾ ਕਹਾਂਗੇ, ਜਿਹੜਾ ਕਿ ਗਵਰਨਮੈਂਟ ਵੱਲੋਂ ਦਿੱਤਾ ਜਾਂਦਾ, ਸਮੇਂ ਸਮੇਂ ਤੇ ਘੱਟ ਵਧਾਇਆ ਵੀ ਜਾ ਰਿਹਾ ਹੈ। ਹੁਣ ਮੇਰੇ ਖਿਆਲ ਲਗਭਗ 1000 ਦੇ ਕਰੀਬ ਸ਼ਾਇਦ ਹੈਗਾ। ਤੇ ਬਾਕੀ ਦੂਜਾ ਹੈਗਾ ਪਚੋਤਰਾ ਵੀ ਇਸ ਵੇਲੇ ਹੋਂਦ ਵਿੱਚ ਨਹੀਂ ਹੈਗਾ, ਕਿਉਂਕਿ ਕਲੈਕਸ਼ਨ ਆਫ ਦ ਲੈਂਡ ਨੂੰ ਨਹੀਂ ਹੋਈ, ਸਸਪੈਂਡ ਹੋਈ ਵੀ ਹੈ ਬਾਅਦ ਦਾ ਟਾਈਮਿੰਗ। ਪਰ ਮਾਮਲਾ ਜਿਹੜਾ ਸਾਡਾ ਹੈਗਾ ਉਹ ਬੁੱਕਸ ਦੇ ਵਿੱਚ ਹੈਗਾ, ਜਾਣੀ ਕਿ ਜਿਹੜੀ ਅਸੈਸਮੈਂਟ ਹੈ ਸਾਡੀ ਉਹ ਨਲ ਨਹੀਂ ਹੋਈ ਹੈਗੀ। ਇਹ ਟੈਂਪਰੇਰੀ ਤੌਰ ਤੇ ਜਿਹੜੀ ਹੈਗੀ ਹੈ ਜਿਹਦੀ ਰਿਕਵਰੀ ਹੈਗੀ ਹੈ ਉਹ ਸਸਪੈਂਡ ਹੋਈ ਵੀ ਹੈ। ਇੱਥੇ ਤੁਸੀਂ ਕਨਫਿਊਜ਼ ਨਹੀਂ ਹੋਣਾ ਵੀ ਮਾਮਲਾ ਮਾਫ ਹੋ ਗਿਆ, ਇਹ ਹੋ ਗਿਆ, ਇਹ ਮਾਮਲਾ ਸਸਪੈਂਡ ਕੀਤਾ ਗਿਆ ਹੈ, ਠੀਕ ਹੈ।
ਤੇ ਜਿਹੜੀ ਅਨਲਮੈਂਟ ਹੈ ਮਾਮਲਾ ਰਿਕਾਰਡ ਦੇ ਵਿੱਚ ਐਜ਼ ਇਜ਼ ਸਟੈਂਡ ਕਰਦਾ ਹੈ, ਕਿਉਂਕਿ ਇਹਦੇ ਹੋਰ ਵੀ ਬਹੁਤ ਸਾਰੇ ਮਕਸਦ ਹੁੰਦੇ ਆ ਮਾਮਲੇ ਦੇ। ਜਦੋਂ ਕੋਈ ਕਿਸ਼ਤਾਂ ਕੋਈ ਜ਼ਮੀਨ ਲੋਡ ਕੀਤੀ ਜਾਂਦੀ ਹੈ, ਜਦੋਂ ਕਿਸ਼ਤਾਂ ਫਿਕਸ ਕਰਨੀਆਂ ਹੁੰਦੀਆਂ ਨੇ, ਕਿੰਨਾ ਮਾਮਲਾ ਕਿਸ ਬੰਦੇ ਦੀ ਕਿੰਨੀ ਕਿਸ਼ਤ ਬਣੇਗੀ, ਕਿੰਨੀ ਜ਼ਮੀਨ ਦੀ ਕਿੰਨੀ ਕਿਸ਼ਤ ਬਣੇਗੀ, ਕਿੰਨੀ ਅਮਾਊਂਟ ਬਣੇਗੀ, ਉੱਥੇ ਇਹ 20 ਟਾਈਮਸ 9 ਟਾਈਮਸ 12 ਟਾਈਮਸ ਆਫ ਦਾ ਲੈਂਡ ਰੈਵਨਿਊ ਉੱਥੇ ਇਹਦੀ ਵਰਤੋਂ ਹੁੰਦੀ ਹੈ। ਇਸ ਕਰਕੇ ਜਿਹੜਾ ਮਾਮਲਾ ਹੈਗਾ ਇਹ ਰਿਕਾਰਡ ਦੇ ਵਿੱਚ ਇਹ ਐਜ਼ ਇਟ ਇਜ਼ ਹੈਗਾ। ਠੀਕ ਹੈ ਜੀ। ਇਹਦੇ ਵਿੱਚ ਕੀ ਹੈਗਾ ਫਿਰ ਅੱਗੇ ਹੈਗਾ ਕਲੈਕਟਰ ਵੱਲੋਂ ਜਿਹੜਾ ਇਹ ਰਿਵਾਈਜ਼ ਕੀਤਾ ਜਾ ਸਕਦਾ ਹੈ। ਜਿਹੜੀ ਪਰਸੈਂਟੇਜ ਹੈ ਇਸ ਵੇਲੇ ਰੂਲ 3 ਦੇ ਵਿੱਚ ਕੀ ਹੈਗੀ ਹੈ, ਜਿਹੜੀ 10% ਉਹਦਾ 75 10% ਆਫ ਦਾ ਲੈਂਡ ਰੈਵਨਿਊ ਜਿਹੜਾ 75 ਹੈਗਾ, ਜਿਹੜਾ ਨੰਬਰਦਾਰ ਨੂੰ ਜਾਣਾ ਹੁੰਦਾ, ਪਹਿਲਾਂ 5% ਹੁੰਦਾ ਸੀਗਾ, ਫਿਰ ਵਧਾ ਕੇ 1980 ਦੇ ਵਿੱਚ ਇਹ ਮੇਰੇ ਖਿਆਲ ਹੈ 1995 ਦੇ ਵਿੱਚ ਸ਼ਾਇਦ ਇਹਦੀ ਜਿਹੜੀ ਪਰਸੈਂਟੇਜ ਸੀਗੀ 1995 ਚ ਵਧਾ ਕੇ 10% ਕਰ ਦਿੱਤੀ ਗਈ ਸੀਗੀ। ਤੇ ਰੂਲ ਸਬ ਰੂਲ 4 ਦੇ ਵਿੱਚ ਕੀ ਹੈਗਾ, ਕਲੈਕਟਰ ਰਿਵਾਈਜ਼ ਵੀ ਕਰ ਸਕਦਾ ਹੈ, ਆਲਟਰ ਵੀ ਕਰ ਸਕਦਾ ਹੈ ਇਸ ਦੀ ਜਿਹੜਾ ਹੈਗਾ 75। ਅੱਗੇ ਕਿਸੇ ਰੂਲ 25 ਹੈਡਮੈਨ ਪੁਨਿਸ਼ਮੈਂਟ ਹੈਗਾ। ਪੁਨਿਸ਼ਮੈਂਟ ਦੇ ਸੰਬੰਧ ਵਿੱਚ ਕੀ ਸਜ਼ਾ ਦਿੱਤੀ ਜਾ ਸਕਦੀ ਹੈ ਨੰਬਰਦਾਰ ਨੂੰ। ਜਿਹੜੀ ਡਿਸਮਿਸ ਵਾਲੀ ਗੱਲ ਸੀਗੀ, ਦੇਖੋ ਉਹ ਤਾਂ ਡਿਸਮਿਸ ਹੋ ਗਈ, ਉਹ ਤਾਂ ਵੱਡੀ ਸਜ਼ਾ ਹੋ ਗਈ, ਉਹਦੀ ਪੋਸਟ ਹੀ ਖਤਮ ਕਰ ਦਿੱਤੀ। ਇੱਥੇ ਹੈਗੇ ਵੀ ਕੋਈ ਛੋਟੀ ਸਜ਼ਾ ਦਿੱਤੀ ਜਾ ਸਕਦੀ ਹੈ, ਪੁਨਿਸ਼ਮੈਂਟ where a headman commits a breach or neglects the duties imposed on him। ਜੇ ਕੋਈ ਆਪਣੀਆਂ ਬ੍ਰੀਚ ਆਫ ਕਮਿਟ ਕਰਦਾ ਹੈ, ਜਿਵੇਂ ਕਿ ਜਿਹਨੇ ਡਿਊਟੀਆਂ ਨੂੰ ਦਿੱਤੀਆਂ ਜਾਂਦੀਆਂ ਨੇ, ਜਦੋਂ ਉਹਨੂੰ ਸਨਦ ਦਿੱਤੀ ਜਾਂਦੀ ਹੈ ਤਾਂ ਸਾਰਾ ਡਿਟੇਲ ਡਾਟਾ ਦਿੱਤਾ ਜਾਂਦਾ ਵੀ ਤੁਸੀਂ ਆਹ ਡਿਊਟੀਆਂ ਨਿਭਾਉਣੀਆਂ ਨੇ। ਠੀਕ ਹੈ, ਆਪਣੇ ਡਿਊਟੀਆਂ ਨੂੰ ਬ੍ਰੀਚ ਕਰਦਾ, ਉਹ ਕੰਮ ਨਹੀਂ ਕਰਦਾ, ਉਸ ਨੂੰ ਮਤਲਬ ਕਿ ਜੋ ਉਹਨੂੰ ਕਮਿਟ ਕੀਤੀਆਂ ਹੁੰਦੀਆਂ ਨੇ, ਤਾਂ ਉਹਨੂੰ ਸਜ਼ਾ ਕੀਤੀ ਜਾ ਸਕਦੀ ਹੈ। ਕਿਹੜੀ ਕੀਤੀ ਜਾ ਸਕਦੀ ਹੈ, ਜਿਵੇਂ ਉਹਦੀਆਂ ਐਮੋਲੂਮੈਂਟਸ ਨੇ, ਉਹਦਾ ਆਫਿਸ ਉਹਦਾ ਵਿਡਹੈਲ ਕੀਤੀਆਂ ਜਾ ਸਕਦੀਆਂ, ਵਾਪਸ ਲਈਆਂ ਜਾ ਸਕਦੀਆਂ ਨੇ, ਕਿ ਜਿਹੜਾ 75 ਹੈ ਤੇ ਜਾਂ ਫਿਰ ਉਹਦਾ ਜਿਹੜਾ ਆਨਰੇਰੀਅਮ ਹੈ ਉਹ ਵਾਪਸ ਲਿਆ ਜਾ ਸਕਦਾ, ਫੋਰਫਿਟ ਵੀ ਕੀਤਾ ਜਾ ਸਕਦਾ ਗਵਰਨਮੈਂਟ ਦੇ ਖਾਤੇ ਦੇ ਵਿੱਚ। ਠੀਕ ਹੈ, ਫਾਰ ਟਰਮ ਨਾਟ ਐਕਸੀਡਿੰਗ 1 ਈਅਰ, 1 ਸਾਲ ਤੱਕ ਦੇ, ਇਸ ਤੋਂ ਵੱਧ ਨਹੀਂ, 1 ਸਾਲ ਤੱਕ ਦੇ ਲਈ ਜਿੰਨੀ ਉਹਦੀ ਜਿਹੜੀ ਤਨਖਾਹ ਹੈ, ਤਨਖਾਹ ਨਹੀਂ ਕਹਿ ਸਕਦੇ ਆਪਾਂ ਇਸਨੂੰ, ਫਿਰ ਗਲਤੀ ਨਾਲ ਕਹਿੰਦੇ ਨੇ ਆਨਰੇਰੀਅਮ ਤੇ ਰਿਮਿਊਨਰੇਸ਼ਨ ਮਾਣ ਭੱਤਾ, ਤੇ ਉਹਦਾ ਜਿਹੜਾ 75 ਹੈ 1 ਸਾਲ ਤੱਕ ਬੰਦ ਕੀਤਾ ਜਾ ਸਕਦਾ ਹੈ। ਤੇ ਦੈਨ ਕੀ ਹੈ, ਇਨ ਦਾ ਕੇਸ ਆਫ ਸਸਪੈਂਸ਼ਨ substitute shall not be appointed as the circumstances of the collector shall deem necessary। ਜੇ ਕਿਸੇ ਦੀ ਸਸਪੈਂਸ਼ਨ ਹੋ ਜਾਂਦੀ ਹੈ ਫॉर ਦਾ ਟਾਈਮ ਬੀਇੰਗ, ਸਾਲ ਦੇ ਲਈ ਇਦਾਂ, ਤਾਂ ਇਹੋ ਜਿਹੇ ਕੇਸਾਂ ਦੇ ਵਿੱਚ ਜਿਹੜਾ ਸਬਸਟੀਟਿਊਟ ਹੈ ਉਹ ਨਹੀਂ ਨਿਯੁਕਤ ਕੀਤਾ ਜਾ ਸਕਦਾ। shall not be appointed as the circumstances of the case deem necessary। shall or shall not ਦੋ ਪੁਆਇੰਟ ਰੱਖੇ ਨੇ, ਕੀਤਾ ਵੀ ਜਾ ਸਕਦਾ ਹੈ, ਨਹੀਂ ਵੀ ਕੀਤਾ ਜਾ ਸਕਦਾ। ਇਹ ਮੌਕੇ ਦੇ ਹਾਲਾਤ ਦੱਸਣਗੇ, ਜਿਵੇਂ ਪਟਵਾਰੀ ਹਲਕਾ ਦੀ ਰਿਪੋਰਟ ਜਾਏਗੀ ਵੀ ਜ਼ਰੂਰਤ ਹੈ ਤਾਂ ਕਲੈਕਟਰ ਵੱਲੋਂ ਕੀਤਾ ਜਾ ਸਕਦਾ ਹੈ, ਜੇ ਜ਼ਰੂਰਤ ਨਹੀਂ ਰੈਵਨਿਊ ਪਟਵਾਰੀ ਹਲਕਾ ਦੀ ਰਿਪੋਰਟ ਦੇ ਮੁਤਾਬਕ ਰੈਵਨਿਊ ਆਫੀਸਰਸ ਜੇ ਰਿਕਮੈਂਡ ਕਰੇਗਾ ਤਾਂ ਕੀਤਾ ਵੀ ਜਾ ਸਕਦਾ ਹੈ। ਦੈਨ ਅਗਰ ਰੂਲ 26 ਅਪਾਇੰਟਮੈਂਟ ਆਫ ਸਬਸਟੀਟਿਊਟ ਫਾਰ ਨਾਨ ਰੈਜ਼ੀਡੈਂਟ ਹੈਡਮੈਨ। ਜੇ ਐਨਆਰਆਈ ਹੈ, ਕੋਈ ਐਨਆਰਆਈ ਡਿਊਟੀ ਨਿਭਾਉਣ ਤੋਂ ਕਿਤੇ ਕਿਸੇ ਕਾਰਨ ਉਹਨੂੰ ਮਤਲਬ ਕਿ ਬਾਹਰ ਜਾਣਾ ਪੈ ਗਿਆ, ਹੋਰ ਪੈ ਗਿਆ, ਤਾਂ ਕਿ ਉਹਦਾ ਜਿਹੜਾ ਸਬਸਟੀਟਿਊਟ ਹੈ ਉਹਦੇ ਕੀ ਹੈਗੇ ਆ, ਮਤਲਬ ਕਿ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ। ਤਾਂ ਜੇ ਕੀਤਾ ਜਾ ਸਕਦਾ ਤਾਂ ਕੌਣ ਕੀਤਾ ਜਾ ਸਕਦਾ ਹੈ। ਇਹ ਜਿਹੜਾ ਸਬ ਰੂਲ 1 ਹੈ ਇਹ ਡਿਲੀਟ ਹੋ ਚੁੱਕਿਆ ਹੈ। ਸਬ ਰੂਲ 2 ਕੀ ਹੈਗਾ, ਵੇਅਰ ਇਨ ਐਨ estate owned by more landowners than one, a non-resident headman is liable either individually or as the representative of the other non-resident landowners for more than half the land revenue of the state। ਘੱਟੋ ਘੱਟ ਉਸ ਪਿੰਡ ਦਾ ਜਿਹੜਾ ਹਾਫ ਰੈਵਨਿਊ ਲੈਂਡ ਰੈਵਨਿਊ ਹੈ ਉਹ ਐਨਆਰਆਈ ਵੱਲੋਂ ਪੇ ਕੀਤਾ ਜਾਂਦਾ ਹੋਵੇ। ਇਹ ਸਬਸਟੀਟਿਊਟ ਫਾਰ ਸੱਚ ਹੈਡਮੈਨ may be appointed from amongst the either the resident of the landowners। ਜੇ ਉਹਦਾ ਸਬਸਟੀਟਿਊਟ ਕੋਈ ਨਿਯੁਕਤ ਕੀਤਾ ਜਾਣਾ ਹੈ ਤਾਂ ਜਾਂ ਤਾਂ ਫਿਰ ਉਹ ਲੈਂਡ ਓਨਰ ਚੋਂ ਕੀਤਾ ਜਾਵੇਗਾ, ਜਿਹੜੇ ਪਿੰਡ ਦੇ ਲੈਂਡ ਓਨਰਸ ਹੈਗੇ ਨੇ, ਜਾਂ ਫਿਰ ਟੈਨੈਂਟ ਚੋਂ ਕੀਤਾ ਜਾਵੇਗਾ। ਜੇ ਐਨਆਰਆਈ ਦੀ ਕੋਈ ਪ੍ਰਾਪਰਟੀ ਨੂੰ ਕੋਈ ਹੋਰ ਕਾਸ਼ਤ ਕਰਦੇ ਨੇ ਜਾਂ ਪਿੰਡ ਦੇ ਟੈਨੈਂਟ ਹੈਗੇ ਨੇ, ਉਹਨਾਂ ਵਿੱਚੋਂ ਜਿਹੜਾ ਐਨਆਰਆਈ ਦਾ ਕੋਈ ਸਬਸਟੀਟਿਊਟ ਨਿਯੁਕਤ ਕੀਤਾ ਜਾਣਾ ਹੈ, ਉਹ ਸਬਸਟੀਟਿਊਟ ਜਾਂਦਾ ਫਾਰ ਦਾ ਟਾਈਮਿੰਗ ਹੁੰਦਾ ਹੈਗਾ। ਸਬਸਟੀਟਿਊਟ ਦੀ ਜਿਹੜਾ ਪਾਵਰ ਨੇ ਉਹ ਐਨਆਰਆਈ ਦੇ ਸੌਰੀ ਜਿਹੜਾ ਨੰਬਰਦਾਰ ਮੇਨ ਨੰਬਰਦਾਰ ਹੁੰਦਾ ਉਹਦੇ ਕਹੇ ਤੋਂ ਜਾਂ ਫਿਰ ਕਿਸੇ ਵੀ ਸਟੇਜ ਤੇ ਰੀਜ਼ਨ ਦਿੰਦੇ ਹੋਏ ਵਾਪਸ ਲਈਆਂ ਜਾ ਸਕਦੀਆਂ ਹੁੰਦੀਆਂ ਨੇ। ਤੇ ਜਦੋਂ ਵੀ ਕੋਈ ਜਿਹੜਾ ਸਬਸਟੀਟਿਊਟ ਨਿਯੁਕਤ ਕੀਤਾ ਜਾਣਾ ਹੈਗਾ, ਉਹ ਜਿਹੜਾ ਮੇਨ ਨੰਬਰਦਾਰ ਹੁੰਦਾ ਹੈ, ਮੁੱਖ ਨੰਬਰਦਾਰ ਹੁੰਦਾ ਹੈ, ਜਿਹਦੇ ਬੇਸਿਸ ਤੇ ਉਹਨੂੰ ਸਬਸਟੀਟਿਊਟ ਕੀਤੇ ਪਾਵਰ ਦਿੱਤੀਆਂ ਜਾਂਦੀਆਂ ਨੇ, ਉਹਦੇ ਨਾਲ ਕੰਸਲਟ ਕੀਤਾ ਜਾਂਦਾ ਹੈ। ਜ਼ਿਆਦਾਤਰ ਕੀ ਹੁੰਦਾ ਇਨ ਪ੍ਰੈਕਟੀਕਲ ਆਪਾਂ ਦੇਖਦੇ ਹਾਂ, ਜਿਹਨੂੰ ਸਰਬਰਾ ਨੰਬਰਦਾਰ ਅਸੀਂ ਕਹਿ ਦਿੰਦੇ ਹਾਂ, ਜ਼ਿਆਦਾਤਰ ਪ੍ਰੈਕਟੀਕਲ ਜੋ ਚੱਲ ਰਿਹਾ ਹੈਗਾ, ਪਿੰਡ ਦਾ ਜਿਹੜਾ ਨੰਬਰਦਾਰ ਹੁੰਦਾ ਹੈ, ਨੰਬਰਦਾਰ ਜਦੋਂ ਬਜ਼ੁਰਗ ਹੋ ਜਾਵੇ
ਤੇ ਉਹੀ ਐਪਲੀਕੇਸ਼ਨ ਦੇ ਦਿੰਦਾ ਅੱਗੇ ਵੀ ਜਿਹੜਾ ਮੇਰਾ ਮੁੰਡਾ ਜਾਂ ਮੇਰਾ ਭਤੀਜਾ ਹੈਗਾ ਇਸ ਨੂੰ ਨੰਬਰਦਾਰ ਬਣਾਇਆ ਜਾਵੇ। ਪਰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਭਤੀਜੇ ਜਾਂ ਉਸੇ ਨੰਬਰਦਾਰ ਨੂੰ ਉਹਦੇ ਮੁੰਡੇ ਨੂੰ ਹੀ ਨੰਬਰਦਾਰ ਬਣਾਉਣਾ ਹੈ, ਕਿਸੇ ਹੋਰ ਵਿਅਕਤੀ ਨੂੰ ਵੀ ਨੰਬਰਦਾਰ ਬਣਾਇਆ ਜਾ ਸਕਦਾ ਹੁੰਦਾ, ਸਬਸਟੀਟਿਊਟ ਬਣਾਇਆ ਜਾ ਸਕਦਾ ਹੁੰਦਾ। ਇਹਦੇ ਵਿੱਚ ਜੇ ਐਨਆਰਆਈ ਦੀ ਗੱਲ ਕੀਤੀ ਗਈ ਹੈ, ਐਨਆਰਆਈ ਦੇ ਵਿੱਚ ਕਿਹਾ ਵੀ ਲੈਂਡ ਓਨਰ ਦੇ ਵਿੱਚੋਂ ਜਾਂ ਟੈਨੈਂਟ ਦੇ ਵਿੱਚੋਂ ਅਸੀਂ ਜਿਹੜਾ ਸਬਸਟੀਟਿਊਟ ਹੈ ਉਹ ਬਣਾ ਸਕਦੇ ਹਾਂ। ਅਪਾਇੰਟਮੈਂਟ ਆਫ ਅਦਰ ਸਬਸਟੀਟਿਊਟਸ ਐਂਡ देयर ਪੋਜੀਸ਼ਨਸ। ਉੱਪਰ ਐਨਆਰਆਈ ਦੀ ਗੱਲ ਕੀਤੀ ਸੀ, ਥੱਲੇ ਆ ਕੇ ਜਿਹੜੇ ਹੋਰ ਨੰਬਰਦਾਰ ਹੁੰਦੇ ਨੇ ਜੇ ਉਹਨਾਂ ਦੇ ਵਿੱਚੋਂ ਕੋਈ ਉਹਨਾਂ ਦੇ ਵਿੱਚੋਂ ਜੇ ਕੋਈ ਆਪਣਾ ਸਬਸਟੀਟਿਊਟ ਨਿਯੁਕਤ ਕਰਨਾ ਚਾਹੁੰਦਾ ਹੈ ਤਾਂ ਉਹਦੇ ਲਈ ਕੀ ਦੇਖਣਾ ਹੁੰਦਾ ਹੈ। ਦੇਖੋ ਵੇਅਰ ਰੂਲ 27 ਪੜ੍ਹ ਰਹੇ ਆ, ਵੇਅਰ ਬਾਈ ਦਾ ਰੀਜ਼ਨ ਆਫ 올ਡ ਏਜ, ਕੋਈ ਨੰਬਰਦਾਰ ਬਜ਼ੁਰਗ ਹੋ ਜਾਵੇ ਜਾਂ ਫਿਜ਼ੀਕਲ ਇਨਫਰਮਿਟੀ ਹੋ ਜਾਵੇ, ਉਹਦੀ ਐਬਸੈਂਸ ਹੋ ਜਾਵੇ ਕਿਸੇ ਕਾਰਨ ਆਪਣੇ ਸਰਕਲ ਦੇ ਵਿੱਚੋਂ, ਪਿੰਡ ਦੇ ਵਿੱਚੋਂ, ਵਿਦ ਦਾ ਪਰਮਿਸ਼ਨ ਆਫ ਦਾ ਕਲੈਕਟਰ ਜਾਂ ਕੋਈ ਹੋਰ ਰੀਜ਼ਨ ਹੋਵੇ ਮੇਨ, ਅਨਏਬਲ ਟੂ ਪਰਫਾਰਮ ਦਾ ਡਿਊਟੀਜ਼, ਆਪਣੀਆਂ ਡਿਊਟੀਆਂ ਪਰਫਾਰਮ ਕਰਨ ਤੋਂ ਅਨਏਬਲ ਹੋ ਗਿਆ ਹੋਵੇ ਤਾਂ ਅ ਸਬਸਟੀਟਿਊਟ ਮੇ ਬੀ ਅਪਾਇੰਟਡ ਟੂ ਡਿਸਚਾਰਜ ਦੋਜ਼ ਡਿਊਟੀਜ਼, ਉਹ ਡਿਊਟੀਆਂ ਨੂੰ ਨਿਭਾਉਣ ਦੀ ਖਾਤਰ ਕੋਈ ਉਹਦਾ ਜਿਹੜਾ ਸਰਬਰਾਹ ਨੰਬਰ ਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਸਬਸਟੀਟਿਊਟ ਨਿਯੁਕਤ ਕੀਤਾ ਜਾ ਸਕਦਾ ਹੈ। ਦ ਸਬਸਟੀਟਿਊਟ ਅਪਾਇੰਟਡ ਅੰਡਰ ਦਿਸ or the preceding rule shall be deemed to be equally responsible along with the person in whose place he is appointed। ਜਿਹੜਾ ਵੀ ਸਬਸਟੀਟਿਊਟ ਜਾਂ ਜਿਹਨੂੰ ਸਰਬਰਾਹ ਕਹਿ ਲਈ ਆਪਾਂ ਜਿਹੜਾ ਨਿਯੁਕਤ ਕੀਤਾ ਜਾਂਦਾ ਹੈ ਉਹ ਵੀ ਉਨਾ ਹੀ ਜ਼ਿੰਮੇਵਾਰ ਹੋਏਗਾ ਜਿੰਨਾ ਨੰਬਰਦਾਰ ਜ਼ਿੰਮੇਵਾਰ ਸੀ। ਪਰ ਇਹਦੇ ਨਾਲ ਹੀ ਆਪਾਂ ਗੱਲ ਸ਼ੁਰੂ ਕਰਾਂਗੇ ਵੀ ਸਬਸਟੀਟਿਊਟ ਨਿਯੁਕਤ ਹੋਣ ਦੇ ਨਾਲ ਜਿਹੜਾ ਨੰਬਰਦਾਰ ਹੈਗਾ ਉਹਦੀਆਂ ਡਿਊਟੀਆਂ ਖਤਮ ਨਹੀਂ ਹੋ ਜਾਂਦੀਆਂ, ਉਹਦੀ ਰਿਸਪੌਂਸਿਬਿਲਿਟੀ ਖਤਮ ਨਹੀਂ ਹੋ ਜਾਂਦੀ, ਉਹ ਦੈਟ ਹੀ ਵਿਲ ਆਲਸੋ ਇਕੁਅਲੀ ਰਿਸਪੌਂਸਿਬਲ ਫਾਰ ਦਾ ਡਿਊਟੀਜ਼। ਇਹ ਨਾ ਹੋਵੇ ਵੀ ਹੁਣ ਉਹ ਜੋ ਮਰਜ਼ੀ ਕਰੀ ਜਾਵੇ, ਜਿਹੜਾ ਸਬਸਟੀਟਿਊਟ ਨੰਬਰਦਾਰ ਨਿਯੁਕਤ ਹੋ ਗਿਆ equally the substitute appointed under this or the preceding rule shall be deemed to be equally responsible along with the person, ਨਾਲ ਉਹਦੇ ਨਾਲ ਮਤਲਬ ਕਿ ਦੋਨਾਂ ਦੀ ਜ਼ਿੰਮੇਵਾਰੀ ਹੈਗੀ ਹੈ, along with the person in whose place he is appointed to the office, and the collector may in each case direct from time to time whether the duties of the officer shall be performed by the substitute or the substantive holder or by both। ਤੇ ਕਲੈਕਟਰ ਵੱਲੋਂ ਇਹ ਸਮੇਂ-ਸਮੇਂ ਤੇ ਇਹ ਡਾਇਰੈਕਸ਼ਨ ਦਿੱਤੀ ਜਾ ਸਕਦੀ ਹੈ ਵੀ ਕਿਹੜਾ ਕੰਮ ਪਾਰਟਿਕੂਲਰ, ਕਿਹੜਾ ਕੰਮ ਕਿਹੜੇ ਕੰਮ ਸਬਸਟੀਟਿਊਟ ਨੰਬਰਦਾਰ ਨੇ ਕਰਨੇ ਤੇ ਕਿਹੜੇ ਕੰਮ ਨੇ ਜਿਹੜਾ ਸਬਸਟੈਂਟਿਵ ਨੰਬਰਦਾਰ ਹੈ, ਜਿਹੜਾ ਪੱਕਾ ਨੰਬਰਦਾਰ ਹੈ ਉਹਦੇ ਵੱਲੋਂ ਕੀਤੇ ਜਾਣਾ ਹੈ ਜਾਂ ਦੋਹਾਂ ਵੱਲੋਂ ਕੀਤੇ ਜਾਣੇ। ਠੀਕ ਹੈ ਜੀ। ਨੈਕਸਟ ਆ ਗਿਆ ਰੂਲ 28 ਡਿਟਰਮੀਨੇਸ਼ਨ ਆਫ ਦਾ ਆਫਿਸ। ਕਰ ਸਕਦਾ ਹੈ ਜੀ, ਬਿਲਕੁਲ ਕਰ ਸਕਦਾ ਹੈ। ਇਹ ਦੇਖੋ ਦਿਸ ਇਜ਼ ਜਸਟ ਏ ਪਾਵਰ ਆਫ ਅਟਾਰਨੀ। ਜੇ ਤੁਸੀਂ ਆਪਣੀ ਕਿਸੇ ਨੂੰ ਅਟਾਰਨੀ ਦੇ ਦਿੰਦੇ ਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਮੈਂ ਅਟਾਰਨੀ ਦੇਤੀ ਕਿਸੇ B ਪਰਸਨ ਨੂੰ, A ਨੇ B ਨੂੰ ਅਟਾਰਨੀ ਦੇਤੀ ਵੀ ਹਾਂ ਤੂੰ ਮੇਰੀ ਜ਼ਮੀਨ ਸੇਲ ਕਰ ਸਕਦਾ ਹੈ। ਇਟ ਇਜ਼ ਫਾਰ ਦਾ ਟਾਈਮ ਬਿੰਗ, ਇਹ ਹੈਗਾ ਵੀ ਮੈਂ ਨਹੀਂ ਜਾ ਸਕਦਾ, ਤੂੰ ਜਾ ਕੇ ਕਰ ਸਕਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਉੱਥੋਂ ਬਾਹਰ ਹੋ ਗਿਆ ਵੀ ਮੈਂ ਆਪਣੀਆਂ ਪਾਵਰਾਂ ਯੂਜ਼ ਨਹੀਂ ਕਰ ਸਕਦਾ। ਜੇ ਮੈਂ ਆਪਣੀਆਂ ਪਾਵਰਾਂ ਕਿਸੇ ਨੂੰ ਦੇ ਸਕਦਾ ਮੈਂ ਆਪਣੀਆਂ ਪਾਵਰਾਂ ਨੂੰ ਆਪ ਵੀ ਯੂਜ਼ ਕਰ ਸਕਦਾ। ਠੀਕ ਹੈ। ਪਰ ਦੂਜੀ ਗੱਲ ਇੱਥੇ ਇਹ ਆ ਜਾਂਦੀ ਹੈ, ਹਾਂ ਜਿਹੜਾ ਹੈ ਜੀ ਆਹੀ ਹਾਂ ਆਹੀ ਦੇਖੋ ਇਹਦੇ ਵਿੱਚ ਲਿਖਿਆ ਹੈ ਵੀ along with the substantive ਨੰਬਰਦਾਰ, ਜੇ ਨੰਬਰਦਾਰ ਦੀ ਕੋਈ ਡਿਊਟੀ ਹੈਗੀ ਹੈ ਤਾਂ along with ਰਿਸਪੌਂਸਿਬਿਲਿਟੀ ਹੈ ਤਾਂ ਨਾਲ ਉਹਦੀ ਵੀ ਜੋ ਰਿਸਪੌਂਸਿਬਿਲਿਟੀ ਹੈ ਸੈਕਸ਼ਨ 27 ਦੇ ਵਿੱਚ ਹੀ ਆਪਾਂ ਪੜ੍ਹ ਰਹੇ ਹਾਂ। ਦੇਖੋ ਇਕੁਅਲੀ ਰਿਸਪੌਂਸਿਬਲ, ਇਕੁਅਲੀ ਕਿਉਂ ਗਿਆ ਹੈ, ਦੋ ਜਣੇ ਹਨ ਨਾ, ਨਹੀਂ ਤਾਂ ਰਿਸਪੌਂਸਿਬਲ ਵਰਡ ਯੂਜ਼ ਕਰਦਾ। ਇੱਥੇ ਕਿਹਾ ਇਕੁਅਲੀ ਰਿਸਪੌਂਸਿਬਲ along with the person in whose place, ਉਹਦੇ ਨਾਲ ਉਹ ਬੰਦੇ ਦੇ ਬੇਸ ਤੇ ਵੀ ਦੂਜਾ ਵੀ ਜ਼ਿੰਮੇਵਾਰ ਹੋਏਗਾ ਜਿਹਦੇ ਬੇਸ ਤੇ ਨੰਬਰਦਾਰ ਨਿਯੁਕਤ ਕੀਤਾ ਗਿਆ, ਜਿਹਦੇ ਆਧਾਰ ਤੇ ਦੂਜਾ ਨੰਬਰਦਾਰ ਬਣਾਇਆ ਗਿਆ, ਉਹਦੇ ਨਾਲ ਇਹ ਵੀ ਜ਼ਿੰਮੇਵਾਰ ਹੋਏਗਾ, ਉਹ ਵੀ ਜ਼ਿੰਮੇਵਾਰ ਹੋਏਗਾ ਤੇ ਇਹ ਵੀ ਜ਼ਿੰਮੇਵਾਰ ਹੋਏਗਾ। ਤੇ ਨਾਲ ਅੱਗੇ ਜਾ ਕੇ ਲਿਖਿਆ DC ਨੇ ਵੀ ਕੁਝ ਪਾਰਟਿਕੂਲਰ ਕੰਮ ਹੈਗੇ ਨੇ ਜਿਹੜੇ ਸਬਸਟੀਟਿਊਟ ਨੰਬਰਦਾਰ ਨਹੀਂ ਕਰ ਪਾਏਗਾ ਜਾਂ ਕਰ ਪਾਏਗਾ। ਇਹ DC ਨੇ ਇੰਸਟਰਕਸ਼ਨ ਦੇਣੀ ਹੈ ਵੀ ਆਹ ਜਿਹੜੇ ਕੰਮ ਨੇ ਇਹ ਕਰਨੇ ਹੀ ਪੱਕੇ ਨੰਬਰਦਾਰ ਨੇ, ਸਬਸਟੀਟਿਊਟ ਨੰਬਰਦਾਰ ਨੇ ਕਰਨੇ ਹੀ ਨਹੀਂ। ਠੀਕ ਹੈ। ਇਦਾਂ ਦੇ ਕੁਝ ਕੰਮਾਂ ਨੂੰ ਵੰਡ ਵੀ ਕੀਤੀ ਜਾ ਸਕਦੀ ਹੈ ਵੀ ਜਾਂ ਦੋਨਾਂ ਨੇ ਕਰਨੇ ਨੇ, ਦੋਨੇ ਕੋਈ ਵੀ ਕੰਮ ਕਰ ਸਕਦਾ ਹੈ। ਇਹ ਦੇਖੋ ਇਹ ਕਲੀਅਰ ਹੈ ਸਾਰਾ ਸੈਕਸ਼ਨਸ ਦਾ ਰੂਲ 27 ਦੇ ਵਿੱਚ ਹੈ ਜੀ। ਹੈ ਜੀ ਕੀ ਕਹ ਰਹੇ ਹੋ ਕੁਲਦੀਪ ਸਿੰਘ?
27। हाँ सर सरबराह संबंधी हो गई है। बिल्कुल सरबराह संबंधी है रूल ਜਿਹੜਾ ਹੈਗਾ ਇਹ ਸਰਬਰਾ ਨੰਬਰਦਾਰ ਵਾਰੀ ਹੈ ਵੀ ਸਰਬਰਾ ਨੰਬਰਦਾਰ ਕਦੋਂ ਨਿਯੁਕਤ ਕੀਤਾ ਜਾ ਸਕਦਾ ਕਿਵੇਂ ਕੀਤਾ ਜਾ ਸਕਦਾ ਉਹਨੇ ਕੀ ਕਰਨਾ ਹੁੰਦਾ ਹੈ। ਠੀਕ ਹੈ ਜੇ ਤੁਹਾਨੂੰ ਸਰਬਰਾ ਨੰਬਰਦਾਰ ਬਾਰੇ ਕੋਈ ਕੁਐਸਚਨ ਆਉਂਦਾ ਤਾਂ ਤੁਸੀਂ ਰੂਲ 27 ਲਿਖੋਗੇ। ਨੈਕਸਟ ਆ ਗਿਆ ਜੀ ਰੂਲ 28। 28 ਕੀ ਹੈ ਡਿਟਰਮੀਨੇਸ਼ਨ ਆਫ ਦਾ ਆਫਿਸ ਆਫ ਦਾ ਸਬਸਟੀਟਿਊਟ ਵੀ ਜਿਹੜਾ ਸਰਬਰਾ ਨੰਬਰਦਾਰ ਹੈ ਉਹਦਾ ਆਫਿਸ ਹੈ ਯਾਨੀ ਕਿ ਉਹਦੀ ਨਿਯੁਕਤੀ ਹੈ ਕਿੰਨੀ ਦੇਰ ਤੱਕ ਰਹਿ ਸਕਦੇ ਕਿਵੇਂ ਰਹਿ ਸਕਦੇ ਆ ਉਹਦੇ ਲਈ ਜਿਹੜਾ ਹੈਗਾ ਸਰ ਇਸ ਤੋਂ ਪਹਿਲਾਂ ਇੱਕ ਪ੍ਰਸ਼ਨ ਹੈ ਜੀ ਜੀ ਜਿੱਦਾਂ ਸਰਵਰਾ ਨੰਬਰਦਾਰ ਕੋਈ ਗਲਤ ਤਸਦੀਕ ਕਰ ਦਿੰਦਾ ਜੀ ਉੱਤੇ ਕੋਈ ਐਫ ਆਈ ਆਰ ਵਗੈਰਾ ਹੋ ਜਾਂਦੀ ਆ ਹਾਂ ਹੋ ਜਾਂਦੀ ਉਹਦਾ ਹੈ ਇਫੈਕਟ ਜਿਹੜਾ ਉਹਦਾ ਕੋਈ ਇਫੈਕਟ ਜਿਹੜਾ ਅਸਲ ਨੰਬਰਦਾਰ ਨੂੰ ਵੀ ਪਊਗਾ। ਬਿਲਕੁਲ ਪਏਗਾ ਜੀ ਕਿਉਂਕਿ ਉਹਦੇ ਬਿਹਾਫ ਤੇ ਕੰਮ ਕਰ ਰਿਹਾ ਉਹ ਹਾਂਜੀ ਉਹਦੇ ਬਿਹਾਫ ਤੇ ਕੰਮ ਕਰ ਰਿਹਾ ਹੈ। ਠੀਕ ਹੈ ਜੀ ਇਕੁਅਲੀ ਰਿਸਪੌਂਸਿਬਲ ਅਸੀਂ ਲਿਖਿਆ ਨਾ ਉੱਪਰ ਰੂਲ 727 ਦੇ ਵਿੱਚ ਵੀ ਇਕੁਅਲੀ ਰਿਸਪੌਂਸਿਬਲ ਹੈ ਅਲੋਂਗ ਵਿਦ ਦਾ ਪਰਸਨ ਔਨ ਇਨ ਹੂਜ਼ ਬਿਹਾਫ ਹੀ ਇਜ਼ ਅਪਾਇੰਟਡ ਉਹਦੇ ਨਾਲ ਨਾਲ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਥੋੜਾ ਕਿ ਉਹਨੂੰ ਖੁੱਲਾ ਛੱਡਤਾ ਵੀ ਤੂੰ ਜੋ ਮਰਜ਼ੀ ਕਰੀ ਜਾ। ਠੀਕ ਹੈ ਜ਼ਿੰਮੇਵਾਰੀ ਨੰਬਰਦਾਰ ਦੀ ਵੀ ਨਾਲ ਹੈਗੀ ਹੈ ਕਿਉਂਕਿ ਜੇ ਨੰਬਰਦਾਰ ਚਾਹੇ ਜਦੋਂ ਮਰਜ਼ੀ ਵਾਪਸ ਲੈ ਸਕਦਾ ਹੈਗਾ ਕਲੈਕਟਰ ਕੋਲ ਅਰਜ਼ੀ ਦੇ ਕੇ ਸਰਬਰਾ ਨੰਬਰਦਾਰ ਨੂੰ ਹਟਾ ਸਕਦਾ ਹੈ ਜਾਂ ਡੀਸੀ ਜਦੋਂ ਮਰਜ਼ੀ ਚਾਹੇ ਜੇ ਸਰਬਰਾ ਨੰਬਰਦਾਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਜਦੋਂ ਮਰਜ਼ੀ ਹਟਾ ਸਕਦਾ ਹੈ। ਨਹੀਂ ਮੇਰਾ ਇਹ ਕੁਐਸਚਨ ਸੀ ਐਫ ਆਈ ਆਰ ਤਾਂ ਉਹਦੇ ਤੇ ਹੋ ਗਈ ਐਫ ਆਈ ਆਰ ਤਾਂ ਉਹਦੇ ਤੇ ਹੋਏਗੀ ਪਰ ਜਿਹੜੀ ਉਹਦੀ ਉਹਨੂੰ ਡਿਸਮਿਸ ਕੀਤਾ ਜਾ ਸਕਦਾ ਹੈ ਜਿਸमें ਜਿਹੜਾ ਅਸਲ ਨੰਬਰਦਾਰ ਨੂੰ ਵੀ ਕੀਤਾ ਜਾ ਸਕਦਾ। ਬਿਲਕੁਲ ਕੀਤਾ ਜਾ ਸਕਦਾ ਹੈ ਇਕੁਅਲੀ ਰਿਸਪੌਂਸਿਬਲ ਹੈ ਉਹਦੀਆਂ ਕੰਮਾਂ ਦੇ ਪ੍ਰਤੀ। ਨੈਕਸਟ ਆ ਗਿਆ ਜੀ ਡਿਟਰਮੀਨੇਸ਼ਨ ਆਫ ਦਾ ਆਫਿਸ ਆਫ ਦਾ ਸਬਸਟੀਟਿਊਟ ਦੇਖੋ ਇਹ ਵੀ ਇੰਪੋਰਟੈਂਟ ਹੈ ਬਹੁਤ ਜਿਹੜੀ ਗੱਲ ਆਪਾਂ ਪਹਿਲਾਂ ਕਰ ਰਹੇ ਸੀਗੇ ਇਹ ਸਰਬਰਾ ਨੰਬਰਦਾਰ ਨਾਲ ਲਿੰਕ ਕਰਦੀ ਹੈ। when the person on whose behalf the substitute was appointed vacates his office ਦੇਖੋ ਜਿਸ ਨੰਬਰਦਾਰੀ ਦੇ ਲਈ ਇੱਕ ਸਰਬਰਾ ਨੰਬਰਦਾਰ ਨਿਯੁਕਤ ਕੀਤਾ ਗਿਆ ਸੀਗਾ ਉਹ ਨੰਬਰਦਾਰੀ ਖਤਮ ਹੋ ਜਾਂਦੀ ਹੈ ਕਿਸੇ ਵੀ ਕਾਰਨ ਖਤਮ ਹੋ ਜਾਂਦੀ ਹੈ ਡੈਥ ਹੋ ਜਾਂਦੀ ਹੈ ਜਾਂ ਡਿਸਮਿਸ ਹੋ ਜਾਂਦਾ ਕਿਸੇ ਵੀ ਰੀਜ਼ਨ ਦੇ ਵਿੱਚ ਉਹ ਜਿਹੜਾ ਆਪਾਂ ਨੇ ਪੜ੍ਹੇ ਸੀਗੇ ਪਿੱਛੇ ਰੂਲ ਪੜ੍ਹੇ ਸੀਗੇ ਉਹਦਾ ਆਫਿਸ ਹੈ ਵਿਕੇਟ ਹੋ ਜਾਂਦਾ ਹੈ। ਠੀਕ ਹੈ ਨੰਬਰਦਾਰ ਨਹੀਂ ਰਹਿੰਦਾ ਮਤਲਬ ਕਹਿਣ ਦਾ ਭਾਵ ਇਹ ਹੈ। ठीक है the tenure of office by the substitute shall there on abate ਜਿੱਦਣ ਨੰਬਰਦਾਰੀ ਖਤਮ ਹੋਗੀ ਪੱਕੇ ਨੰਬਰਦਾਰ ਦੀ ਨੰਬਰਦਾਰੀ ਖਤਮ ਹੋ ਗਈ ਜਿਹੜਾ ਸਰਬਰਾ ਨੰਬਰਦਾਰ ਹੈ ਉਹਦੀ ਨੰਬਰਦਾਰੀ ਉਸੇ ਦਿਨ ਖਤਮ ਹੋ ਜਾਂਦੀ ਹੈ ਸੇਮ ਡੇ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਜਨਰਲ ਦੇ ਵਿੱਚ ਜਿੱਦਣ ਪਾਵਰ ਟੌਰਨੀ ਦੇਣ ਵਾਲਾ ਬੰਦਾ ਮਰ ਜਾਂਦਾ ਹੈ ਤਾਂ ਪਾਵਰ ਟੌਰਨੀ ਵੀ ਉਸੇ ਦਿਨ ਮਰ ਜਾਂਦੀ ਹੈ ਮਤਲਬ ਉਹਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ ਖਤਮ ਹੋ ਜਾਂਦੀ ਹੈ ਪਾਵਰ ਟੌਰਨੀ ਨੂੰ ਆਪਾਂ ਯੂਜ਼ ਨਹੀਂ ਕਰ ਸਕਦੇ। ਠੀਕ ਹੈ ਜੀ ਇਹ ਜਨਰਲ ਕੁਐਸਚਨ ਤੁਹਾਨੂੰ ਕਈ ਵਾਰੀ ਤੁਹਾਡੇ ਰਿਸ਼ਤੇਦਾਰ ਕੋਈ ਜਾ ਸਕੇ ਸੰਬੰਧੀ ਕੋਈ ਯਾਰ ਦੋਸਤ ਆਮ ਤੌਰ ਤੇ ਪੁੱਛਦੇ ਰਹਿੰਦੇ ਨੇ ਵੀ ਪਾਵਰ ਟੌਰਨੀ ਦਿੱਤੀ ਸੀ ਬੰਦਾ ਮਰ ਗਿਆ ਹੁਣ ਕੀ ਕਰੀਏ ਉਹਦਾ ਸਿੰਪਲ ਜਿਹਾ ਕੁਐਸਚਨ ਆਨਸਰ ਹੈਗਾ ਵੀ ਪਾਵਰ ਟੌਰਨੀ ਵੀ ਮਰ ਗਈ ਹੁਣ ਤਾਂ ਜਿੱਦਣ ਬੰਦਾ ਮਰ ਗਿਆ ਟੌਰਨੀ ਦੇਣ ਵਾਲਾ ਪਾਵਰ ਟੌਰਨੀ ਵੀ ਖਤਮ ਹੋ ਗਈ। ਇਸੇ ਤਰ੍ਹਾਂ ਹੀ ਜਦੋਂ ਪੱਕਾ ਨੰਬਰਦਾਰ ਮਰ ਗਿਆ ਉਦੋਂ ਹੀ ਕੱਚੇ ਨੰਬਰਦਾਰੀਆਂ ਪਾਵਰਾਂ ਖਤਮ ਹੋ ਗਈਆਂ ਜ਼ੀਰੋ ਹੋ ਗਈਆਂ। ਠੀਕ ਹੈ ਜੀ ਇਹ ਰੂਲ 28 ਦਾ 1 ਪਾਰਟ ਕਹਿੰਦਾ ਹੈ। ਅੱਗੇ 2 ਪਾਰਟ ਕੀ ਹੈ ਜੀ ਰੂਲ 2 ਸਬ ਰੂਲ 2 ਕੀ ਹੈ ਸੇਵਿੰਗ ਐਜ਼ ਪ੍ਰੋਵਾਈਡਡ ਇਨ ਸਬ ਰੂਲ 1 ਕਹਿੰਦਾ ਸਬ ਰੂਲ 1 ਨੂੰ ਜੋ ਕਿਹਾ ਉਹ ਤਾਂ ਠੀਕ ਹੈ ਕਿਹਾ ਇਸ ਤੋਂ ਇਲਾਵਾ ਸ਼ੈਲ ਰਿਮੇਨ ਇਨ ਫੋਰਸ ਅੰਟਿਲ ਇਟ ਇਜ਼ ਰਿਵੋਕਡ ਜੇ ਕੋਈ ਸਬਸਟੀਟਿਊਟ ਨੰਬਰਦਾਰ ਬਣਾਤਾ ਜਦੋਂ ਤੱਕ ਉਹਦੀ ਪਾਵਰ ਵਾਪਸ ਪਹਿਲੇ ਨੂੰ ਛੱਡ ਕੇ ਪਹਿਲੇ ਕੇਸ ਤਾਂ ਦੇਖੋ ਖਤਮ ਹੋ ਗਈ ਉਸੇ ਦਿਨ ਜਿੱਦਾਂ ਨੰਬਰਦਾਰ ਦੀ ਪੋਸਟ ਖਤਮ ਹੋ ਗਈ ਅੱਗੇ ਦੈਨ ਜੇ ਨੰਬਰਦਾਰ ਉਹ ਹੈਗਾ ਜਿੰਦਾ ਹੈਗਾ ਜਾਂ ਉਹਦੀ ਪਾਵਰ ਖਤਮ ਨਹੀਂ ਹੋਈ ਤਾਂ ਕੀ ਕਹਿੰਦਾ ਵੀ ਸ਼ੈਲ ਰਿਮੇਨ ਇਨ ਫੋਰਸ ਅੰਟਿਲ ਇਟ ਇਜ਼ ਰਿਵੋਕਡ ਜੇ ਕੋਈ ਨੰਬਰਦਾਰ ਬਣਾਇਆ ਗਿਆ ਸਰਬਰਾ ਤਾਂ ਉਹ ਉਦੋਂ ਤੱਕ ਰਹੇਗਾ ਜਦੋਂ ਤੱਕ ਉਹਦੀਆਂ ਪਾਵਰਾਂ ਨੇ ਜਿਹੜੇ ਉਹਦੇ ਆਰਡਰ ਨੇ ਵਾਪਸ ਨਹੀਂ ਲੈ ਜਾਂਦੇ ਰਿਵੋਕ ਨਹੀਂ ਹੋ ਜਾਂਦੇ ਵਾਪਸ ਨਹੀਂ ਲੈ ਜਾਂਦੇ ਔਰ ਅੰਟਿਲ ਦਾ ਸਬਸਟੀਟਿਊਟ ਡਾਈਜ਼ ਜਾਂ ਸਬਸਟੀਟਿਊਟ ਮਰ ਨਹੀਂ ਜਾਂਦਾ। ਠੀਕ ਹੈ ਔਰ ਇਜ਼ ਡਿਸਮਿਸਡ ਔਰ ਰਿਜ਼ਾਈਨਸ ਦਾ ਅਪਾਇੰਟਮੈਂਟ मतलब सब्स्टिट्यूट नंबरदार की गल कर रहा है भी सब्स्टिट्यूट नंबरदार एक तो पहले नंबरदार एक कहता जिदन पक्का नंबरदार खत्म हो गया उदन एक खत्म हो गया। दूसरे पॉइंट ये कह रहे हैं भी सब्स्टिट्यूट नंबरदार उद तक रहेगा जो तक ਉਹਦਾ ਜਿਹੜਾ ਆਰਡਰ ਹੈ ਵਾਪਸ ਨਹੀਂ ਹੋ ਜਾਂਦਾ ਜਾਂ ਫਿਰ ਉਹਦੀ ਮੌਤ ਨਹੀਂ ਹੋ ਜਾਂਦੀ ਜਾਂ ਉਹ ਡਿਸਮਿਸ ਨਹੀਂ ਹੋ ਜਾਂਦਾ ਜਾਂ ਰਿਜ਼ਾਈਨ ਨਹੀਂ ਕਰ ਦਿੰਦਾ ਜਦੋਂ ਤੱਕ ਇਹ ਕੁਝ ਨਹੀਂ ਕਰਦਾ ਫਿਰ ਸਬਸਟੀਟਿਊਟ ਨੰਬਰਦਾਰ ਕੰਮ ਕਰਦਾ ਰਹੇਗਾ ਉਦੋਂ ਤੱਕ। ਠੀਕ ਹੈ ਜੀ ਕਲੀਅਰ ਹੈ ਸਾਰਾ ਕੁਝ। ਨੈਕਸਟ ਰੂਲ 29 rules governing appointment and removal of the substitutes in making substitutes appointments under rule
27 ਇਹ 27 ਜਿਹੜਾ ਆਪਾਂ ਪੜ੍ਹ ਰਹੇ ਹਾਂ ਇਹਦੇ ਸੰਬੰਧ ਵਿੱਚ ਗੱਲ ਕਰਦੇ ਹਾਂ। ਦ ਕਲੈਕਟਰ ਸ਼ੈਲ ਕੰਸਲਟ ਦਾ ਸਬਸਟੈਂਟਿਵ ਹੋਲਡਰ। ਜਦੋਂ ਵੀ ਇੱਕ ਸਬਸਟੀਟਿਊਟ ਨੰਬਰ ਦਾ ਨਿਯੁਕਤ ਕੀਤਾ ਜਾਣਾ ਹੈ ਤਾਂ ਇੱਥੇ ਕੀ ਹੈਗਾ, ਕਲੈਕਟਰ ਨੂੰ ਕਿਹਾ ਗਿਆ ਵੀ ਕਲੈਕਟਰ ਜਾਂ ਨੰਬਰਦਾਰ ਜਿਵੇਂ ਕਿ ਰੈਵਨਿਊ ਆਫੀਸਰ ਜਿਹਨੇ ਉਸ ਦੀ ਰਿਕਮੈਂਡੇਸ਼ਨਸ ਕਰਨੀ ਹੈ ਵੀ ਉਹਨਾਂ ਦੇ ਨਾਲ ਕੰਸਲਟ ਕੀਤਾ ਜਾਵੇਗਾ ਵੀ ਕੀ ਬੰਦਾ ਠੀਕ ਹੈ। ਜ਼ਿਆਦਾਤਰ ਤਾਂ ਹੁੰਦਾ ਪ੍ਰੈਕਟੀਕਲ ਚ ਇਹੀ ਹੈ ਵੀ ਉਹ ਸਰਬਰਾ ਨੰਬਰਦਾਰ ਹੀ ਅੱਗੇ ਅਰਜੀ ਦਿੰਦਾ ਹੈ ਨਾ, ਸੌਰੀ ਮੇਨ ਪੱਕਾ ਨੰਬਰਦਾਰ ਹੀ ਅੱਗੇ ਅਰਜੀ ਦਿੰਦਾ ਵੀ ਫਲਾਣੇ ਨੂੰ ਤੁਸੀਂ ਮਤਲਬ ਜਿਹੜਾ ਹੈਗਾ ਸਰਬਰਾ ਬਣਾ ਦਿਓ। ਉਹਦੇ ਵਿੱਚ ਤਾਂ ਅੰਡਰਸਟੂਡ ਹੀ ਹੈ ਵੀ ਹੁਣ ਕੰਸਲਟ ਕਰਨ ਦੀ ਗੱਲ ਹੀ ਕੀ ਰਹੇਗੀ, ਜਦੋਂ ਅੱਗੇ ਅਰਜੀ ਉਹਦੇ ਰਿਹਾ ਵੀ ਆਏ ਨੂੰ ਬਣਾ ਦਿਓ ਤੇ ਇੱਥੇ ਉਹ ਗੱਲ ਆਪਣੇ ਆਪ ਹੀ ਪੂਰੀ ਹੋ ਜਾਂਦੀ ਹੈ ਵੀ ਕੰਸਲਟ ਕਰਨਾ ਹੁੰਦਾ ਹੈ ਸਬਸਟੈਂਟਿਵ ਨੰਬਰਦਾਰ ਨੂੰ, ਜਿਹਨੇ ਕਿ ਪੱਕੇ ਨੰਬਰਦਾਰ ਨੂੰ ਕੰਸਲਟ ਕਰਨਾ ਹੁੰਦਾ ਹੈ ਜਦੋਂ ਕੋਈ ਸਬਸਟੀਟਿਊਟ ਨੰਬਰ ਦਾ ਨਿਯੁਕਤ ਕੀਤਾ ਜਾਣਾ ਹੈ। ਵੈਨ ਹੀ ਇਜ਼ ਕੈਪੇਬਲ ਆਫ ਐਕਸਪ੍ਰੈਸਿੰਗ ਹਿਜ਼ ਵਿਸ਼ਸ ਇਨ ਦਾ ਮੈਟਰ, ਉਹਦੀ ਕੀ ਇੱਛਾ ਹੈਗੀ ਹੈ ਨੰਬਰਦਾਰ ਦੀ, ਪੱਕੇ ਨੰਬਰਦਾਰ ਦੀ ਵੀ ਕੀ ਇਹ ਬੰਦਾ ਠੀਕ ਹੈ ਇਹਨੂੰ ਬਣਾ ਦਿੱਤਾ ਜਾਵੇ। ਐਨੀ ਰੈਜ਼ੀਡੈਂਟ ਲੈਂਡ ਓਨਰ in the state or circle as the case may be, or any resident tenant in the case falling under rule 14(2) shall be eligible for the appointment as substitute ਨੰਬਰਦਾਰ। ਦੇਖੋ ਇਹ ਜਿਹੜਾ ਬੜਾ ਕਲੀਅਰ ਹੈਗਾ ਇੱਥੇ ਇਹ ਨਹੀਂ ਹੈਗਾ ਵੀ ਕੱਲਾ ਨੰਬਰਦਾਰ ਦੇ ਜਿਹੜਾ ਫੈਮਿਲੀ ਦੇ ਵਿੱਚੋਂ ਹੀ ਕੋਈ ਨੰਬਰਦਾਰ ਜਿਹੜਾ ਸਬਸਟੀਟਿਊਟ ਨੰਬਰਦਾਰ ਹੈ ਸਭ ਦਾ ਉਹ ਬਣਾਇਆ ਜਾਣਾ ਹੈ। ਠੀਕ ਹੈ, ਇੱਥੇ ਕਲੀਅਰ ਕੀਤਾ ਗਿਆ ਵੀ ਪਿੰਡ ਦੇ ਵਿੱਚ ਜਾਂ ਉਸ ਏਰੀਆ ਦੇ ਵਿੱਚ as the case may be any resident जब मालिक any landowner, ठीक है, in the state or as the case may be any resident tenant cases falling under 14(2) shall be eligible for the appointment of substitute ਨੰਬਰਦਾਰ। यानी कि कोई ਪਿੰਡ ਦਾ ਹੋਰ ਮਾਲਕ ਜਾਂ ਪਿੰਡ ਦਾ ਹੋਰ ਟੈਨੈਂਟ ਨੂੰ ਵੀ ਜਿਹੜਾ ਸਬਸਟੀਟਿਊਟ ਨੰਬਰਦਾਰ ਵਿਦ ਦਾ ਕੰਸਲਟੇਸ਼ਨ ਆਫ ਦਾ ਪੱਕੇ ਨੰਬਰਦਾਰ ਦੀ ਸਬਸਟੀਟਿਊਟ ਨੰਬਰਦਾਰ ਦੀ ਸਰਬਰਾ ਨੰਬਰਦਾਰ ਜਿਹੜੀ ਨਿਯੁਕਤੀ ਹੈ ਉਹ ਕੀਤੀ ਜਾ ਸਕਦੀ ਹੈ। ਤਾਂ ਇਹ ਪੁਆਇੰਟ ਹੋ ਗਿਆ ਜੀ। थर्ड रूल की है फिटनेस in judging the fitness of the person appointed as a substitute regard shall be had to the property which he will inherit। ਜਦੋਂ ਸਬਸਟੀਟਿਊਟ ਨੰਬਰਦਾਰ ਬਣਾਇਆ ਜਾਣਾ ਹੈ ਤਾਂ ਜਿਹੜਾ ਪੱਕਾ ਨੰਬਰਦਾਰ ਹੈ ਜੇ ਉਹਦੇ ਫੈਮਿਲੀ ਦੇ ਵਿੱਚੋਂ ਨੰਬਰਦਾਰ ਨੂੰ ਬਣਾ ਰਹੇ ਹਾਂ ਅਸੀਂ, ਠੀਕ ਹੈ, ਤਾਂ ਉਹ ਦੇਖਣਾ ਵੀ ਉਹ ਕਿੰਨੀ ਪ੍ਰਾਪਰਟੀ ਦਾ ਮਾਲਕ ਬਣੇਗਾ। ਜਿਹੜਾ ਪੱਕਾ ਨੰਬਰਦਾਰ ਹੈ ਉਹਦੀ ਮਰਨ ਉਪਰੰਤ ਕਿੰਨੀ ਪ੍ਰਾਪਰਟੀ ਦਾ ਮਾਲਕ ਬਣੇਗਾ ਜਾਂ ਕੋਈ ਆਲਰੇਡੀ ਕਿੰਨੀ ਪ੍ਰਾਪਰਟੀ ਦਾ ਉਹ ਮਾਲਕ ਹੈਗਾ, ਇਹ ਦੇਖਿਆ ਜਾਵੇਗਾ। Then fourth ਕੀ ਹੈਗਾ, a substitute may be removed at any time by the collector either on his own motion। ਦੇਖੋ or at the request of the person, ਕਿਸੇ ਵੀ ਸਰਬਰਾ ਨੰਬਰਦਾਰ ਨੂੰ ਕਲੈਕਟਰ ਵੱਲੋਂ ਆਪਦੀ ਮਰਜ਼ੀ ਦੇ ਨਾਲ ਰਿਮੂਵ ਕੀਤਾ ਜਾ ਸਕਦਾ ਹੈ ਆਪਦੀ ਮਰਜ਼ੀ ਦੇ ਨਾਲ on his own motion or on the request of the person for whom the substitute is acting, ਜਾਂ ਉਸ ਵਿਅਕਤੀ ਦੇ ਵੱਲੋਂ ਰਿਕੁਐਸਟ ਕਰਨ ਤੇ ਜਸਟੀਫਾਈ ਕਰਨ ਤੇ ਜਿਹਦਾ ਉਸਨੂੰ ਸਰਬਰਾ ਨਿਯੁਕਤ ਕੀਤਾ ਗਿਆ ਹੈ ਉਹਦੀ ਰਿਕੁਐਸਟ ਤੇ ਵੀ ਰਿਮੂਵ ਕੀਤਾ ਜਾ ਸਕਦਾ ਹੈ। ਠੀਕ ਹੈ, ਆਪਣੀ ਮਰਜ਼ੀ ਨਾਲ ਵੀ ਰਿਮੂਵ ਕੀਤਾ ਜਾ ਸਕਦਾ ਹੈ ਕਲੈਕਟਰ ਵੱਲੋਂ। ਔਰ ਫॉर ਐਨੀ ਅਦਰ ਰੀਜ਼ਨਸ ਵਿਚ ਦਾ ਕਲੈਕਟਰ ਥਿੰਕਸ ਫਿਟ ਸਫੀਸ਼ੀਐਂਟ, ਕੋਈ ਵੀ ਕਾਰਨ ਹੋ ਸਕਦਾ ਹੈ ਕੋਈ ਜਿਹੜਾ ਕਲੈਕਟਰ ਨੂੰ ਠੀਕ ਲੱਗੇ ਵੀ ਇਹਦੀ ਜਿਹੜੀ ਨਿਯੁਕਤੀ ਕੀਤੀ ਜਾਣੀ ਹੈ ਗਲਤ ਹੈਗੀ ਹੁਣ ਵਾਪਸ ਲੈ ਜਾਣੀ ਹੈ ਤਾਂ ਵਾਪਸ ਲੈ ਸਕਦੇ ਹਾਂ ਕਿਸੇ ਵੀ ਸਟੇਜ ਤੇ। ਅੱਗੇ ਹੈਗਾ ਜੀ ਰੂਲ 30 ਰਿਮੂਨਰੇਸ਼ਨ ਆਫ ਦਾ ਸਬਸਟੀਟਿਊਟ। ਜਿਹੜਾ ਸਰਬਰਾ ਨੰਬਰਦਾਰ ਹੈ ਉਹਦੀ ਰਿਮੂਨਰੇਸ਼ਨ ਕੀ ਹੋਏਗਾ। ਫॉर द स्पेशल रीजन टू बी रिकॉर्डेड इन द ऑर्डर अपॉइंटिंग सब्सटीट्यूट, ਜਿਹੜਾ ਸਬਸਟੀਟਿਊਟ ਜਦੋਂ ਬਣਾਇਆ ਜਾਣਾ ਹੈ ਉਹਦੇ ਆਰਡਰ ਦੇ ਵਿੱਚ ਸਪੈਸ਼ਲ ਰੀਜ਼ਨ ਦਿੱਤੇ ਜਾਂਦੇ ਆ। ਠੀਕ ਹੈ, the person in whose stead a substitute is appointed may be permitted to enjoy a portion of the remuneration, ਵੀ ਕੁਝ ਪੋਰਸ਼ਨ ਕੁਝ ਹਿੱਸਾ ਪੱਕੇ ਨੰਬਰਦਾਰ ਨੂੰ ਦਿੱਤਾ ਜਾਣਾ ਹੈ ਜਾਂ ਨਹੀਂ ਦਿੱਤਾ ਜਾਣਾ। ਸਪੈਸੀਫਿਕ ਤੌਰ ਤੇ ਜਿਹੜਾ ਹੈਗਾ ਆਰਡਰ ਹੈ ਜਦੋਂ ਉਹਦਾ ਬਣਾਉਣਾ ਹੈ ਸਬਸਟੀਟਿਊਟ ਦਾ ਉਹਦੇ ਵਿੱਚ ਕਲੀਅਰ ਕੀਤਾ ਜਾਣਾ ਕਲੈਕਟਰ ਵੱਲੋਂ। ਦੈਨ ਹੈਗਾ ਇਨ ਦਾ ਐਬਸੈਂਸ ਆਫ ਐਨੀ ਸੱਚ ਆਰਡਰ, ਜੇ ਕਿਸੇ ਆਰਡਰ ਦੇ ਵਿੱਚ ਕੋਈ ਕਲੈਰੀਫਾਈ ਨਾ ਕੀਤਾ ਗਿਆ ਹੋਵੇ ਤਾਂ ਜਿਹੜਾ ਸਬਸਟੀਟਿਊਟ ਹੈ ਇੰਟੈਕਟਲ ਹੈ ਉਹ ਸਾਰੇ ਜਿਹੜੇ ਵੀ ਬੈਨੀਫਿਟ ਹੈਗੇ ਨੇ ਚਾਹੇ ਉਹ ਓਨੋਰੇਰੀਅਮ ਹੈ ਚਾਹੇ ਉਹ 75 ਹੈ ਤਾਂ ਉਹ ਜਿਹੜਾ ਸਰਬਰਾ ਨੰਬਰਦਾਰ ਹੈ ਉਹ ਲੈਂਦਾ ਹੱਕਦਾਰ ਹੈ। ਠੀਕ ਹੈ ਜੀ, ਇਹਦੇ ਨਾਲ ਜਿਹੜਾ ਨੰਬਰਦਾਰੀ ਵਾਲਾ ਸੈਕਸ਼ਨ ਹੈਗਾ रूल्स का जो नंबर दे जो सैक्शन है ये इतने अज खत्म हो जाता है। ठीक है, कल नूं असीं पढ़ांगे स्टेट्स एंड सर्वे ऑफ द मार्क्स, इतों कंटिन्यू करांगे। हुण आपां पढ़ांगे उर्दू की क्लास। ठीक है जी, नंबरदारी का सैक्शन इतने खत्म है। कल नूं सैक्शन 31 तो असीं पढ़ांगे बाउंड्रीज वाल
ਸਰਵੇ ਦੇ ਸੰਬੰਧ ਵਿੱਚ ਪਿਲਰਸ ਕੀ ਹੁੰਦੇ ਨੇ, ਕਿੱਦਾਂ ਦੇ ਹੁੰਦੇ ਨੇ, ਕੀ ਉਹਦਾ ਸਾਈਜ਼ ਹੁੰਦਾ ਹੈ, ਠੀਕ ਹੈ ਜੀ, ਕਿੱਥੇ ਕਿੱਥੇ ਲਗਾਏ ਜਾਂਦੇ ਨੇ। ਮਤਲਬ ਕਿ ਜਿਹੜਾ ਸਾਡਾ ਚੈਪਟਰ ਹੈਗਾ ਲੈਂਡ ਰੈਵਨਿਊ ਐਕਟ ਦਾ ਸਰਵੇ ਐਂਡ ਬਾਉਂਡਰੀਜ਼, ਠੀਕ ਹੈ, ਉਹਦੇ ਨਾਲ ਰਿਲੇਟਡ ਜਿਹੜੇ ਰੂਲਸ ਬਣੇ ਹੋਏ ਹੈਗੇ ਆ ਉਹ ਇੱਥੋਂ ਸ਼ੁਰੂ ਹੋ ਜਾਂਦੇ ਨੇ 31 ਤੋਂ। ਕੱਲ ਨੂੰ ਅਸੀਂ ਇਹਦੇ ਬਾਰੇ ਡਿਸਕਸ ਕਰਾਂਗੇ। ਜਿਹੜਾ ਹੈਗਾ ਪਹਿਲਾ ਪੇਪਰ ਦਾ ਜਿਹੜਾ ਹੈਗਾ ਸਾਡਾ ਲੈਕਚਰ ਇੱਥੇ ਖਤਮ ਹੁੰਦਾ ਹੈ। बेटे ग्लास भी कितने राइटिंग ग्लास कोई स्क्रीन आई ਤੁਹਾਡੇ ਮੋਬਾਈਲ ਤੇ स्क्रीन आ गई जी? ਆਪਾਂ ਕੱਲ ਪੜਿਆ ਸੀਗਾ ਅੱਖਰ ਜੋੜ ਕੇ ਸ਼ਬਦ ਬਣਾਉਣਾ, ਉਹਨੂੰ ਦੁਬਾਰਾ ਇੱਕ ਵਾਰੀ ਫਿਰ ਰਿਵਾਈਜ਼ ਕਰਾਂਗੇ। ਅੱਖਰ ਜੋੜ ਕੇ ਸ਼ਬਦ ਬਣਾਉਣਾ